ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ। ਮੈਂ ਹਾਂ ਯਾਦਵਿੰਦਰ ਸਿੰਘ। ਚਰਚਾ ਅੱਜ ਕਰਾਂਗੇ ਇਸ ਦੇਸ਼ ਦੀ ਸਿਆਸੀ ਜਮਾਤ ਦੇ ਉੱਤੇ। ਪੂਰੀ ਦੁਨੀਆ ਦੇ ਅੰਦਰ ਵੱਖ-ਵੱਖ ਮੁਲਕਾਂ ਦੇ ਅੰਦਰ ਔਰ ਖਾਸ ਤੌਰ ਦੇ ਉੱਤੇ ਭਾਰਤ 'ਚ ਵੀ ਨੌਕਰੀਆਂ ਜਾ ਰਹੇ ਨੇ, ਮਜ਼ਦੂਰ ਸੜਕਾਂ ਤੇ ਨੇ, ਹਰ ਕਿਸੇ ਦੀ ਸੈਲਰੀ ਤੇ ਕੱਟ ਲੱਗਿਆ ਹੈ। ਉਹਦੇ ਬਾਵਜੂਦ ਵੀ ਸਿਆਸੀ ਜਮਾਤ ਦੀਆਂ ਪੈਨਸ਼ਨਾਂ ਜਿਉਂ ਦੀਆਂ ਤਿਉਂ ਨੇ, ਭੱਤੇ ਜਿਉਂ ਦੀਆਂ ਤਿਉਂ ਨੇ, VVIP सहूलतां ਜਿਉਂ ਦੀਆਂ ਤਿਉਂ ਨੇ। ਲੀਡਰ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਲੀਡ ਕਰਦਾ, ਜਿਹੜਾ ਅਗਵਾਈ ਕਰਦਾ। ਜੇ ਲੀਡਰ ਹੋਰ ਗੱਲਾਂ 'ਚ ਅਗਵਾਈ ਕਰ ਸਕਦਾ ਤਾਂ ਇਹਨਾਂ ਗੱਲਾਂ 'ਚ ਵੀ ਅਗਵਾਈ ਕਿਉਂ ਨਹੀਂ ਕੀਤੀ ਲੀਡਰਾਂ ਨੇ? ਪੂਰੀ ਦੁਨੀਆ ਦੇ ਲੀਡਰਾਂ ਨੂੰ, ਦੇਸ਼ ਦੇ ਲੀਡਰਾਂ ਨੂੰ, ਪੋਲੀਟੀਕਲ ਕਲਾਸ ਨੂੰ, ਸਿਆਸੀ ਜਮਾਤ ਨੂੰ ਅੱਗੇ ਹੋ ਕੇ ਆਪਣੀਆਂ ਸਹੂਲਤਾਂ ਛੱਡਣੀਆਂ ਚਾਹੀਦੀਆਂ ਸੀ। ਆਪਣੀਆਂ ਪੈਨਸ਼ਨਾਂ ਜਿਹੜੀਆਂ 5-5 7-7 ਮਿਲਦੀਆਂ ਨੇ ਉਹ ਛੱਡਣੀਆਂ ਚਾਹੀਦੀਆਂ ਸੀ। ਔਰ ਆਪਣੇ ਉਹ ਭੱਤੇ ਜਿਹੜੇ ਲੱਖਾਂ ਦੇ ਰੂਪ 'ਚ ਜਨਤਾ ਦਾ ਪੈਸਾ, ਟੈਕਸ ਪੇਅਰ ਦਾ ਪੈਸਾ ਹੀ ਲੀਡਰਾਂ ਦੀ ਜੇਬ 'ਚ ਜਾਂਦਾ। ਜਿਹੜੀ ਲੀਡਰਾਂ ਦੀ ਜੇਬ 'ਚ ਤਨਖਾਹ ਜਾਂਦੀ ਹੈ ਉਹ ਟੈਕਸ ਪੇਅਰ ਦਾ ਪੈਸਾ, ਯਾਨੀ ਤੁਹਾਡਾ ਪੈਸਾ, ਸਾਡਾ ਪੈਸਾ ਲੀਡਰਾਂ ਦੀਆਂ ਜੇਬਾਂ ਜਾਂਦਾ। ਤਾਂ ਪੋਲੀਟੀਕਲ ਕਲਾਸ ਇਸ ਦੌਰ 'ਚ ਸੈਕਰੀਫਾਈਸ ਕਿਉਂ ਨਹੀਂ ਕਰ ਰਹੀ? ਸਵਾਲ ਇਹੀ ਹੈ ਕਿ ਪੋਲੀਟੀਕਲ ਕਲਾਸ ਕਿਉਂ ਸਾਹਮਣੇ ਉਸ ਰੂਪ 'ਚ ਨਹੀਂ ਆ ਰਹੀ? ਅਸੀਂ ਕਿਸੇ ਇੱਕ ਪਾਰਟੀ, ਕਿਸੇ ਇੱਕ ਲੀਡਰ ਦੀ ਗੱਲ ਨਹੀਂ ਕਰ ਰਹੇ। ਸਾਰੀਆਂ ਪਾਰਟੀਆਂ ਦੇ ਸਿਆਸੀ ਲੀਡਰਾਂ ਦੀ ਗੱਲ। ਲੀਡਰ ਮਾਲਾਮਾਲ ਕਿਉਂ ਹੋ ਰਹੇ ਨੇ? ਲੀਡਰਾਂ ਕੋਲੇ ਪੈਸੇ ਕਿਉਂ ਆ ਰਹੇ ਨੇ? ਆਮ ਬੰਦਾ ਵਿਚਾਰਾ ਵੱਧ ਤੋਂ ਬੱਤਰ ਹੈ। ਆਮ ਬੰਦੇ ਦੀ ਜ਼ਿੰਦਗੀ ਵੱਧ ਤੋਂ ਬੱਤਰ ਹੈ ਤੇ ਆਮ ਬੰਦੇ ਦੀ ਪਛਾਣ, ਆਮ ਬੰਦੇ ਦੀ ਕੌਣ ਸਾਰ ਲਏਗਾ? ਇਹ ਸਭ ਤੋਂ ਵੱਡਾ ਸਵਾਲ ਆ। ਸਾਡੇ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੇ, ਸਾਡੇ ਨਾਲ ਸੋਸ਼ਲ ਐਕਟਿਵਿਸਟ ਕਮਲਜੀਤ ਵੀ ਜੁੜਨਗੇ ਜਿਹੜੇ ਇਹਨਾਂ ਮਸਲਿਆਂ ਦੇ ਉੱਤੇ ਲਿਖਦੇ ਪੜ੍ਹਦੇ ਬੋਲਦੇ ਨੇ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਜੁੜ ਚੁੱਕੇ ਨੇ ਕੁਲਤਾਰ ਸਿੰਘ ਸੰਧਵਾ, ਸਾਡੇ ਨਾਲ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵਿਰਸਾ ਸਿੰਘ ਵਲਟੋਹਾ, ਸਾਡੇ ਨਾਲ ਕਾਂਗਰਸ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨੇ। ਚਰਚਾ ਅਸੀਂ ਸ਼ੁਰੂ ਕਰਦੇ ਹਾਂ ਕਿ ਕਿਉਂ ਇਸ ਦੇਸ਼ ਦੇ ਅੰਦਰ ਸਿਆਸੀ ਜਮਾਤ ਆ ਜਿਹੜੀ, ਉਹ ਕੀ ਕਹੀਏ ਉਹਨੂੰ, ਇਨਸੈਂਸਿਟਿਵ ਕਹੀਏ ਜਾਂ ਕੀ ਕਹੀਏ ਉਹਨੂੰ, ਕਿਹੜਾ ਸ਼ਬਦ ਉਹਦੇ ਲਈ ਵਰਤੀਏ ਕਿ ਇਸ ਦੌਰ ਦੇ ਅੰਦਰ ਜਦੋਂ ਸਭ ਦੀਆਂ ਨੌਕਰੀਆਂ ਜਾ ਰਹੀਆਂ ਨੇ, ਸਭ ਨੁਕਸਾਨ 'ਚ ਨੇ, ਤਾਂ ਲੀਡਰਾਂ ਦੇ ਵੱਲੋਂ ਕੋਈ ਇਨੀਸ਼ੀਏਟਿਵ ਕਿਉਂ ਨਹੀਂ ਲਿਆ ਜਾਂਦਾ? ਲੀਡਰਾਂ ਵੱਲੋਂ ਕੋਈ ਅਜਿਹੀ ਪਹਿਲ ਕਿਉਂ ਨਹੀਂ ਕੀਤੀ ਜਾਂਦੀ ਕਿ ਇਤਿਹਾਸ ਦੇ ਅੰਦਰ ਲੀਡਰਾਂ ਨੂੰ ਇਹ ਯਾਦ ਕੀਤਾ ਜਾਵੇ ਕਿ ਇਹ ਦੌਰ ਦੇ ਲੀਡਰ ਆ ਸੀ, ਇਹਨਾਂ ਨੇ ਕਰੋਨਾ ਦੇ ਦੌਰ 'ਚ ਇਹ ਸੈਕਰੀਫਾਈਸ ਕੀਤਾ ਸੀ, ਇਹ ਤਿਆਗ ਕੀਤਾ ਸੀ। ਲੀਡਰ ਕਿਉਂ ਤਿਆਗ ਨਹੀਂ ਕਰਦੇ? ਜਨਤਾ ਦਾ ਤਿਆਗ ਕਿਉਂ ਕਰਵਾ ਰਹੇ ਨੇ? ਕਿਉਂਕਿ ਸਿਆਸੀ ਜਮਾਤ ਹੀ ਸਾਰੇ ਫੈਸਲੇ ਲੈਂਦੀ ਹੈ। ਸਿਆਸੀ ਜਮਾਤ ਕਰਕੇ ਹੀ ਸਭ ਕੁਝ ਹੋ ਰਿਹਾ, ਕਿਉਂਕਿ ਸਿਆਸੀ ਜਮਾਤ ਦੇ ਫੈਸਲੇ ਨੇ। ਕ੍ਰਾਈਸਿਸ ਆ, ਐਕਸਟਰਾਆਰਡਨਰੀ ਸਿਚੁਏਸ਼ਨ ਕਿਹਾ ਜਾਂਦਾ। ਤਾਂ ਅਗਰ ਐਕਸਟਰਾਆਰਡਨਰੀ ਸਿਚੁਏਸ਼ਨ ਹੈ ਤਾਂ ਸਟੈਪ ਵੀ ਐਕਸਟਰਾਆਰਡਨਰੀ ਲੈਣੇ ਪੈਂਦੇ ਨੇ। ਬਾਕੀ ਲੋਕਾਂ ਲਈ ਤਾਂ ਲਏ ਜਾ ਰਹੇ ਨੇ, ਲੀਡਰਾਂ ਲਈ ਕਿਉਂ ਨਹੀਂ ਲੈ ਜਾ ਰਹੇ ਜਾਂ ਲੀਡਰ ਕਿਉਂ ਨਹੀਂ ਲੈ ਰਹੇ? ਕੁਲਤਾਰ ਸੰਧਵਾ ਕੋਲ ਚੱਲਦੇ ਹਾਂ। ਸਭ ਤੋਂ ਪਹਿਲਾਂ ਕੁਲਤਾਰ ਜੀ, ਤੁਹਾਡੀ ਪਾਰਟੀ ਤਾਂ ਨਵੀਂ ਹੈ ਪਰ ਸਹੂਲਤਾਂ ਤੁਹਾਡੇ ਕੋਲ ਵੀ ਸਾਰੀਆਂ ਨੇ। VVIP ਕਲਚਰ ਤੋਂ ਲੈ ਕੇ ਉਹ ਹਰ ਚੀਜ਼ ਜਿਹੜੀ ਹੈ, ਆਮ ਆਦਮੀ ਪਾਰਟੀ ਕੋਲ ਵੀ, ਹਰ ਪਾਰਟੀ, ਅਸੀਂ ਕਿਸੇ ਪਾਰਟੀਕੂਲਰ ਪਾਰਟੀ 'ਚ ਅੱਜ ਨਹੀਂ ਜਾਵਾਂਗੇ। ਸਿੱਧਾ ਸਵਾਲ ਪੋਲੀਟੀਕਲ ਕਲਾਸ ਤੇ ਹੈ ਜਿਹਦੇ ਖਿਲਾਫ ਇਸ ਦੌਰ 'ਚ ਲੋਕਾਂ 'ਚ ਗੁੱਸਾ ਵੀ ਹੈ। ਜਦੋਂ ਪਿੰਡਾਂ 'ਚ ਜਾਂਦੇ ਹੋ, ਲੋਕ ਸਭ ਤੋਂ ਪਹਿਲਾਂ ਲੀਡਰਾਂ ਬਾਰੇ ਗੱਲ ਕਰਦੇ ਆ ਕਿ ਇਹ ਕਰਤਾ, ਉਹ ਕਰਤਾ। ਤਾਂ ਕਿਉਂ ਸਿਆਸੀ ਜਮਾਤ ਇਹ ਤਿਆਗ ਨਹੀਂ ਕਰ ਲਈ ਜਿਹਦੇ ਲੋੜ ਆ? ਇੰਨੀਆਂ ਪੈਨਸ਼ਨਾਂ, ਇੰਨੇ VVIP ਤਰੀਕੇ, ਇੰਨੇ ਭੱਤੇ ਕਿਉਂ ਨਹੀਂ ਛੱਡੇ ਜਾ ਰਹੇ? ਦੇਖੋ ਜੀ, ਬੜਾ ਵੈਲਿਡ ਤੁਸੀਂ ਜਿਹੜੀ ਇਹ ਡਿਬੇਟ ਯਾਦਵਿੰਦਰ ਜੀ ਕਰ ਰਹੇ ਹੋ। ਇਹਦੇ 'ਚ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਵੀ ਕਾਰਨ ਕੀ ਆ। ਕਾਰਨ ਇਹ ਹੈ ਵੀ ਜਿਹੜੇ ਇਹ ਪੋਲੀਟੀਸ਼ੀਅਨ ਆ, ਜਿਹੜੇ ਲੀਡਰ ਨੇ ਸਾਡੇ, ਇਹ ਹੈਗੇ ਤਾਂ ਲੋਕ ਸੇਵਕ, ਪਰ ਜਾਂ ਇਹ ਜ਼ਿਆਦੇ ਥੋੜੇ ਜਿਹੇ ਚਲਾਕ ਹੋ ਗਏ ਨੇ ਜਾਂ ਲੋਕ ਮਤਲਬ ਇਹਨਾਂ ਤੇ ਨਿਗਾਹ ਘੱਟ ਰੱਖਦੇ ਆ, ਬਣ ਜਾਂਦੇ ਰਾਜੇ। ਹੁਣ ਤਾਂ ਹਾਲਾਤ ਇਹ ਆ, ਭਾਵੇਂ ਤੁਸੀਂ ਬੇਅਦਬੀਆਂ ਵਾਲਿਆਂ ਦੇ ਨਾਲ ਖੜ ਜਾਓ ਜਾਂ ਤੁਸੀਂ ਲੋਕਾਂ ਨੂੰ ਗੋਲੀਆਂ ਮਰਾ ਦਿਓ, ਅਣਪਛਾਤੀ ਪੁਲਿਸ ਲਿਖਾ ਦਿਓ, ਜਿੱਡੇ ਮਰਜ਼ੀ ਲੋਕਾਂ ਨੂੰ ਲੁੱਟ ਕੇ ਮਹਿਲ ਬਣਾ ਲਓ, ਤੇ ਪਿੰਡਾਂ 'ਚ ਗਇਆਂ ਨੂੰ ਤੁਹਾਨੂੰ ਲੋਕ ਹੱਥ ਹੀ ਜੋੜਦੇ। ਉਦੋਂ ਫਿਰ ਪੋਲੀਟੀਸ਼ੀਅਨ ਨੂੰ ਇਹ ਹੋ ਜਾਂਦਾ ਵੀ ਅਸੀਂ ਤਾਂ ਜੋ ਮਰਜ਼ੀ ਲੁੱਟਮਾਰ ਕਰੀ ਜਾਈਏ, ਭਾਵੇਂ ਰੇਤਾ ਖਾਈ ਜਾਈਏ, ਭਾਵੇਂ ਸ਼ਰਾਬ ਖਾਈ ਜਾਈਏ, ਜੋ ਮਰਜ਼ੀ ਕਰੀਏ, ਪੰਜਾਬ ਨੂੰ ਲੁੱਟ ਕੇ ਖਾ ਜਾਈਏ, ਸਾਨੂੰ ਕਿਹੜਾ ਕਿਸੇ ਨੇ ਪੁੱਛਣਾ? ਸੋ ਹਾਲਾਤ ਠੀਕ ਹੋ ਰਹੇ ਅੱਗੇ ਨਾਲੋਂ, ਲੋਕ ਹੁਣ ਪੁੱਛਣ ਲੱਗ ਪਏ ਆ। ਔਰ ਇਹੀ ਸਾਡੀ ਪਾਰਟੀ ਦੀ ਗੱਲ ਹੈ ਵੀ ਜਦੋਂ ਲੋਕ ਇਕੱਠੇ ਹੋ ਕੇ ਪੋਲੀਟੀਸ਼ੀਅਨ ਨੂੰ ਪੁੱਛਣ ਲੱਗ ਪਏ ਵੀ ਭਾਈ ਤੂੰ ਆਹ ਕਿਉਂ ਕੀਤਾ ਤੇ ਆਹ ਕਿਉਂ ਨਹੀਂ ਕੀਤਾ, ਉਦੋਂ ਇਹ ਸਿਸਟਮ ਸੁਧਰੂਗਾ। ਜੇ ਜਿਸ ਤਰ੍ਹਾਂ ਪਹਿਲਾਂ ਚੱਲਦਾ ਰਿਹਾ, ਭਾਵੇਂ ਜੋ ਮਰਜ਼ੀ ਕਰਾ ਦਿਓ, ਪਿੰਡ ਗਿਆ ਨੂੰ ਹੱਥ ਹੀ ਜੋੜਨੇ ਉਹਨਾਂ ਨੇ। ਜੇ ਕੋਈ ਬੰਦਾ ਸੱਥ 'ਚ ਉੱਠ ਕੇ ਤੁਹਾਨੂੰ ਕੋਈ ਸਵਾਲ ਕਰਨ ਲੱਗਦਾ ਤੇ ਉਹ ਪਿੰਡ ਦਾ ਜਿਹੜਾ ਚੌਧਰੀ ਹੁੰਦਾ ਉਹਨੂੰ ਚੁੱਪ ਕਰਾ ਦਿੰਦਾ। ਜੇ ਇਸ ਤਰ੍ਹਾਂ ਚੱਲਦਾ ਰਿਹਾ ਫਿਰ ਕੰਮ ਖਰਾਬ ਹੈ। ਸਗੋਂ ਜੇ ਕੋਈ ਬੋਲਣ ਦਾ ਹੌਸਲਾ ਕਰਦਾ ਕਿਸੇ MLA ਨੂੰ, ਕਿਸੇ ਮੰਤਰੀ ਨੂੰ, ਕਿਸੇ ਮੁੱਖ ਮੰਤਰੀ ਨੂੰ, ਤੇ ਸਾਰੇ ਨਗਰ ਨੂੰ, ਸਾਰੇ ਪਿੰਡ ਨੂੰ, ਲੋਕਾਂ ਨੂੰ ਉਹਦੇ ਨਾਲ ਹੋਣਾ ਚਾਹੀਦਾ ਵੀ ਠੀਕ ਹੈ, ਤੂੰ ਸਾਡਾ ਸੇਵਕ ਆ, ਤੂੰ
ਤੂੰ ਦੱਸ ਜਿਹੜੀ ਗੱਲ ਹੈ। ਸੋ ਇਹ ਬੇਸਿਕ ਜਿਹੜਾ ਨਾ ਪ੍ਰੋਬਲਮ ਇੱਥੇ ਆ, ਹੋਰ ਕੋਈ ਗੱਲ ਨਹੀਂ। ਤੁਸੀਂ ਜੋ ਮਰਜ਼ੀ ਮਾਫ ਕਰੀ ਜਾਓ, ਪੋਲੀਟੀਸ਼ੀਅਨਾਂ ਨੂੰ ਸਾਰੇ ਮਾਫ ਕਰ ਦਿੰਦੇ। ਇਹ ਨਹੀਂ ਹੋਣਾ ਚਾਹੀਦਾ। ਜਿਹੜਾ ਪਾਪੀ ਉਹਨੂੰ ਪੁੱਛਣ ਵੀ ਤੈਨੂੰ ਬਾਪ ਕਿਹੜੇ ਹਾਲਾਤਾਂ 'ਚ ਕੀਤਾ, ਕਿਉਂ ਕੀਤਾ, ਦੱਸ, ਜਾਂ ਤੇਰੇ ਤੇ ਆਹ ਇਲਜ਼ਾਮ ਲੱਗਿਆ, ਦੱਸ। ਇਹ ਲੋਕਾਂ ਦੀ ਕਚਹਿਰੀ 'ਚ ਹੋਣਾ ਚਾਹੀਦਾ। ਹੁਣ ਹਾਲਾਤ ਇਹ ਪੰਜਾਬ ਦੀ ਵਿਧਾਨ ਸਭਾ ਦੇ, ਯਾਦਵਿੰਦਰ ਜੀ, ਬਹੁਤ ਜ਼ਰੂਰੀ ਗੱਲ ਹੈ। ਪੰਜਾਬ ਦੀ ਵਿਧਾਨ ਸਭਾ ਨੂੰ ਸਪੀਕਰ ਸਾਹਿਬ ਲਾਈਵ ਨਹੀਂ ਕਰ ਰਹੇ। ਲੋ ਤੁਸੀਂ ਲਾਈਵ ਕਰਦੇ, ਲੋਕਾਂ ਨੂੰ ਪਤਾ ਤਾਂ ਲੱਗੇ ਅੰਦਰ ਕੀ ਖਿਚੜੀ ਪੱਕਦੀ ਹੈ, ਕੀ ਕਰਦੇ ਆ। ਜੇ ਲੋਕ ਸਭਾ ਲਾਈਵ ਹੈ ਤੇ ਪੰਜਾਬ ਦੀ ਵਿਧਾਨ ਸਭਾ ਕਿਉਂ ਨਹੀਂ ਕਰ ਰਹੇ? ਸੋ ਇਹ ਸਾਰੀਆਂ ਗੱਲਾਂ ਤੋਂ ਇੱਥੇ ਪਤਾ ਲੱਗਦਾ ਕਿ ਅਸੀਂ ਲੋਕਾਂ ਦੀ ਮਾਨਸਿਕਤਾ ਨੂੰ ਕਿਤੇ ਨਾ ਕਿਤੇ ਕਾਬੂ ਕੀਤਾ ਹੋਇਆ। ਸੋ ਹੌਲੀ ਹੌਲੀ ਲੋਕ ਜਿਵੇਂ ਭੁੱਖ ਨੰਗ ਨਾਲ ਜਿੰਨਾ ਹੀ ਲੁੱਟਮਾਰ ਵੱਧ ਕਰਨਗੇ ਪੋਲੀਟੀਸ਼ੀਅਨ, ਉਹਨਾਂ ਫਿਰ ਜਲਦੀ ਲੋਕ ਜਾਗਣਗੇ। ਮੈਨੂੰ ਲੱਗਦਾ ਹੁਣ ਜਾਗਣ ਵਾਲੇ ਪਾਸੇ ਤੁਰ ਪਏ ਆ। ਜਿਹਦੀ ਇੱਕ ਐਗਜ਼ਾਮਪਲ ਅੱਜ ਤੁਸੀਂ ਜਿਹੜਾ ਇਹ ਡਿਬੇਟ ਰੱਖੀ ਹੈ, ਵੀ ਜਾਗਣ ਦੀ ਇੱਕ ਨਿਸ਼ਾਨੀ ਹੈ। ਬਿਲਕੁਲ। ਵਿਰਸਾ ਸਿੰਘ ਵਲਟੋਆ ਸਾਡੇ ਨਾਲ ਨੇ, ਸ਼੍ਰੋਮਣੀ ਅਕਾਲੀ ਦਲ ਤੋਂ। ਉਹਨਾਂ ਤੋਂ ਪੁੱਛਦੇ ਹਾਂ, ਵਲਟੋਆ ਜੀ, ਤੁਹਾਨੂੰ ਕੀ ਲੱਗਦਾ ਇਸ ਦੌਰ ਦੇ ਅੰਦਰ ਜਦੋਂ ਪੂਰੀ ਦੁਨੀਆ ਸੰਕਟ 'ਚ ਆ, ਜਦੋਂ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਲੋਕਾਂ ਦੇ ਸਭ ਕੁਝ ਕੱਟੇ ਜਾ ਰਹੇ ਨੇ, ਜਿੰਨੇ ਵੀ ਉਹਨਾਂ ਨੂੰ ਫਾਇਦੇ ਮਿਲਦੇ ਨੇ ਸਰਕਾਰਾਂ ਤੋਂ ਜਾਂ ਪ੍ਰਾਈਵੇਟ ਕੰਪਨੀਆਂ ਤੋਂ, ਉਦੋਂ ਪੋਲੀਟੀਕਲ ਕਲਾਸ ਆ ਕੇ ਸੈਕਰੀਫਾਈ ਕਿਉਂ ਨਹੀਂ ਕਰਦੀ? ਪੋਲੀਟੀਕਲ ਕਲਾਸ ਤੇ ਆ ਕਿਉਂ ਨਹੀਂ ਕਰਦੀ ਕਿ ਮੇਰੀਆਂ ਇੰਨੀਆਂ ਪੈਨਸ਼ਨਾਂ ਨੇ, ਮੈਂ ਛੱਡੀਆਂ ਕਿਉਂਕਿ ਸਮਾਜ ਸੰਕਟ 'ਚ ਆ, ਜਾਂ ਹੋਰ ਸੰਕਟ ਨੇ, ਉਹਨਾਂ ਸੰਕਟਾਂ ਨਾਲ ਕਿਉਂ ਰੂਬਰੂ ਨਹੀਂ ਹੁੰਦੀ ਸਿੱਧੇ ਤੌਰ ਤੇ ਪੋਲੀਟੀਕਲ ਕਲਾਸ? ਸਾਰੀਆਂ ਪਾਰਟੀਆਂ ਦੀ ਗੱਲ ਕਰ ਰਹੇ ਹਾਂ ਅਸੀਂ। ਦੇਖੋ ਯਾਦਵਿੰਦਰ, ਇਹ 'ਚ ਕੋਈ ਦੁਰਾਵਾ ਨਹੀਂ, ਜਿਹੜੇ ਦੇਸ਼ ਦੇ ਤੇ ਸੂਬੇ ਦੇ ਹੁਣ ਹਾਲਾਤ ਬਣੇ ਨੇ, ਜਿਸ ਮਹਾਮਾਰੀ ਤੋਂ ਸਮੁੱਚਾ ਵਿਸ਼ਵ ਲੰਘ ਰਿਹਾ ਹੈ ਤੇ ਹਿੰਦੁਸਤਾਨ ਲੰਘ ਰਿਹਾ ਤੇ ਪੰਜਾਬ ਲੰਘ ਰਿਹਾ ਹੈ, ਇਹਦੇ ਵਿੱਚ ਹਰੇਕ ਨੂੰ ਸੈਕਰੀਫਾਈਸ ਕਰਨਾ ਚਾਹੀਦਾ ਹੈ। ਹਰੇਕ ਨੂੰ ਅੱਗੇ ਆਉਣਾ ਚਾਹੀਦਾ ਜਿੰਨੀ ਉਹਦੀ ਸਮਰੱਥਾ ਹੈ। ਜੋ ਵੱਧ ਤੋਂ ਵੱਧ ਆਪਦੇ ਸੂਬੇ ਵਾਸਤੇ, ਆਪਦੇ ਲੋਕਾਂ ਵਾਸਤੇ ਕਰ ਸਕਦਾ, ਕੋਈ ਕੰਟਰੀਬਿਊਸ਼ਨ ਪਾ ਸਕਦਾ ਹੈ ਤੇ ਪਾਉਣੀ ਚਾਹੀਦੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ 'ਚ ਹੀ ਕਿਹਾ ਸੀਗਾ ਕਿ ਸਰਕਾਰ ਜੋ ਵੀ ਫੈਸਲਾ ਲਏਗੀ, ਸ਼੍ਰੋਮਣੀ ਅਕਾਲੀ ਦਲ ਉਹਦੇ ਉੱਤੇ ਪਹਿਰਾ ਦੇਗਾ। ਜੋ ਕਟੌਤੀ ਕਰਨਾ ਚਾਹੁੰਦੀ ਹੈ, ਜੋ ਵੀ ਉਹ ਸੇਵਾ ਲਏਗੀ, ਅਸੀਂ ਉਹਦੇ ਉੱਤੇ ਪਹਿਰਾ ਦੇਵਾਂਗੇ ਔਰ ਦੇਣ ਲਈ ਤਿਆਰ ਹੈ। ਔਰ ਇੱਕ ਗੱਲ ਜਿਹੜੀ ਯਾਦਵਿੰਦਰ ਜੀ, ਆਮ ਕਰਕੇ ਪੋਲੀਟੀਸ਼ੀਅਨਾਂ ਬਾਰੇ, ਪੈਨਸ਼ਨਾਂ ਬਾਰੇ ਚਰਚਾ ਕੀਤੀ ਜਾਂਦੀ ਹੈ ਨਾ, ਕਿ ਪਤਾ ਨਹੀਂ ਪੈਨਸ਼ਨਾਂ ਜੀ, ਪੈਨਸ਼ਨਾਂ ਜੀ। ਹੁਣ ਸਭ ਪ੍ਰਕਾਸ਼ ਸਿੰਘ ਬਾਦਲ ਬਾਰੇ ਆਮ ਕਰਕੇ ਚਰਚਾ ਕੀਤੀ ਜਾਂਦੀ ਹੈ, ਜੋ 9-9 ਪੈਨਸ਼ਨਾਂ ਲੈ ਰਹੇ। ਅਜੇ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਨਾ ਤੇ ਪੈਨਸ਼ਨ ਲੈਣ ਦੀ ਲੋੜ ਪਈ ਹੈ ਤੇ ਨਾ ਹੀ ਪਵੇ। ਉਹਨਾਂ ਦੀ ਰੱਬ ਲੰਬੀ ਉਮਰ ਕਰੇ, ਅਗਲੀ ਇਲੈਕਸ਼ਨ ਲੜਨ ਤੇ ਜਿੱਤਣ। ਉਹ ਹਮੇਸ਼ਾ ਹੀ ਜੋ ਇੱਕ ਐਮਐਲਏ ਨੂੰ ਤਨਖਾਹ ਮਿਲਦੀ ਹੈ ਉਹੀ ਉਹ ਲੈਂਦੇ ਰਹੇ। ਮੇਰਾ ਖਿਆਲ ਸ਼ਾਇਦ ਉਹਦੇ ਚੋਂ ਹੀ ਬਹੁਤ ਘੱਟ ਲੈਂਦੇ ਰਹੇ। ਤੇ ਹੁਣ ਜਿਹੜੀ ਹੈ ਇਹ ਸਰਕਾਰ ਨੇ ਫੈਸਲਾ ਕਰਨਾ ਆ। ਔਰ ਦੂਸਰੀ ਗੱਲ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਕਿ ਮੇਰੇ ਖਿਆਲ ਉਂਗਲਾਂ ਤੇ ਗਿਣੇ ਜਾਣੇ ਵਾਲੇ ਲੋਕ ਨੇ ਜਿਹੜੇ 3, 4, 5 ਪੈਨਸ਼ਨਾਂ ਲੈਂਦੇ ਨੇ, ਜਿਨ੍ਹਾਂ 'ਚ ਸਰਦਾਰ ਲਾਲ ਸਿੰਘ ਨੇ, ਸਰਦਾਰ ਸਰਵਣ ਸਿੰਘ ਵਰਗੇ ਨੇ, ਸਰਦਾਰ ਗੁਰਦੇਵ ਸਿੰਘ ਬਾਦਲ ਵਰਗੇ ਚੜ੍ਹਾਈ ਕਰ ਗਏ ਨੇ। ਇਹੀ ਲੋਕ ਨੇ ਜਿਹੜੀਆਂ ਜਿਨ੍ਹਾਂ ਕੋਲ ਮੇਰੇ ਖਿਆਲ 5, 6 ਪੈਨਸ਼ਨਾਂ ਹੈਗੀਆਂ ਜਾਂ ਬੀਬੀ ਪੱਠਲ ਹੋਣਗੇ। ਬਾਕੀ ਕਿਸੇ ਕੋਲ ਇੱਕ ਆ, ਕਿਸੇ ਕੋਲ 2 ਪੈਨਸ਼ਨਾਂ ਤੇ ਵੱਧ ਤੋਂ ਵੱਧ 3 ਵਾਲਾ ਹੋਊਗਾ। ਇਸ ਕਰਕੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ, ਜੋ ਵੀ ਸਰਕਾਰ ਫੈਸਲਾ ਲਊਗੀ ਇਹ ਪੰਜਾਬ ਦੇ ਲੋਕਾਂ ਵਾਸਤੇ ਹੈ, ਪੰਜਾਬ ਦੇ ਭਲੇ ਵਾਸਤੇ ਹੈ। ਜੋ ਵੀ ਕੰਟਰੀਬਿਊਸ਼ਨ ਕਿਸੇ ਨੇ ਕਰਨੀ ਹੈ, ਸਰਕਾਰ ਫੈਸਲਾ ਲਵੇ, ਸਰਕਾਰ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਪਹਿਰਾ ਦਊਗਾ। ਪਰ ਜਿਹੜੀ ਸਰਕਾਰ ਕਿਉਂ, ਬਲਟੋਆ ਜੀ, ਅਸਲ 'ਚ ਇਹੀ ਅਸੀਂ ਪੁੱਛ ਰਹੇ ਸੀ, ਸਰਕਾਰ ਕਿਉਂ ਫੈਸਲਾ ਲਵੇ? ਕਿ ਲੀਡਰ ਆਪ ਇਨੀਸ਼ੀਏਟਿਵ, ਜੋ ਤੁਸੀਂ ਬਾਕੀ ਗੱਲਾਂ 'ਚ ਇਨੀਸ਼ੀਏਟਿਵ ਲੈਂਦੇ ਹੋ ਵੀ ਅਗਲੀ ਸਰਕਾਰ ਅਕਾਲੀ ਦਲ ਦੀ ਆਵੇ, ਇਹਦੇ ਲਈ ਤੁਸੀਂ ਇਨੀਸ਼ੀਏਟਿਵ ਲੈ ਰਹੇ ਹੋ, ਪਹਿਲ ਕਦਮੀ ਕਰਦੀਆਂ ਨੇ ਪੋਲੀਟੀਕਲ ਪਾਰਟੀਆਂ, ਤਾਂ ਇਸ ਗੱਲ ਦੇ ਲਈ ਕਿਉਂ ਪਹਿਲ ਕਦਮੀ ਨਹੀਂ ਹੁੰਦੀਗੀ? ਜਦੋਂ ਤੁਸੀਂ ਆਪ ਪਹਿਲ ਕਦਮੀਆਂ ਬਾਕੀ ਚੀਜ਼ਾਂ ਲਈ ਕਰਦੇ ਹੋ ਕਿ ਅਸੀਂ ਰੈਲੀਆਂ ਕਰੀਏ, ਅਸੀਂ ਲੋਕਾਂ ਨੂੰ ਨਾਲ ਜੋੜੀਏ, ਇਹਦੀ ਪਹਿਲ ਕਦਮੀ ਕਿਉਂ ਨਹੀਂ ਹੁੰਦੀ? ਦੇਖੋ ਯਾਦਵਿੰਦਰ ਜੀ, ਮੇਰਾ ਖਿਆਲ ਹੈ ਕਿ ਕੋਈ ਬਿਰਲਾ ਪੋਲੀਟੀਸ਼ੀਅਨ ਹੋਊਗਾ ਜਿਨੇ ਇਹਨਾਂ ਹਾਲਾਤਾਂ ਦੇ ਵਿੱਚ ਅੱਗੇ ਹੋ ਕੇ ਸਮਾਜ ਦੀ ਸੇਵਾ ਨਹੀਂ ਕੀਤੀ, ਕੰਟਰੀਬਿਊਸ਼ਨ ਨਹੀਂ ਪਾਈ ਆਪਣੇ ਇਲਾਕੇ 'ਚ, ਜਾਂ ਜਿੱਥੇ ਵੀ ਕਿਤੇ ਉਹਨੇ ਜ਼ਰੂਰਤ ਸਮਝੀ ਆ ਉਹਨੇ ਆਪਣੀ ਕੰਟਰੀਬਿਊਸ਼ਨ ਪਾਈ ਹੈ। ਪਰ ਕਿਉਂਕਿ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਕਟੌਤੀ ਕਰਨਾ ਚਾਹੁੰਦੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਹਨੂੰ ਵੈਲਕਮ ਕੀਤਾ ਸੀਗਾ, ਤੁਸੀਂ ਫੈਸਲਾ ਲਓ, ਅਸੀਂ ਤਿਆਰ ਹਾਂ ਜੋ ਵੀ ਫੈਸਲਾ ਲਓਗੇ। ਪਰ ਜਿਹੜੀ ਵਾਰ-ਵਾਰ ਪੈਨਸ਼ਨਾਂ ਵਾਲੀ ਗੱਲ ਕੀਤੀ ਜਾਂਦੀ ਹੈ, ਇਹ ਪੈਨਸ਼ਨ ਵਾਲੀ ਗੱਲ ਕਰਨ ਦੀ ਬਜਾਏ, ਔਰ ਦੂਸਰੀ ਗੱਲ ਜਿਹੜੀ ਸੰਧਵਾ ਸਾਹਿਬ ਨੇ ਗੱਲ ਕੀਤੀ, ਇਹ 'ਚ ਕੋਈ ਦਰਾਵਾ ਨਹੀਂ, ਗੱਲ ਕਰਨੀ ਇਹਨਾਂ ਨੂੰ ਬੜੀ ਚੰਗੀ ਲੱਗਦੀ। ਇਹੀ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਤਨਖਾਹਾਂ ਨਹੀਂ ਲਵਾਂਗੇ, ਅਸੀਂ ਕੋਠੀਆਂ ਨਹੀਂ ਲਵਾਂਗੇ, ਅਸੀਂ ਗੱਡੀਆਂ ਨਹੀਂ ਲਵਾਂਗੇ, ਅਸੀਂ ਸਿਕਿਉਰਿਟੀ ਨਹੀਂ ਲਵਾਂਗੇ, ਦਿੱਲੀ ਦੇ ਵਿੱਚ 50,000 ਤੋਂ 2.5 ਲੱਖ ਰੁਪਏ ਤਨਖਾਹ ਕਰ ਲਈ ਦਿੱਲੀ ਦੇ ਵਿੱਚ। ਔਰ ਇਹ ਸਬਕ ਦਿੰਦੇ ਨੇ, ਦੂਜਿਆਂ ਨੂੰ ਸਿੱਖਿਆ ਦਿੰਦੇ ਨੇ। ਦਿੱਲੀ ਦੇ ਵਿੱਚ ਕਿਸੇ ਐਮਐਲਏ ਨੇ ਆਣ ਕੇ ਆਪਣੀ ਕੰਟਰੀਬਿਊਸ਼ਨ ਦੀ ਗੱਲ ਕੀਤੀ ਹੈ? ਔਰ ਇੱਥੇ 20 ਐਮਐਲਏ ਨੇ ਆਮ ਆਦਮੀ ਪਾਰਟੀ ਦੇ ਕਿਸੇ ਨੇ ਅੱਗੇ ਆਣ ਕੇ ਗੱਲ ਕੀਤੀ ਹੈ ਕਿ ਅਸੀਂ ਤਨਖਾਹਾਂ ਛੱਡੀਆਂ? ਪਹਿਲੀ ਤਾਂ ਗੱਲ ਇਹਨਾਂ ਕਿਹਾ ਸੀ ਕਿ ਅਸੀਂ ਚੁਣੇ ਜਾਣੇ, ਅਸੀਂ ਬਣ ਜਾਣੇ, ਕਿਸੇ ਤਰ੍ਹਾਂ ਦਾ ਅਸੀਂ ਕੋਈ ਭੱਤਾ ਨਹੀਂ ਲਵਾਂਗੇ, ਕਿਸੇ ਤਰ੍ਹਾਂ ਦੀ ਤਨਖਾਹ ਨਹੀਂ ਲਵਾਂਗੇ।
ਗੱਡੀਆਂ ਵੀ ਲਈਆਂ, ਕੋਠੀਆਂ ਵੀ ਲਈਆਂ, ਫਲੈਟ ਵੀ ਲਏ, ਹਾਂਜੀ ਤਨਖਾਹਾਂ ਵੀ ਲਈਆਂ, ਛੱਡਿਆ ਹੀ ਕੱਖ ਨਹੀਂ, ਸਿਕਿਉਰਟੀਆਂ ਤੱਕ ਲੈ ਗਏ। ਜਿਹੜੇ ਕਹਿੰਦੇ ਕਿ ਸਿਕਿਉਰਟੀਆਂ ਨਹੀਂ ਲਵਾਂਗੇ। ਇਸ ਕਰਕੇ ਜਿਹੜੀ ਗੱਲ ਹੈ, ਅਸੀਂ ਤਾਂ ਉਹ ਗੱਲ ਕਰਦੇ ਹਾਂ, ਹਰ ਇੱਕ ਪੋਲੀਟੀਸ਼ੀਅਨ ਨੇ ਕੋਈ ਵਿਰਲਾ ਹੋਊਗਾ, ਕਿਸੇ ਪਾਰਟੀ ਨਾਲ ਸੰਬੰਧਿਤ ਹੋਊਗਾ, ਜਿਹਨੇ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਹਾਲਾਤਾਂ ਦੇ ਵਿੱਚ ਆਪਦੀ ਕੰਟਰੀਬਿਊਸ਼ਨ ਨਹੀਂ ਪਾਈ ਹੋਊਗੀ, ਇਹਨਾਂ ਹਾਲਾਤਾਂ ਦੇ ਵਿੱਚ ਗਰੀਬਾਂ ਦੀ ਸੇਵਾ ਨਹੀਂ ਕੀਤੀ ਹੋਊਗੀ। ਹਰੇਕ ਨੂੰ ਕਰਨੀ ਚਾਹੀਦੀ ਹੈ, ਕੀਤੀ ਵੀ ਹੈ, ਪਰ ਜਿਹੜੀ ਕਟੌਤੀ ਵਾਲੀ ਗੱਲ ਆਉਂਦੀ ਹੈ ਕਿ ਸਰਕਾਰ ਫੈਸਲਾ ਲਵੇ, ਅਸੀਂ ਉਹਨੂੰ ਵੈਲਕਮ ਕਰਦੇ ਹਾਂ ਔਰ ਉਹਦੇ ਤੇ ਪੂਰੇ ਉਤਰਾਂਗੇ। ਔਰ ਅਸੀਂ ਸਰਕਾਰ ਨੂੰ ਐਮਐਲਏ ਬਾਰੇ ਤਾਂ ਕੋਈ ਫੈਸਲਾ ਲਿਆ ਹੀ ਨਹੀਂਗਾ। ਐਮਐਲਏ ਬਾਰੇ ਸਰਕਾਰ ਨੇ, ਹਾਲਾਂਕਿ ਪਾਰਲੀਮੈਂਟ ਦੇ ਅੰਦਰ ਜ਼ਰੂਰ ਐਮਪੀਜ਼ ਬਾਰੇ ਫੈਸਲਾ ਹੋਇਆ, 30% ਤਨਖਾਹਾਂ ਕੱਟੀਆਂ ਸੀ। ਅਸੀਂ ਕਿਸੇ ਇਕੱਲੀਆਂ ਤਨਖਾਹਾਂ ਦੀ ਗੱਲ ਨਹੀਂ ਕਰ ਰਹੇ, ਅਸੀਂ ਇਹ ਗੱਲ ਕਰ ਰਹੇ ਹਾਂ ਕਿ ਆਮ ਬੰਦਿਆਂ ਤੋਂ ਜ਼ਿਆਦਾ ਇਸ ਟਾਈਮ ਪੋਲੀਟੀਕਲ ਕਲਾਸ ਦਾ ਕੰਟਰੀਬਿਊਸ਼ਨ ਹੋਣਾ ਚਾਹੀਦਾ, ਕਿਉਂਕਿ ਪੋਲੀਟੀਕਲ ਕਲਾਸ ਨੂੰ ਸਮਾਜ ਬਹੁਤ ਕੁਝ ਦਿੰਦਾ ਹੈ, ਸਭ ਤੋਂ ਜ਼ਿਆਦਾ ਮਾਣ ਸਤਿਕਾਰ ਸਭ ਕੁਝ ਪੋਲੀਟੀਕਲ ਕਲਾਸ ਨੂੰ ਦਿੰਦਾ। ਤਾਂ ਪੋਲੀਟੀਕਲ ਕਲਾਸ ਹੁਣ ਅੱਗੇ ਕਿਉਂ ਨਹੀਂ ਕਰ ਰਹੀ? ਮੈਂ ਰਮਨ ਜੀ ਕੋਲੇ ਚੱਲਦਾ। ਰਮਨ ਜੀ ਕੋਲ ਚੱਲਦਾ, ਮਲਟੋਆ ਜੀ ਤੁਹਾਡੇ ਕੋਲ ਆ ਗਿਆ। ਰਮਨ ਜੀ, ਤੁਹਾਨੂੰ ਨਹੀਂ ਲੱਗਦਾ ਜਿਹੜੀ ਗੱਲ ਇੱਕ ਥਿਓਰਾਈਜ਼ ਕੀਤੀ ਜਾਂਦੀ ਹੈ ਕਿ ਲੀਡਰ ਦਾ ਮਤਲਬ ਲੀਡ ਕਰਦਾ ਹੈ, ਲੀਡਰ ਦਾ ਮਤਲਬ ਸਭ ਤੋਂ ਪਹਿਲਾਂ ਆ ਕੇ ਸੈਕਰੀਫਾਈਸ ਵੀ ਕਰਦਾ, ਹਰ ਚੀਜ਼ ਨੂੰ ਸਭ ਤੋਂ ਪਹਿਲਾਂ ਆ ਕੇ ਅਗਵਾਈ ਕਰਦਾ ਹੈ, ਪਹਿਲ ਕਦਮੀ ਕਰਦਾ? ਕਿਉਂ ਪਹਿਲ ਕਦਮੀ ਨਹੀਂ ਹੈ ਪੋਲੀਟੀਕਲ ਕਲਾਸ 'ਚ? ਰਮਨ ਜੀ, ਜਨਤਾ ਦਾ ਪੈਸਾ ਹੀ ਲੀਡਰਾਂ ਕੋਲ ਜਾ ਰਿਹਾ। ਜਦੋਂ ਜਨਤਾ ਤੇ ਜਿਹੜੇ ਕੱਟ ਲੱਗ ਰਹੇ ਨੇ ਤਾਂ ਲੀਡਰ ਕਿਉਂ ਇਸ ਦੌਰ ਦੇ ਅੰਦਰ ਸੈਕਰੀਫਾਈਸ ਨਹੀਂ ਕਰ ਰਹੇ ਖੁਦ, ਜਾਂ ਸਰਕਾਰਾਂ ਡਿਸੀਜਨ ਕਿਉਂ ਨਹੀਂ ਲੈ ਰਹੀਆਂ? ਕਿਉਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਈ ਡਿਸੀਜਨ ਨਹੀਂ ਲੈਂਦੇ ਕਿ ਐਮਐਲਏ ਦੀਆਂ ਤਨਖਾਹਾਂ ਵੀ ਘਟਾ ਦਿੰਦੇ ਆ? ਯਾਦਵਿੰਦਰ ਜੀ, ਅੱਜ ਬੜੀ ਦੇਰ ਬਾਅਦ ਤੁਸੀਂ ਪਿਓਰਲੀ ਇੱਕ ਐਕੈਡੈਮਿਕ ਜਿਹੜਾ ਵਾ ਟੌਪਿਕ ਰੱਖਿਆ ਵਾ, ਔਰ ਅਨਫੋਰਚੂਨੇਟ ਗੱਲ ਹੈ ਵੀ ਇੱਕ ਵੀ ਪੈਨਲਿਸਟ ਜਿਹੜਾ ਵਾ ਕੋਈ ਸਪੈਸ਼ਲਿਸਟ ਜਾਂ ਕੋਈ ਪੋਲੀਟੀਕਲ ਸਾਇੰਸ ਜਾਂ ਪਬਲਿਕ ਐਡਮਿਨਿਸਟ੍ਰੇਸ਼ਨ ਜਾਂ ਸੋਸ਼ੀਓਲੋਜੀ ਜਾਂ ਇਕਨੋਮਿਕਸ ਦੇ ਬੈਕਗ੍ਰਾਉਂਡ ਤੋਂ ਲੈ ਕੇ ਆਂਦੇ, ਕਿਉਂਕਿ ਕਾਰਨ ਇਹ ਹੈ ਕਿ ਜਿਸ ਤੁਸੀਂ ਐਮਐਲਏ ਸਾਹਿਬ ਤੋਂ ਡਿਬੇਟ ਸ਼ੁਰੂ ਕੀਤੀ ਹੈ, ਉਹਨਾਂ ਨੇ ਤਾਂ ਬਿਲਕੁਲ ਦਿਸ਼ਾਹੀਨ ਜਵਾਬ ਦਿੱਤੇ ਆ। ਮਤਲਬ ਉਹਨਾਂ ਨੇ ਸਵਾਲ ਹੀ ਨਹੀਂ ਸਮਝ ਆਇਆ ਕਿ ਵੀ ਕੀ ਗੱਲ ਕਰਨੀ ਹੈ ਤੇ ਕੀ ਗੱਲ ਕਰਤੀ। ਇਹ ਗੱਲ ਤੇ ਬੜਾ ਅਫਸੋਸ ਹੈ। ਮੇਰੀ ਗੱਲ ਬੜੀ ਥੋੜੀ ਵਿਸਤਾਰ ਚ ਇੱਕ ਵਾਰੀ ਮੈਨੂੰ ਬੋਲ ਲੈਣ ਦੇਣਾ, ਬਾਅਦ ਚੋਂ ਮੈਂ ਕ੍ਰਿਟਿਸਿਜ਼ਮ ਸਾਰੀ ਲੈ ਲਵਾਂਗਾ, ਇੰਟਰਪਟ ਨਾ ਕਰਿਓ। ਇਹ ਪਿਓਰ ਐਕੈਡੈਮਿਕ ਹੈਗਾ ਵਾ ਕਿ ਵੀ ਜਦੋਂ ਦਾ ਇੰਸਟੀਟਿਊਸ਼ਨ ਆਫ ਸਟੇਟ ਇਨ ਬੀਇੰਗ ਆਇਆ ਵਾ, ਉਸ ਤੋਂ ਚਾਹੇ ਕੈਸ਼ 'ਚ ਹੈ, ਚਾਹੇ ਆਨਰੇਰੀਅਮ ਦੇ ਵਿੱਚ ਹੈ, ਚਾਹੇ ਸੈਲਰੀ ਦੇ ਵਿੱਚ ਹੈ, ਪਬਲਿਕ ਰਿਪਰੈਜ਼ੈਂਟੇਟਿਵਸ ਨੂੰ ਇਹ ਸਮਝਿਆ ਜਾਂਦਾ ਵਾ ਵੀ ਇਹ ਫੁੱਲ ਟਾਈਮ ਜੌਬ ਹੈ। ਇਹ ਫੁੱਲ ਟਾਈਮ ਜੌਬ ਦੇ ਵਿੱਚ ਇਹ ਆਦਮੀ ਦੇ ਕੋਈ ਪ੍ਰਾਈਵੇਟ ਇੰਟਰਸਟ ਨਹੀਂ ਹੋਣੇ ਚਾਹੀਦੇ। ਇਸ ਬੰਦੇ ਦਾ ਕੰਮ ਸਿਰਫ ਔਰ ਸਿਰਫ ਜਿਹੜਾ ਵਾ ਗਵਰਨਮੈਂਟ ਔਰ ਗਵਰਨੈਂਸ ਦੇ ਨਾਲ ਰਿਲੇਟਡ ਹੋਣਾ ਚਾਹੀਦਾ ਵਾ, ਔਰ ਇਹ ਕਿਉਂਕਿ ਪਾਲਿਸੀ ਮੇਕਿੰਗ ਦਾ ਪਾਰਟ ਹੈਗਾ ਵਾ, ਇਹ ਆਦਮੀ ਦੇ ਕੋਈ ਵੀ ਇਹੋ ਜਿਹਾ ਸਰੋਤ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਇਹ ਪਾਲਿਸੀਜ਼ ਦੇ ਨਾਲ ਜਿਹੜਾ ਉਹਨੂੰ ਇਨਫਲੂਐਂਸ ਕਰੇ। ਔਰ ਇਨਫੈਕਟ ਜੇ ਤੁਸੀਂ ਇੱਕ ਯਾਦ ਹੋਵੇ, ਆਪਣੀ ਇੱਕ ਬੜੀ ਡਿਬੇਟ ਚੱਲੀ ਹੈ ਆਫਿਸ ਆਫ ਦਾ ਪ੍ਰੋਫਿਟ। ਆਫਿਸ ਆਫ ਦਾ ਪ੍ਰੋਫਿਟ ਦਾ ਵੀ ਜਿਹੜਾ ਕਨਸੈਪਟ ਹੈਗਾ ਉਹ ਇਸ ਕਰਕੇ ਲੈ ਕੇ ਆਏ ਸੀ ਵੀ ਜਿਹੜੇ ਬੰਦੇ ਐਗਜ਼ੈਕਟਿਵ ਦਾ ਪਾਰਟ ਨੇ ਉਹ ਕਿਸੇ ਤਰ੍ਹਾਂ ਵੀ ਐਗਜ਼ੈਕਟਿਵ ਨੂੰ ਇਨਫਲੂਐਂਸ ਨਾ ਕਰ ਸਕਣ, ਇਸ ਕਰਕੇ ਉਹ ਆਫਿਸ ਆਫ ਦਾ ਪ੍ਰੋਫਿਟ ਦਾ ਕਨਸੈਪਟ ਆਇਆ। ਇਹ ਵੈਸਟਮਿਨਿਸਟਰ ਜਿਹੜਾ ਵਾ ਮਾਡਲ ਆਫ ਗਵਰਨੈਂਸ ਹੈ। ਬੇਨਤੀ ਮੇਰੀ ਇਹ ਹੈ ਕਿ ਵੀ ਜਦੋਂ ਆਦਮੀ ਜਿਹੜਾ ਪਬਲਿਕ ਸਰਵੈਂਟ ਬਣ ਜਾਂਦਾ ਵਾ ਆਫਟਰ ਇਲੈਕਸ਼ਨ, ਉਸ ਤੋਂ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਕਿ ਵੀ ਉਹ ਦੁਕਾਨ ਚਲਾਵੇ, ਉਹ ਖੇਤੀ ਕਰੇ, ਉਹ ਜਾ ਕੇ ਆਪਣਾ ਜਿਹੜਾ ਉਹਦਾ ਪ੍ਰੋਫੈਸ਼ਨ ਹੈ ਜਿਸ ਤੋਂ ਉਹ ਆਇਆ ਵਾ ਉਹਦੇ ਵਿੱਚ ਜਾਵੇ। ਔਰ ਖਾਸ ਕਰਕੇ ਤੁਸੀਂ ਕਈ ਗੱਲ ਇਹੋ ਜਿਹੇ ਵੀ ਦੇਖੇ ਆਣੇ ਵੀ ਕਈ ਲੋਕ ਤਾਂ ਇਦਾਂ ਦੇ ਵੀ ਚੁਣ ਕੇ ਆ ਗਏ ਹੁੰਦੇ ਜਿਹੜੇ ਬਿਲਕੁਲ ਹੀ ਬੇਰੁਜ਼ਗਾਰ ਹੁੰਦੇ ਆ। ਇਹਨਾਂ ਦੇ ਮਤਲਬ ਬਿਲਕੁਲ ਹੀ ਇਸ ਤਰ੍ਹਾਂ ਦੇ ਕਨਸੈਪਟ ਦੇ ਵੀ ਲੋਕ ਆਏ ਤੇ ਇਹਨੂੰ ਯਾਦ ਹੋਣਾ। ਰਮਨ ਜੀ ਥਿਊਰਾਈਜ਼ ਤੁਸੀਂ ਕਰਤਾ, ਰਮਨ ਜੀ ਅੱਗੇ ਥਿਊਰਾਈਜ਼ ਇੱਕ ਘੰਟਾ ਹੈਗਾ ਆਪਣੇ ਕੋਲੇ, ਥਿਊਰਾਈਜ਼ ਕਰਦੇ ਰਹੋ। ਜਵਾਬ ਸਰ ਸਵਾਲ ਨਾਲ ਦੀ ਲਾਇਆ ਕਰੋ, ਬੜਾ ਇੰਪੋਰਟੈਂਟ ਗੱਲ ਆ। ਤੁਹਾਡਾ ਜਵਾਬ ਹੋਰ ਇੰਟਰਸਟਿੰਗ ਹੋ ਜਾਊਗਾ, ਤੁਹਾਡਾ ਜਵਾਬ ਹੋਰ ਇੰਟਰਸਟਿੰਗ ਹੋ ਜੂ। ਆਫਿਸ ਆਫ ਪ੍ਰੋਫਿਟ, ਕਨਫਲਿਕਟ ਆਫ ਇੰਟਰਸਟ ਇੰਡੀਅਨ ਪੋਲਿਟਿਕਸ ਦੇ ਅੰਦਰ ਹੈ ਜਾਂ ਨਹੀਂ ਆ? ਪੰਜਾਬ ਦੀ ਰਾਜਨੀਤੀ ਦੇ ਅੰਦਰ ਕੀ ਇਹ ਗੱਲ ਸੱਚ ਨਹੀਂ ਹੈ ਕਿ ਪੋਲੀਟੀਸ਼ੀਅਨ ਹੋਰ ਕੰਮ ਨਹੀਂ ਕਰਦੇ? ਜੇ ਕਨਫਲਿਕਟ ਆਫ ਇੰਟਰਸਟ ਔਰ ਆਫਿਸ ਆਫ ਪ੍ਰੋਫਿਟ ਕਹਿਣ ਦੀ ਗੱਲ, ਆਫਿਸ ਆਫ ਪ੍ਰੋਫਿਟ ਦੀ ਗੱਲ ਪਿਛਲੇ ਦਿਨਾਂ ਚ ਆਈ, ਔਰ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਵੀ, ਤੁਹਾਡੀ ਸਰਕਾਰ ਦੇ ਟਾਈਮ ਵੀ ਆਫਿਸ ਆਫ ਪ੍ਰੋਫਿਟ ਤੋਂ ਲੈ ਕੇ ਕਨਫਲਿਕਟ ਆਫ ਇੰਟਰਸਟ ਨੇ ਜਿਹੜੇ ਸਾਰੇ ਸਾਹਮਣੇ ਆਉਂਦੇ ਰਹੇ ਨੇ। ਰਮਨ ਜੀ ਹੁਣ ਸਵਾਲ ਕਰ ਲਿਆ, ਮੈਨੂੰ ਜਵਾਬ ਦੇ ਲੈਂਦੇ ਹੋ ਜੀ। ਆਫਿਸ ਆਫ ਪ੍ਰੋਫਿਟ ਦਾ ਕਨਸੈਪਟ ਡਿਫਰੈਂਟ ਹੈ। ਉਹਦੇ ਚ ਇਹ ਹੈ ਕਿ ਤੁਸੀਂ ਲੈਜਿਸਲੇਟਰ ਹੋ, ਐਗਜ਼ੈਕਟਿਵ ਰੂਲਿੰਗ ਪਾਰਟੀ ਦੇ ਮੈਂਬਰ ਹੈਗੇ ਹੋ, ਤੁਸੀਂ ਪਾਲਿਸੀਜ਼ ਨੂੰ ਇਨਫੈਕਟ ਕਰ ਸਕਦੇ ਹੋ, ਇਸ ਕਰਕੇ ਤੁਹਾਨੂੰ ਆਫਿਸ ਆਫ ਪ੍ਰੋਫਿਟ ਦਾ। ਕਨਫਲਿਕਟ ਆਫ ਇੰਟਰਸਟ ਉੱਥੇ ਹੈ ਕਿ ਜਿੱਥੇ ਤੁਸੀਂ ਆਲਰੇਡੀ ਇੱਕ ਬਿਜ਼ਨਸਮੈਨ ਹੈਗੇ ਹੋ ਤੇ ਤੁਸੀਂ ਇਲੈਕਟੋਰਲ ਪੋਲਿਟਿਕਸ ਆ ਕੇ ਉੱਥੇ ਇਹੋ ਜਿਹੀਆਂ ਪਾਲਿਸੀਜ਼ ਬਣਾਉਂਦੇ ਹੋ ਜਿਹਦੇ ਵਿੱਚ ਤੁਸੀਂ ਕਨਫਲਿਕਟ ਆਫ ਇੰਟਰਸਟ ਹੈ।
ਮੇਰਾ ਅੱਗੇ ਅੱਜ ਦਾ ਜਿਹੜਾ ਤੁਹਾਡਾ ਜਿਹੜਾ ਅੱਜ ਤੁਸੀਂ ਜੋ ਮੈਨੂੰ ਜਿਹੜਾ ਮੈਨੂੰ ਟੌਪਿਕ ਆਫ ਡਿਬੇਟ ਦਿੱਤਾ ਸੀਗਾ ਉਹਦੇ ਤੇ ਜਦੋਂ ਮੈਂ ਚੀਜ਼ ਇਹ ਸਮਝੀ ਨਵਜੋਤ ਸਿੰਘ ਸਿੱਧੂ ਆਫਿਸ ਆਫ ਪ੍ਰੋਫਿਟ ਸੀ ਜਾਂ ਨਹੀਂ ਸੀ? ਕੁਐਸਚਨ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਇੱਕ ਸ਼ੋਅ ਵੀ ਕਰਦੇ ਸੀ, ਤੁਹਾਡੀ ਪਾਰਟੀ ਦੇ ਮੰਤਰੀ ਵੀ ਸੀ ਤੇ ਇੱਕ ਸ਼ੋਅ ਵੀ ਕਰ ਰਹੇ ਸੀ, ਕੀ ਸੀਗਾ ਉਸ ਤੇ ਹਾਈ ਕੋਰਟ ਚ ਗਈ ਸੀ ਗੱਲ? ਉਹ ਸਰ ਉਹ ਆਫਿਸ ਆਫ ਪ੍ਰੋਫਿਟ ਨੇ ਹਾਈ ਕੋਰਟ ਗਈ ਸੀ ਤਾਂ ਬਾਅਦ ਵਿੱਚ ਫੈਸਲਾ ਹੋਇਆ ਸੀ ਸਰ, ਹਾਈ ਕੋਰਟ ਨੇ, ਮੈਂ ਤਾਂ ਕਹਿ ਰਿਹਾਗਾ ਨਹੀਂ ਉਹ ਡਿਫਾਈਨ ਹੋ ਗਿਆ ਉਹੀ ਗੱਲ ਆ ਨਾ ਸਰ, ਉਹ ਆਫਿਸ ਰਮਨ ਜੀ ਤੁਸੀਂ ਬਿਲਕੁਲ ਬਹਿਸ ਗਲਤ ਕਰ ਰਹੇ ਹੋ। ਮੈਂ ਇੱਕ ਸਵਾਲ ਬਿਲਕੁਲ ਯਾਦਵਿੰਦਰ ਜੀ ਬਿਲਕੁਲ ਗਲਤ ਪਾਸੇ ਤੁਸੀਂ ਡਿਬੇਟ ਲੈ ਕੇ ਜਾ ਰਹੇ ਹੋ। ਮੈਨੂੰ ਸਵਾਲ ਲੈ ਲਓ ਤੁਸੀਂ, ਜ਼ਿਆਦਾ ਇੰਟਰਸਟਿੰਗ ਲੋਕਾਂ ਨੂੰ ਸਮਝ ਆ ਜੂ ਕਹਾਣੀ, ਕਿਉਂਕਿ ਆਪਾਂ ਕੋਈ ਸੈਮੀਨਾਰ ਨਹੀਂ ਹੈਗਾ, ਆਪਾਂ ਡਿਬੇਟ ਕਰ ਰਹੇ ਹਾਂ, ਆਪਾਂ ਚਰਚਾ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਐਂਗਲ ਕੀ ਨੇ, ਆਫਿਸ ਆਫ ਪ੍ਰੋਫਿਟ ਕਿੱਥੇ ਆ ਪੰਜਾਬ 'ਚ, ਕਨਫਲਿਕਟ ਆਫ ਇੰਟਰਸਟ ਕਿੱਥੇ ਸੀ, ਹਾਈ ਕੋਰਟ 'ਚ ਕੇਸ ਗਿਆ ਸੀ, ਤੁਹਾਡੇ ਯਾਦ ਹੋਊ ਜਦੋਂ ਬੱਸਾਂ ਦਾ ਮਾਮਲਾ ਅਕਾਲੀ ਦਲ ਦੀ ਸਰਕਾਰ ਵੇਲੇ ਉਹਦਾ ਕਨਫਲਿਕਟ ਆਫ ਇੰਟਰਸਟ ਦੀ ਗੱਲ ਆਈ ਸੀ ਕਿ ਅਕਾਲੀ ਦਲ ਦੀ ਸਰਕਾਰ 'ਚ ਹੋ ਰਿਹਾ, ਤੁਹਾਡੀ ਸਰਕਾਰ 'ਚ ਆਫਿਸ ਆਫ ਪ੍ਰੋਫਿਟ ਦਾ ਇੱਕ ਮਾਮਲਾ ਨਹੀਂ, ਮੈਂ ਹੋਰ ਵੀ ਗਿਣਾ ਦੂੰ। ਮੈਂ ਸਰ ਇਹ ਕਹਿ ਰਿਹਾ ਰਮਨ ਜੀ, ਮੈਂ ਸਿਰਫ ਇਹ ਕਹਿ ਰਿਹਾਗਾ ਥਿਊਰਾਈਜ਼ ਕਰਨਾ ਚੀਜ਼ਾਂ ਨੂੰ, ਬਿਲਕੁਲ ਠੀਕ ਆ ਤੁਹਾਡੀ ਗੱਲ, ਥਿਊਰੀ ਬੜੀ ਇੰਪੋਰਟੈਂਟ ਆ ਔਰ ਦੁਨੀਆ ਥਿਊਰੀ ਨਾਲ ਚੱਲਦੀ ਰਹੀ ਹੈ, ਡੈਮੋਕ੍ਰੇਸੀ ਦੇ ਮਾਡਲ ਥਿਊਰੀ ਨਾਲ ਹੀ ਚੱਲਦੇ ਨੇ। ਮੇਰਾ ਇੱਕ ਸਿੱਧਾ ਕਹਿਣਾ ਇਹ ਹੈਗਾ, ਜਾਂ ਅਸੀਂ ਇਹ ਮੰਨਦੇ ਹਾਂ ਜਿਹੜੀ ਅਸੀਂ ਡਿਬੇਟ ਰੱਖੀ ਹੈ ਕਿ ਕਿਉਂ ਐ ਆ ਜਿਹੜੇ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਆ ਉਹਦੇ ਬਾਵਜੂਦ ਉਹ ਆਫਿਸ ਆਫ ਪ੍ਰੋਫਿਟ 'ਚ ਵੀ ਨੇ, ਉਹ ਕਨਫਲਿਕਟ ਆਫ ਇੰਟਰਸਟ ਬਹੁਤ ਸਾਰੀਆਂ ਉਦਾਹਰਨਾਂ ਇੰਡੀਅਨ ਪੋਲਿਟਿਕਸ ਦੇ ਅੰਦਰ ਤੁਹਾਨੂੰ ਮੈਂ ਦੇ ਦੂੰਗਾ, ਕਾਂਗਰਸ ਬੀਜੇਪੀ ਕੱਲ ਸਾਰਿਆਂ ਦੇ ਅੰਦਰ। ਤੇ ਕਿਉਂ ਐ ਆਗਾ ਰਮਨ ਜੀ ਕਿ ਹੁਣ ਜਦੋਂ ਕ੍ਰਾਈਸਿਸ ਸੀਗਾ ਉਹਦੇ ਤੇ ਬਹੁਤ ਸੈਂਸਿਟਿਵਲੀ ਸੋਚਣ ਦੀ ਲੋੜ ਸੀ, ਜੇ ਅਸੀਂ ਬਹੁਤ ਜ਼ਿਆਦਾ ਥਿਊਰਾਈਜ਼ ਹੋ ਜਾਾਂਗੇ, ਬਹੁਤ ਜ਼ਿਆਦਾ ਥਿਊਰਾਈਜੇਸ਼ਨ ਕਰਕੇ ਸੋਚਣ ਲੱਗ ਜਾਾਂਗੇ, ਫਿਰ ਤਾਂ ਲੋਕਾਂ ਦੇ ਪੱਧਰ ਦੇ ਉੱਤੇ ਵੀ ਬਹੁਤ ਵੱਡੇ ਸਵਾਲ ਉੱਠਣਗੇ, ਜਿਹੜੇ ਸਰਕਾਰਾਂ ਨੇ ਕੱਟ ਲਾਏ ਨੇ, ਜਿਹੜੇ ਪ੍ਰਾਈਵੇਟ ਪਲੇਅਰਾਂ ਨੇ ਕੱਟ ਲਾਏ ਨੇ, ਉਹਨਾਂ ਦੇ ਉੱਤੇ ਵੀ ਸਰਕਾਰਾਂ ਨੂੰ ਜਵਾਬ ਦੇਣਾ ਪਊਗਾ, ਕਿਉਂਕਿ ਵੈਲਫੇਅਰ ਸਟੇਟ ਕਹਾਉਂਦੀ ਹੈ ਸਟੇਟ। ਰਮਨ ਜੀ ਕੁਐਸਚਨ ਖਤਮ ਕਰੋ ਸਰ, ਸਰ ਵੈਰੀ ਇੰਪੋਰਟੈਂਟ ਕਰਤਾ ਸਰ ਕੁਐਸਚਨ ਪੁੱਟਾ ਕਿ ਇਹ ਪੈਂਡੈਮਿਕ ਦਾ ਜਿਹੜਾ ਕ੍ਰਾਈਸਿਸ, ਇਹ ਪੈਂਡੈਮਿਕ ਜਿਹੜਾ ਵਾ ਇਹ ਲਗਭਗ 100 ਸਾਲਾਂ ਬਾਅਦ ਆਇਆ ਵਾ, ਤੇ ਉਹ 100 ਸਾਲਾਂ ਦੇ ਵਿੱਚ ਜਿਹੜੀ ਹੈਗੀ ਹੈ ਡੈਮੋਕ੍ਰੇਸੀ ਦੇ ਮੇਰੀਆਂ ਕਦਰਾਂ ਕੀਮਤਾਂ ਤੇ ਇੰਸਟੀਟਿਊਸ਼ਨਸ ਇਵੋਲਵ ਹੋ ਕੇ ਬੜੀ, ਇਹ 1918 ਚ ਆਇਆ ਸੀਗਾ ਤੇ ਹੁਣ 2020 ਹੈ ਸਰ। ਸੋ ਅਸੀਂ ਉਹਦਾ ਕੋਈ ਅੱਜ ਦੇ ਪੈਂਡੈਮਿਕ ਦਾ ਕੋਈ ਤੁਸੀਂ ਰੈਫਰੈਂਸ ਪੁਆਇੰਟ ਨਹੀਂ ਰਹਿ ਸਕਦੇ। ਅੱਜ ਦੇ ਡੇਟ ਦੇ ਵਿੱਚ ਜਿਹੜੀ ਸੋਸਾਇਟੀ ਦੇ ਵਿੱਚ ਇਕਨੋਮਿਕ ਹਾਰਡਸ਼ਿਪ ਆਈ ਹੈ, ਚਾਹੇ ਉਹਦੇ ਵਿੱਚ ਹਿਊਮਨ ਡਿਸਟ੍ਰੈਸ ਆਈ ਹੈ, ਚਾਹੇ ਉਹਦੇ ਚ ਸਾਰੇ ਇੰਸਟੀਟਿਊਸ਼ਨਸ ਦਾ ਫੇਲਿਅਰ ਹੈ, ਹੱਲੇ ਇਸ ਟ੍ਰੈਜੇਡੀ ਨੂੰ ਕੋਪ ਅਪ ਕਰਨਾ, ਇਸ ਟ੍ਰੈਜੇਡੀ ਨੂੰ ਸਮਝਣ ਦੇ ਵਿੱਚ ਮੈਂ ਸਮਝਦਾ ਮੈਂ ਵੀ ਪੋਲੀਟੀਕਲ ਕਲਾਸ ਅਸਮਰਥ ਹੈ। ਇਸ ਪੋਲੀਟੀਕਲ ਕਲਾਸ ਨੂੰ ਹਲੇ ਸਮਝ ਹੀ ਨਹੀਂ ਹੈ ਕਿ ਵੀ ਇਹ ਪ੍ਰੋਬਲਮ ਕੀ ਹੈਗੀ ਹੈ। ਇਸ ਕਰਕੇ ਇਹ ਜਿਹੜੀ ਨਾ ਸਮਝੀ ਹੈ, ਇਹਦੇ ਕਰਕੇ ਸਾਡੇ ਜਿਹੜੇ ਰਿਐਕਸ਼ਨਸ ਹੈਗੇ ਆ ਉਹ ਬਚਕਾਨੇ ਆ। ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ, ਮੋਰਲ ਕੁਐਸਚਨ ਹੈ, ਡਿਬੇਟ ਹੋਰ ਪਾਸੇ ਚਲੀ ਜਾਊਗੀ। ਗਲਤ ਹੈ ਕਿ ਪੋਲੀਟੀਕਲ ਕਲਾਸ ਨੂੰ ਇਹ ਸਮਝਤਾ ਹੁੰਦਾ ਹੈ ਕਿ ਸੈਕਰੀਫਾਈਸ ਕਰ ਦੋ ਤਨਖਾਹਾਂ ਭੱਤੇ ਪੈਨਸ਼ਨਾਂ, ਸਰ ਇਹ ਤਾਂ ਸੌਖੀ ਜੀ ਗੱਲ ਹੈ, ਸਵਾਦ ਨਹੀਂ ਲੈਂਦੇ, ਇਹ ਤਾਂ ਕੋਈ ਬਹੁਤ ਜ਼ਿਆਦਾ ਫਿਲਾਸਫੀ ਦੀ ਗੱਲ ਨਹੀਂ ਹੈ, ਇਹ ਤਾਂ ਕੋਈ ਇਹੋ ਜਿਹੀ ਫਿਲਾਸਫੀ ਨਹੀਂ ਹੈ ਜਿਹੜੀ ਸਮਝ ਨਹੀਂ ਆਉਂਦੀ। ਸਭ ਮੇਰੀ ਨਹੀਂ ਸਰ, ਤੁਸੀਂ ਗੱਲ ਤਾਂ ਪੂਰੀ ਸੁਣਿਆ ਕਰੋ ਸਰ, ਵਿੱਚ ਨਾ ਜੰਪ ਕਰੋ। ਮੈਂ ਇੱਕ ਵਾਰੀ ਮੇਰਾ ਸਾਰਾ ਥਾਟ ਪ੍ਰੋਸੈਸ ਖਤਮ ਹੋ ਜਾਂਦਾ ਹੈ, ਮੈਂ ਜਿੱਥੇ ਬੰਦ ਕਰ ਦਿਆਂ ਉੱਥੇ ਮੈਨੂੰ ਕਹਿ ਦੇਣਾ, ਉਸ ਤੋਂ ਬਾਅਦ ਮੈਨੂੰ ਟਾਈਮ ਮਤ ਦੇਣਾ। ਬੇਸ਼ੱਕ ਮੇਰੀ ਬੇਨਤੀ ਸਿਰਫ ਹੈ ਵੀ ਅੱਜ ਇਹ ਗੱਲ ਬਿਲਕੁਲ ਠੀਕ ਹੈ ਵੀ ਅੱਜ ਦੀ ਡੇਟ ਦੇ ਵਿੱਚ ਕੀ ਇਸ ਪੋਲੀਟੀਕਲ ਕਲਾਸ ਨੂੰ ਰੈਮੂਨਰੇਸ਼ਨ ਲੈਣੀ ਚਾਹੀਦੀ ਹੈ, ਕੀ ਇਹਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਜਿਹੜੀ ਇਹਨਾਂ ਦੇ ਮੈਂਡੇਟਡ ਪਰਕਸ ਜਿਹੜੇ ਸੀ ਪ੍ਰੀ ਕੋਵਿਡ ਟਾਈਮ ਦੇ ਉਹਨਾਂ ਨੂੰ ਕੰਟੀਨਿਊ ਕਰਨੇ ਚਾਹੀਦੇ ਆ, ਕੀ ਉਹਦਾ ਦੇ ਵਿੱਚ ਜਿਹੜੀ ਸੋਸ਼ੀਓ ਇਕਨੋਮਿਕ ਐਂਡ ਪੋਲੀਟੀਕਲ ਕਲਾਸ ਇਹਨਾਂ ਦੀ ਜਿਹੜੀ ਇਕਨੋਮਿਕ ਜਿਹੜੀ ਕੈਪੈਸਿਟੀਜ਼ ਇਸ ਪਬਲਿਕ ਸਰਵੈਂਟ ਦੀ ਬਿਨਾਂ ਰੈਮੂਨਰੇਸ਼ਨ ਸਰਵ ਕਰਨ ਦੀ ਹੈਗੀ ਹੈ। ਇਹ ਬੜੇ ਵਾਈਡਰ ਔਰ ਐਕੈਡੈਮਿਕ ਕੁਐਸਚਨ ਹੈਗੇ ਆ ਜਿਹੜੇ ਕਿ ਪੁੱਛਣ ਦੀ ਲੋੜ ਹੈਗੀ ਆ, ਜਿਸ ਤੇ ਹਲੇ ਕਿ ਮੈਂ ਉਹੀ ਤੁਹਾਨੂੰ ਕੱਲ ਕਿਹਾ ਕਿ ਇਹ ਜਿਹੜੇ ਕੁਐਸਚਨ ਤੁਸੀਂ ਅੱਜ ਰੇਜ਼ ਕੀਤੇ ਆ, ਇਹਦੇ ਲਈ ਇਹ ਸਿਸਟਮ ਇਹ ਇੰਸਟੀਟਿਊਸ਼ਨਸ ਅਨਪ੍ਰੀਪੇਅਰਡ ਨੇ। ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜੇ ਪੋਲੀਟੀਕਲ ਕਲਾਸ ਲਈ ਤੁਸੀਂ ਕਹਿੰਦੇ ਹੋ ਕਿ ਸਵਾਲ ਫਰੇਮ ਕਰਨ ਦੇ ਲਈ, ਰਮਨ ਜੀ ਜੇ ਤੁਸੀਂ ਕਹਿੰਦੇ ਹੋ ਪੋਲੀਟੀਕਲ ਕਲਾਸ ਦੇ ਲਈ ਸਵਾਲ ਫਰੇਮ ਕਰਨ ਦੇ ਲਈ ਡਿਸਕਸ਼ਨ ਹੋਣੀ ਚਾਹੀਦੀ ਹੈ, ਲੋਕਾਂ ਲਈ ਕਿੱਥੇ ਗਈ? ਲੋਕਤੰਤਰ ਡੈਮੋਕ੍ਰੇਸੀ ਸਭ ਤੋਂ ਪਹਿਲਾਂ ਲੋਕਾਂ ਦੇ ਨਾਲ ਹੁੰਦਾ ਹੈ, ਲੋਕਾਂ ਦੇ ਨਾਲ ਆ ਲੋਕਤੰਤਰ, ਬਾਏ ਦਾ ਪੀਪਲ, ਆਫ ਦਾ ਪੀਪਲ। ਫਿਰ ਲੋਕਾਂ ਲਈ ਇਹ ਡਿਸਕਸ਼ਨ ਕਿਉਂ ਨਹੀਂ ਹੁੰਦੀ? ਪੋਲੀਟੀਕਲ ਕਲਾਸ ਲਈ ਕਿਉਂ ਹੋਵੇ? ਲੋਕਾਂ ਲਈ ਕਿਉਂ ਨਹੀਂ ਕੀਤੀ ਡਿਸਕਸ਼ਨ ਪੋਲੀਟੀਕਲ ਕਲਾਸ ਨੇ ਕਿ ਕਿੰਨਾ ਤੇ ਕੀ ਬੋਝ ਲੱਗ ਰਿਹਾ, ਕਿੰਨਾਂ ਦੀਆਂ ਸੈਲਰੀਆਂ ਘਟ ਰਹੀਆਂ ਨੇ, ਕਿੰਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਕਿਵੇਂ ਰੇਲਵੇ ਸਟੇਸ਼ਨਾਂ ਤੇ ਲੋਕ ਮਰ ਰਹੇ ਨੇ? ਉਦੋਂ ਕਿਉਂ ਨਹੀਂ ਡਿਸਕਸ਼ਨ ਹੁੰਦੀ ਸਰ? ਪੋਲੀਟੀਕਲ ਕਲਾਸ ਉਦੋਂ ਡਿਸਕਸ਼ਨ ਕਿਉਂ ਨਹੀਂ ਕਰਦੀ? ਮੈਂ ਤੁਹਾਨੂੰ ਜਦੋਂ ਉਹ ਸਵਾਲ ਜਦੋਂ ਫਰੇਮ ਕੁਲਤਾਰ ਸੰਧਵਾ ਕੋਲ ਚੱਲਦਾ, ਸਰ ਤੁਹਾਡੇ ਕੋਲ ਆ ਗਿਆ ਕਾਫੀ, ਮੈਂ ਕੁਲਤਾਰ ਸੰਧਵਾ ਕੋਲ ਚੱਲਦਾ। ਕੁਲਤਾਰ ਜੀ ਤੁਹਾਡੀ ਪਾਰਟੀ ਤੇ ਸਵਾਲ ਸਿੱਧੇ ਤੌਰ ਤੇ ਰਮਨ ਜੀ ਨੇ ਤਾਂ ਇੱਥੋਂ ਕਹਿ ਕੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਹਾਣੀ ਕੀ ਹੈਗੀ, ਤੁਹਾਨੂੰ ਸਮਝ ਹੀ ਨਹੀਂ ਆ ਰਿਹਾ ਕਹਾਣੀ ਕੀ ਆਮ ਆਦਮੀ ਪਾਰਟੀ ਨੂੰ। ਵਲਟੋਆ ਕਹਿੰਦੇ ਨੇ ਤੁਸੀਂ ਤੇ ਸਭ ਤੋਂ
ਉਹ ਜਿਹੜੇ ਵਾਅਦਾ ਕਰਦੇ ਹੋ ਸਭ ਤੋਂ ਪਹਿਲਾਂ ਮੁੱਕਰਦੇ ਹੋ। ਤੁਹਾਨੂੰ ਕੀ ਲੱਗਦਾ ਤੁਸੀਂ ਵੀ ਉਸੇ ਪੋਲੀਟੀਕਲ ਕਲਾਸ ਸ਼ਾਮਲ ਹੋ ਜਿੱਥੋਂ ਤੁਸੀਂ ਆਪਦੇ ਆਪ ਨੂੰ ਵੱਖ ਕਰਕੇ ਦੇਖਦੇ ਹੋ? ਤੁਸੀਂ ਕਹਿੰਦੇ ਹੋ ਕਿ ਨਹੀਂ ਅਸੀਂ ਇਹਨਾਂ ਵਰਗੇ ਨਹੀਂ ਆ। ਸੰਧਵਾ ਜੀ ਦੇਖੋ ਜੀ, ਅਸੀਂ ਨੁਮਾਇੰਦਗੀ ਕਰਦੇ ਹਾਂ ਪਿੰਡਾਂ ਵਾਲੇ ਲੋਕਾਂ ਦੀ, ਅਸੀਂ ਦੁਕਾਨਦਾਰਾਂ ਦੀ, ਰੇਹੜੀ ਵਾਲਿਆਂ ਦੀ, ਜਿਹੜੇ ਦਸਾਂ ਨੌ ਦੀ ਕਿਰਤ ਕਰਦੇ ਆ। ਉਹਨਾਂ ਦਾ ਸੋਚਣਾ ਇਹੀ ਹੈ ਕਿ ਜਿਹੜੀ ਪੋਲੀਟੀਕਲ ਕਲਾਸ ਹੈ ਉਹ ਆਪਦੇ ਆਪ ਨੂੰ ਇੰਨਾ ਕੁ ਉਹਨਾਂ ਨੇ ਸੰਗਠਿਤ ਕਰ ਲਿਆ, ਇੱਕ ਦੂਜੇ ਨੂੰ ਬਚਾਉਂਦੇ ਆ, ਭਾਵੇਂ ਅਕਾਲੀ ਹੋਣ, ਕਾਂਗਰਸੀ ਹੋਣ, ਬੀਜੇਪੀ ਵਾਲੇ ਹੋਣ, ਜਿਹੜਾ ਵੀ ਹੋਣ, ਕੋਈ 2000 ਬੰਦਾ ਹੈ ਸਾਰੇ ਦੇਸ਼ ਦੇ ਵਿੱਚ, ਉਹ ਇੱਕ ਦੂਜੇ ਨੂੰ ਬਚਾਉਂਦੇ ਆਏ ਆ। ਜਦੋਂ ਅਕਾਲੀ ਦਾ ਰੌਲਾ ਪਾਉਂਦਾ ਵੀ ਬੀਜ ਘਟਾਲੇ ਦਾ ਤੁਸੀਂ ਕੱਢੋ, ਤੇ ਕਾਂਗਰਸੀ ਮੰਤਰੀ ਕਹਿੰਦੇ ਵੀ ਸਾਡੇ ਕੋਲ ਥੋੜੀਆਂ ਫਾਈਲਾਂ ਪਈਆਂ, ਵੀ ਫਾਈਲਾਂ ਪਈਆਂ ਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇੱਕ ਦੂਜੇ ਨੂੰ ਬਚਾ ਰਹੇ ਆ। ਸੋ ਗੱਲ ਹੋਈ ਸੀ ਪਰਕਸ ਦੀ ਗੱਲ। ਜਿਹੜਾ ਇੱਕ ਪੋਲੀਟੀਸ਼ੀਅਨ ਆ, ਪੋਲੀਟੀਸ਼ੀਅਨ ਮੇਰਾ ਖਿਆਲ ਹੈ ਵੀ ਜਿਹੜਾ ਬੰਦਾ ਦਸਾਂ ਨੌ ਦੀ ਕਿਰਤ ਕਰਦਾ ਔਰ ਪੋਲੀਟੀਸ਼ੀਅਨ ਆ, ਔਰ ਉਹਦੀ ਜਿੰਨੀ ਵੀ ਤਨਖਾਹ ਹੁੰਦੀ ਆ ਉਹ ਆਪਦੇ ਕੋਲੋਂ ਗਰੀਬਾਂ ਨੂੰ ਜਾਂ ਤਾਂ ਰਾਸ਼ਨ ਲੈ ਕੇ ਦਿੰਦਾ ਜਾਂ ਉਹਨੂੰ ਦਵਾਈ ਦਿੰਦਾ। ਪੈਂਡੇਮਿਕ ਦੀ ਗੱਲ ਨਹੀਂ ਹੈ, ਉਸ ਤੋਂ ਪਹਿਲਾਂ ਵੀ ਅਸੀਂ ਤਾਂ ਜਦੋਂ ਵਿਧਾਨ ਸਭਾ 'ਚ ਆਏ ਨਹੀਂ ਸੀ 10-12 ਸਾਲ ਤੋਂ ਅਸੀਂ ਲੋਕਾਂ ਨੂੰ ਦਵਾਈਆਂ ਦੇ ਕੇ ਮੇਰਾ ਸਿੱਧਾ ਸਵਾਲ ਆ ਆਪਾਂ ਇੰਨੇ ਨਾ ਜਾਈਏ, ਕੁਲਤਾਰ ਦੀ ਸਾਰੀਆਂ ਗੱਲਾਂ ਘੁਮਾ ਕੇ ਕਰ ਰਹੇ ਆ ਸਾਰੀ ਪੋਲੀਟੀਕਲ ਕਲਾਸ। ਮੇਰਾ ਸਿੱਧਾ ਸਵਾਲ ਆ ਤੁਹਾਨੂੰ, ਤੁਸੀਂ ਦੱਸੋ ਕਿੰਨੀ ਸੈਲਰੀ ਕੱਟੀ ਜਾਣੀ ਚਾਹੀਦੀ ਐਮਐਲਏਜ਼ ਦੀ? ਪੰਜਾਬ ਦੇ ਐਮਐਲਏ ਦੀ ਸੈਲਰੀ ਕਿੰਨੀ ਕੱਟੀ ਜਾਣੀ ਚਾਹੀਦੀ ਹੈ ਦੱਸੋ ਤੁਸੀਂ? ਲੋਕ ਸਭਾ ਨੇ 30% ਕੱਟੀ ਆ, ਤੁਹਾਡੀ ਕਿੰਨੀ ਕੱਟੀ ਜਾਣੀ ਚਾਹੀਦੀ ਹੈ? ਤੁਸੀਂ ਵੀ ਸ਼ਾਮਲ ਉਹਦੇ 'ਚ, ਕਿੰਨੀ ਕੱਟੀ ਜਾਵੇ ਤਾਂ ਕਿ ਲੋਕਾਂ ਦੇ ਹਿੱਸੇ ਕੁਝ ਚਲਾ ਜਾਵੇ? 50% ਕੱਟ ਸਕਦੇ ਆ? ਕੀ ਇਹ ਸਹਿਮਤੀ ਬਣ ਸਕਦੀ ਹੈ? ਮੇਰੀ ਗੱਲ ਸੁਣੋ, ਕਿਸੇ ਵੀ ਐਮਐਲਏ, ਕਿਸੇ ਵੀ ਐਮਪੀ ਦੀ ਨਾ ਤਾਂ ਉਹਦੇ ਜਿਹੜਾ ਲੋਕਲ ਏਰੀਆ ਡਿਵੈਲਪਮੈਂਟ ਫੰਡ ਆ ਨਾ ਉਹ ਕੱਟਿਆ ਜਾਵੇ, ਨਾ ਸੈਲਰੀ ਕੱਟੀ ਜਾਵੇ। ਹਾਂ, ਐਮਐਲਏ ਐਮਪੀਜ਼ ਨੂੰ ਅੱਗੇ ਆ ਕੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਹੁਣ 20 ਲੱਖ ਇਹਨਾਂ ਨੇ ਲੋਕਲ ਏਰੀਆ ਡਿਵੈਲਪਮੈਂਟ ਫੰਡ ਕੱਟਤਾ, ਸਾਰਾ 10-10 ਕਰੋੜ ਜਿਹੜਾ ਆਉਣਾ ਸੀਗਾ। 20 ਲੱਖ ਕਰੋੜ ਦਾ ਪੈਕੇਜ ਦਿੱਤਾ ਕਿਹਨਾਂ ਨੂੰ? ਜਿਹੜੇ ਪਹਿਲਾਂ ਹੀ ਰੱਜੇ ਹੋਏ ਨੇ ਫੈਕਟਰੀਆਂ ਵਾਲੇ। ਮੇਰਾ ਸਵਾਲ ਸਿੱਧਾ ਇਹ ਆ ਕੁਲਤਾਰ ਸੰਧਵਾ ਜੀ, ਮੇਰਾ ਸਵਾਲ ਸਿੱਧਾ ਇਹ ਆ, ਤੁਹਾਡੀ ਪਾਰਟੀ ਤੇ ਗਰੀਬਾਂ ਦੀ ਸਭ ਤੋਂ ਵੱਡੀ ਹਮਦਰਦ ਕਹਾਉਂਦੀ ਹੈ, ਗਰੀਬਾਂ ਦੇ ਮਸੀਹਾ ਕਹਾਉਂਦੇ ਹੋ ਤੁਸੀਂ। ਮੇਰਾ ਸਵਾਲ ਇਹ ਕਿ ਜਦੋਂ ਗਰੀਬਾਂ ਚੋਂ ਸਭ ਤੋਂ ਗਰੀਬਾਂ ਤੇ ਮਾਰ ਪੈ ਰਹੀ ਹੈ, ਕੁਲਤਾਰ, ਜਦੋਂ ਗਰੀਬਾਂ ਚੋਂ ਸਭ ਤੋਂ ਗਰੀਬਾਂ ਤੇ ਮਾਰ ਪੈ ਰਹੀ ਹੈ, ਤੁਸੀਂ ਕੀ ਕਹੋਗੇ ਕਿ ਕਿੰਨੀ ਸੈਲਰੀ ਜਦੋਂ ਬਾਕੀਆਂ ਦੀਆਂ ਕੱਟੀਆਂ ਜਾ ਰਹੀਆਂ, ਤੁਹਾਨੂੰ ਗਰੀਬ ਤੋਂ ਗਰੀਬ ਬੰਦੇ ਦੀ ਸੈਲਰੀ ਕੱਟੀ ਗਈ ਹੈ, ਗਰੀਬ ਤੋਂ ਗਰੀਬ ਬੰਦੇ ਤੁਹਾਡੀ ਕੱਟੀ ਜਾਓ, ਕੀ ਹੋ ਜਾਊਗਾ? ਬਿਲਕੁਲ ਜੀ, ਐਮਐਲਏ ਦੀ ਸਾਰੀ ਸੈਲਰੀ ਭਾਵੇਂ ਬੰਦ ਕਰਤੀ ਜਾਵੇ, ਪਰ ਉਹਨੂੰ ਡਿਸਕ੍ਰਿਸ਼ਨਰੀ ਫੰਡ ਦਿੱਤਾ ਜਾਵੇ ਕਿ ਉਹ ਕਿਸੇ ਗਰੀਬ ਨੂੰ ਜਾ ਕੇ ਕਿਸੇ ਦੇ ਵਿਆਹ ਤੇ ਉਹਦੇ ਪੈਸੇ ਦੇਵੇ, ਉਹਦੀ ਕੁੜੀ ਵਾਸਤੇ, ਕਿਸੇ ਦੇ ਸੰਸਕਾਰ ਵਾਸਤੇ ਲੱਕੜਾਂ ਲੈ ਕੇ ਦੇਵੇ। ਉਹ ਆ ਤਾਂ ਕੁਝ ਹੈ ਹੀ ਨਹੀਂ ਸਾਡੇ ਕੋਲੇ। ਹੁਣ ਜਿਹੜੀ ਸਾਡੇ ਕੋਲ ਸੈਲਰੀ ਹੁੰਦੀ ਅਸੀਂ ਉਹਦੇ ਵਰਤਦੇ ਆ, ਅਸੀਂ ਦਵਾਈਆਂ ਲੈ ਕੇ ਦਿੰਦੇ ਆ। ਕੱਲ ਹੀ ਮੈਂ ਇੱਕ ਦਾ ਟੈਸਟ ਕਰਵਾਇਆ। ਸੋ ਇਹ ਸੈਲਰੀ ਭਾਵੇਂ ਬਿਲਕੁਲ ਨਾ ਹੋਵੇ, ਲੇਕਿਨ ਡਿਸਕ੍ਰਿਸ਼ਨਰੀ ਫੰਡ ਹੋਣਾ ਚਾਹੀਦਾ। ਲੋਕ ਦੇਖਦੇ ਆ ਐਮਐਲਏ ਵੱਲ ਕਿ ਉਹ ਅਸੀਂ ਮੁਸੀਬਤ 'ਚ ਫਸ ਗਏ ਆ, ਸਾਡੇ ਕੋਲ ਦਵਾਈ ਲੈਣ ਲਈ ਪੈਸੇ ਨਹੀਂ, ਸਾਨੂੰ ਪੈਸੇ ਦੇਵੇ। ਸੋ ਅਸਲ ਗੱਲ ਇਹ ਆ, ਐਮਐਲਏ ਹੋਵੇ, ਐਮਪੀ ਹੋਵੇ, ਕੋਈ ਵੀ ਪੋਲੀਟੀਸ਼ੀਅਨ ਹੋਵੇ, ਉਹਦੇ ਉੱਤੇ ਇਸ ਤਰ੍ਹਾਂ ਦਾ ਕਾਨੂੰਨ, ਹਾਰਡ ਕਾਨੂੰਨ ਬਣਨਾ ਚਾਹੀਦਾ ਵੀ ਜੇ ਕੋਈ ਘਟਾਲਾ ਕਰਦਾ, ਕੋਈ ਗਲਤ ਕੰਮ ਕਰਦਾ, 6 ਮਹੀਨੇ ਵਿੱਚ ਉਹਦਾ ਫੈਸਲਾ ਹੋਵੇ। ਗਲਤ ਗੱਲ ਵਾਲੀ ਗੱਲ ਤਾਂ ਬਾਅਦ ਚੋਂ ਆ, ਇੰਨੇ ਤੁਸੀਂ ਵੀ ਡਿਬੇਟ ਨੂੰ ਜਰਨਲਾਈਜ਼ ਨਾ ਕਰੋ ਸਰ। ਸਪੈਸੀਫਿਕ ਸਵਾਲ ਮੈਂ ਰਮਨ ਜੀ ਨੂੰ ਕਰ ਰਿਹਾ, ਸਪੈਸੀਫਿਕ ਹੀ ਤੁਹਾਨੂੰ ਕਰ ਰਿਹਾ। ਤੁਹਾਡੀ ਪਾਰਟੀ ਸੈਕਰੀਫਾਈ ਕਰਨ ਨੂੰ ਤਿਆਰ ਹੈ ਜਾਂ ਨਹੀਂ ਕਰਨਾ? ਕੋਈ ਪੰਜੀ ਸੈਕਰੀਫਾਈਸ ਕਰੋਗੇ ਜਾਂ ਗੱਲਾਂ ਮਾਰੋਗੇ ਸੰਧਵਾ ਜੀ? ਨਹੀਂ, ਮੈਂ ਬਿਲਕੁਲ ਤਿਆਰ ਆ, ਪਰ ਨਾਲ ਇਹ ਡਿਸਕ੍ਰਿਸ਼ਨਰੀ ਫੰਡ ਚਾਹੀਦਾ। ਅਸੀਂ ਤਨਖਾਹ ਵੀ ਬੰਦ ਕਰ ਦਈਏ ਆਪਦੀ। ਕਿੰਨੇ ਪਰਸੈਂਟ ਆਪਾਂ ਕਹੀਏ ਕਿੰਨੀ ਤਨਖਾਹ, ਜੇ ਆਪਾਂ ਇੱਕ ਤਰੀਕੇ ਨਾਲ ਕਹਿਣਾ ਹੋਵੇ, ਜਦੋਂ ਦੁਨੀਆ ਭਰ ਦੀਆਂ ਕੱਟੀਆਂ ਜਾ ਰਹੀਆਂ ਨੇ, ਐਮਐਲਏ ਦੀ ਕਿੰਨੀ ਤਨਖਾਹ ਕੱਟੀ ਜਾਵੇ, ਕਿੰਨੇ ਪਰਸੈਂਟ ਇਹ ਦੱਸੋ, ਤਾਂ ਕਿ ਤੁਹਾਡਾ ਸੁਝਾਅ ਅਸੀਂ ਸਪੀਕਰ ਸਾਹਿਬ ਨੂੰ ਭੇਜ ਸਕੀਏ। ਸਾਰੀ ਕੱਟ ਦਿਓ, ਬਿਲਕੁਲ ਕੱਟ ਦੇਣੀ ਚਾਹੀਦੀ ਹੈ। ਮੈਂ ਤਿਆਰ ਹਾਂ ਕਟਾਉਣ ਨੂੰ, ਪਰ ਸਾਡੇ ਕੋਲੇ ਲੋਕਾਂ ਨੂੰ ਦੇਣ ਲਈ ਕੁਝ ਹੋਣਾ ਚਾਹੀਦਾ। ਗਰੀਬ ਲੋਕਾਂ ਨੂੰ, ਜਿਹਨਾਂ ਐਮਐਲਏ ਨੂੰ ਜ਼ਿਆਦਾ ਪਤਾ, ਅਫਸਰ ਜਿਹੜੇ ਏਸੀ ਦਫ਼ਤਰਾਂ 'ਚ ਬੈਠੇ ਆ ਉਹਨਾਂ ਨੂੰ ਕੁਝ ਨਹੀਂ ਪਤਾ। ਅਸੀਂ ਤਿਆਰ ਹਾਂ, ਪਰ ਅਸੀਂ ਦੇਵਾਂਗੇ ਕੀ? ਬਿਲਕੁਲ, ਮੈਂ ਬਿਲਟੋਆ ਜੀ ਕੋਲ ਚੱਲਦਾ ਆ ਗਿਆ, ਸੰਧਵਾ ਜੀ ਤੁਹਾਡੇ ਕੋਲ ਆ ਗਿਆ। ਬਿਲਟੋਆ ਜੀ, ਤੁਹਾਡੀ ਪਾਰਟੀ ਕੀ ਮੰਨਦੀ ਹੈ? ਇਹ ਕਹਿ ਰਹੇ ਸਾਡੇ ਤੇ ਚਾਹੇ ਸਾਰੀ ਕੱਢ ਦੋ, ਪਰ ਜਿਹੜਾ ਆਪਣਾ ਫੰਡ ਹੁੰਦਾ ਜਿਹੜਾ ਸਰਕਾਰ ਦਿੰਦੀ ਹੈ, ਇੱਕ ਸਪੈਸ਼ਲ ਫੰਡ ਦਿੰਦੀ ਹੈਗੀ, ਜਿਹੜਾ ਕੋਟਾ ਹੁੰਦਾ ਹੈਗਾ, ਐਮਪੀਜ਼ ਕੋਲੇ ਵੀ ਹੁੰਦਾ ਹੈ, ਜਿਹੜਾ ਐਮਐਲਏ ਨੂੰ ਵੀ ਇਹ ਕਹਿ ਰਿਹਾ ਜਿਵੇਂ ਦਿੱਲੀ ਦੀ ਸਰਕਾਰ ਦਿੰਦੀ ਹੈ, ਉਹਨਾਂ ਐਮਪੀਜ਼ ਨੂੰ ਵੀ ਦਿੰਦੀ ਹੈ, ਉਹਨਾਂ ਐਮਐਲਏਜ਼ ਨੂੰ ਵੀ ਦਿੰਦੀ ਹੈਗੀ, ਜਿਹੜੇ ਉਹਨਾਂ ਦੀ ਪਾਰਟੀ ਤੋਂ ਨਹੀਂ ਹੁੰਦੇ, ਜਿਹੜੇ ਦੂਜੀ ਪਾਰਟੀ ਤੋਂ ਹੁੰਦੇ। ਬਲਟੋਆ ਜੀ, ਤੁਹਾਨੂੰ ਕੀ ਲੱਗਦਾ ਇਹ ਜਿਹੜੇ ਫੰਡ ਦੀ ਗੱਲ ਕਰ ਰਿਹਾ, ਤੁਹਾਨੂੰ ਲੱਗਦਾ ਉਹ ਫੰਡ ਦੇ ਨਾਲ ਤਨਖਾਹਾਂ 'ਚ ਸਾਰੀਆਂ ਕੱਟੀਆਂ ਜਾਣ? ਅਕਾਲੀ ਦਲ ਤਿਆਰ ਹੈ ਇਸ ਗੱਲ ਦੇ ਲਈ, ਸਾਰੀ ਤਨਖਾਹ ਕੱਟੀ ਜਾਵੇ, ਜਾਂ ਤੁਹਾਨੂੰ ਲੱਗਦਾ ਕੁਝ ਕੱਟੀ ਜਾਵੇ ਜਿਵੇਂ ਐਮਪੀਜ਼ ਦੀ 30% ਕੱਟੀ ਗਈ ਹੈ? ਦੇਖੋ ਯਾਦਵਿੰਦਰ, ਡਿਸਕ੍ਰਿਸ਼ਨਰੀ ਕੋਟੇ ਦੀ ਗੱਲ ਕਹਿ ਰਹੇ ਨੇ ਉਹ ਗੱਲ ਕੀਤੀ ਕਿ ਮੈਂ ਉਹ ਸਮਝ ਗਿਆ ਜੀ। ਇਹ 'ਚ ਕੋਈ ਦੁਰਾਵਾ ਨਹੀਂ ਗਿਆ ਕਿ ਹਰੇਕ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਕੰਟਰੀਬਿਊਟ ਕਰਨਾ ਚਾਹੀਦਾ, ਆਪਦਾ ਹਿੱਸਾ ਪਾਉਣਾ ਚਾਹੀਦਾ ਹੈ।
ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਕੋਈ ਵਿਰਲਾ ਰਾਜਨੀਤਿਕ ਹੋਊਗਾ ਜਿਹਨੇ ਇਸ ਮਹਾਮਾਰੀ ਦੇ ਦੌਰਾਨ ਆਪੋ ਆਪਣੇ ਇਲਾਕੇ 'ਚ ਜਾਂ ਜਿੱਥੇ ਵੀ ਕਿਤੇ ਲੋੜ ਸੀ ਕੰਟਰੀਬਿਊਟ ਨਾ ਕੀਤਾ ਹੋਵੇ, ਆਪਦੇ ਜੋ ਉਹਦੇ ਵਿੱਤੀ ਹਾਲਾਤ ਨੇ ਉਹਨਾਂ 'ਚੋਂ ਕੀਤਾ ਹੈ। ਪਰ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਆ 30% ਦੀ ਗੱਲ ਚੱਲੀ ਸੀ ਕਿ 30% ਦੀ ਕਟੌਤੀ ਲਾ ਲਈ ਜਾਵੇ। ਜੇ 30 ਤੋਂ ਵੱਧ ਵੀ ਲਾਉਣਾ ਚਾਹੁੰਦੇ ਆ, ਜਿੰਨੇ ਵੀ ਲਾਉਣੀ ਚਾਹੁੰਦੀ ਹੈ ਸਰਕਾਰ ਲਾਵੇ, ਉਹ ਫੈਸਲਾ ਲਵੇ, ਅਸੀਂ ਉਹਦੇ ਤੇ ਪੂਰੇ ਉਤਰਾਂਗੇ। ਪਰ ਨਾਲ ਹੀ ਮੈਂ ਬੇਨਤੀ ਕਰੂੰਗਾ ਕਿ ਜਿੰਨੇ ਵੀ ਭਾਈਚਾਰੇ ਨੇ, ਜਿੰਨੇ ਵੀ ਲੋਕ ਤਨਖਾਹ ਲੈਂਦੇ ਨੇ, ਮੈਂ ਤਾਂ ਇੱਥੋਂ ਤੱਕ ਜੇ ਤੁਸੀਂ ਗੁੱਸਾ ਨਾ ਕਰਿਆ ਜੇ, ਮੈਂ ਤਾਂ ਕਹਾਂਗਾ ਕਿ ਪੱਤਰਕਾਰਾਂ ਨੂੰ ਵੀ ਹਿੱਸਾ ਪਾਉਣਾ ਚਾਹੀਦਾ ਹੈ। ਪੱਤਰਕਾਰਾਂ ਨੂੰ ਹੁਣ ਸੁਣਿਆ ਜੀ ਪਾਉਣਾ ਚਾਹੀਦਾ। ਜਿਸ ਤਰ੍ਹਾਂ ਸੰਧਵਾ ਜੀ ਨੇ ਬੜੇ ਨਾ, ਮੈਂ ਤਾਂ ਤੁਹਾਨੂੰ ਬਲਟੋਆ ਜੀ ਵੈਸੇ ਤੁਹਾਨੂੰ ਦੱਸ ਦਈਏ ਕਿ ਪੂਰੀ ਦੁਨੀਆ ਦੇ ਅੰਦਰ ਕੋਈ ਅਦਾਰਾ ਹੈ ਜਾਂ ਨਹੀਂ। ਬਲਟੋਆ ਜੀ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ, ਤੁਹਾਡੀ ਜਾਣਕਾਰੀ ਲਈ ਦੱਸਦਾ, ਪੂਰੀ ਦੁਨੀਆ ਦੇ ਅੰਦਰ ਚਾਹੇ ਉਹ ਮੀਡੀਆ ਦੇ ਅਦਾਰੇ ਨੇ, ਜਿਹੜੇ ਮਰਜ਼ੀ ਅਦਾਰੇ ਨੇ, ਹਰ ਥਾਂ ਦੇ ਉੱਤੇ ਹਰ ਕੋਈ ਵੀ ਪ੍ਰੋਫੈਸ਼ਨ ਆ, ਹਰ ਪ੍ਰੋਫੈਸ਼ਨ ਜੇ ਤੁਸੀਂ ਵੀ ਜਾਣਕਾਰੀ ਲੈ ਲਓਗੇ, ਤੁਹਾਡਾ ਬੇਟਾ ਸ਼ਾਇਦ ਜ਼ਿਆਦਾ ਦੱਸ ਦੇ ਤੁਹਾਨੂੰ, ਹਰ ਦੁਨੀਆ ਦੇ ਹਰ ਪੇਸ਼ੇ 'ਚ ਕੱਟ ਲੱਗ ਰਿਹਾ, ਨੌਕਰੀਆਂ ਜਾ ਰਹੀਆਂ ਨੇ, ਸੈਲਰੀ ਤੇ ਕੱਟ ਲੱਗ ਰਹੇ ਨੇ, ਲੋਕ ਵਿਹਲੇ ਹੋ ਰਹੇ ਨੇ, ਰੁਜ਼ਗਾਰ ਨਹੀਂ ਹੈਗਾ। ਮੇਰੀ ਬੇਨਤੀ ਹੈ ਜੀ, ਨਹੀਂ ਮੈਂ ਤਾਂ ਬੇਨਤੀ ਇਹ ਕੀਤੀ ਹੈ, ਕਟੌਤੀ ਲੱਗ ਰਹੀ ਹੈ, ਇਹ 'ਚ ਕੋਈ ਡਰਾਮਾ ਨਹੀਂ ਹੈ, ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਇਹ ਸੱਚ ਹੈ। ਬੜੇ ਮਾੜੇ ਹਾਲਾਤਾਂ 'ਚੋਂ ਲੰਘ ਰਹੇ ਹੈ। ਪਰ ਸੰਧਵਾ ਜੀ ਨੇ ਥੋੜੀ ਜਿਹੀ ਗੱਲ ਕਰਦਿਆਂ ਗੱਲ ਦਬਵੀਂ ਕੀਤੀ ਕਿ ਰਾਜਨੀਤਿਕਾਂ ਦੀਆਂ ਤਨਖਾਹਾਂ ਬਾਰੇ ਤੇ ਰੌਲਾ ਪਾਇਆ ਜਾਂਦਾ ਹੈ। ਕਦੇ ਰਾਜਨੀਤਿਕਾਂ ਦੇ ਖਰਚੇ ਦੇਖੇ ਜੋ ਫੀਲਡ ਦੇ ਵਿੱਚ ਵਿਚਰਦੇ ਨੇ, ਜੋ ਲੋਕਾਂ 'ਚ ਵਿਚਰਦੇ ਨੇ, ਲੋਕਾਂ ਦੇ ਸਮਾਗਮਾਂ ਤੇ ਜਾਂਦੇ ਨੇ, ਜਿਸ ਤਰ੍ਹਾਂ ਦੇ ਉਹਨਾਂ ਦੇ ਖਰਚੇ ਹੈ, ਮੇਰਾ ਖਿਆਲ ਪੱਲਿਓਂ ਦੇ ਕੇ ਛੁੱਟਦੇ ਹੈ। ਰਾਜਨੀਤਿਕ ਵੀ ਜਿਹੜਾ ਸੌਖਾ ਨਹੀਂ ਰਹਿ ਗਿਆ। ਪਰ ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਜਿਹੜੇ ਹਾਲਾਤਾਂ 'ਚੋਂ ਦੇਸ਼ ਲੰਘ ਰਿਹਾ, ਜਿਹੜੇ ਹਾਲਾਤਾਂ 'ਚ ਸੂਬਾ ਲੰਘ ਰਿਹਾ ਹੈ, ਅੱਜ ਲੋੜ ਹੈ ਅੱਗੇ ਹੋ ਕੇ ਸੇਵਾ ਕਰਨ ਦੀ। ਜੋ ਵੀ ਸਰਕਾਰ ਫੈਸਲਾ ਲਵੇ, ਸ਼੍ਰੋਮਣੀ ਅਕਾਲੀ ਦਲ ਪਹਿਲੋਂ ਵੀ ਕਿਹਾ, ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂਆਤ ਕੀਤੀ ਸੀ ਕਿ ਤੁਸੀਂ ਜਿਹੜੀਆਂ ਤਨਖਾਹਾਂ ਦੇ ਉੱਤੇ, ਪੈਨਸ਼ਨਾਂ ਦੇ ਉੱਤੇ ਜਿੰਨੇ ਵੀ ਕਟੌਤੀ ਲਾਉਣਾ ਚਾਹੁੰਦੇ ਜੀ, ਸ਼੍ਰੋਮਣੀ ਅਕਾਲੀ ਦਲ ਉੱਤੇ ਪੂਰਾ ਉਤਰੂਗਾ। ਪਰ ਜਿਹੜੀ ਬਾਰ-ਬਾਰ ਗੱਲ ਕੀਤੀ ਜਾਂਦੀ ਹੈ ਰਾਜਨੀਤਿਕਾਂ ਬਾਰੇ, ਮੈਂ ਕਹਿੰਦਾ ਕਿ ਕੋਈ ਵਿਰਲਾ ਰਾਜਨੀਤਿਕ ਹੋਊਗਾ ਜਿਹਨੇ ਅੱਗੇ ਹੋ ਕੇ ਆ ਪਿਛਲੇ 3 ਮਹੀਨਿਆਂ ਦੇ ਵਿੱਚ ਸੇਵਾ ਨਾ ਕੀਤੀ ਹੋ ਲੋਕਾਂ ਦੀ, ਆਣ ਕੇ ਅੱਗੇ ਹੋ ਕੇ ਲੋਕਾਂ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਰੂਪ 'ਚ ਉਹਨੇ ਹਿੱਸਾ ਪਾਇਆ ਹੈ, ਆਪਦੇ ਕੋਲੋਂ ਪਾਇਆ ਹੈ। ਪਰ ਮੁਲਾਜ਼ਮ ਸੇਵਾ ਨਹੀਂ ਕਰਦੇ। ਮੁਲਾਜ਼ਮ ਵੀ ਦੇਖੋ, ਮੁਲਾਜ਼ਮ ਵੀ ਤਾਂ ਇਸ ਫਰੰਟ ਤੇ ਘੱਟੋ ਘੱਟ ਕਰੋਨਾ ਦੇ ਦੌਰ ਤਾਂ ਬਲਟੋਆ ਜੀ ਮੁਲਾਜ਼ਮ ਵੀ ਸਾਰੀਆਂ ਥਾਵਾਂ ਨੇ, ਤੁਹਾਡੀ ਸਰਕਾਰ ਵੀ ਰਹੀ ਹੈ 10 ਸਾਲ ਹੁਣ ਕਾਂਗਰਸ ਦੀ ਆ, ਉਹ ਵੀ ਵਿਚਾਰੇ ਹਰ ਫਰੰਟ ਦੇ ਉੱਤੇ ਸਾਰੇ ਮੁਲਾਜ਼ਮ ਲਗਭਗ ਕੰਮ ਕਰ ਰਹੇ ਸੀ, ਉਹਨਾਂ ਦੀਆਂ ਤਨਖਾਹਾਂ ਨਹੀਂ ਕੱਟੀਆਂ ਜਾ ਰਹੀਆਂ ਨੇ ਪੂਰੇ ਦੇਸ਼ 'ਚ ਮੁਲਾਜ਼ਮਾਂ ਦੀਆਂ ਤਨਖਾਹਾਂ। ਦੇਖੋ, ਜਿੱਥੇ ਤੱਕ ਮੈਨੂੰ ਪਤਾ ਆ, ਸਰਕਾਰੀ ਮੁਲਾਜ਼ਮ ਦੀ ਨਾ ਤਾਂ ਕਿਸੇ ਦੀ ਨੌਕਰੀ ਕੱਟੀ ਗਈ ਹੈ ਤੇ ਨਾ ਤਨਖਾਹ ਕੱਟੀ ਗਈ ਹੈ। ਕੇਵਲ ਤੇ ਕੇਵਲ ਜਿਹੜੇ ਪ੍ਰਾਈਵੇਟ ਅਦਾਰੇ ਹੈ, ਕਿਉਂਕਿ ਜਿਹੜੇ ਹਾਲਾਤਾਂ 'ਚੋਂ ਸਾਰੇ ਅਦਾਰੇ ਲੰਘ ਰਹੇ ਆ, ਉਹਨਾਂ ਕੋਲੋਂ ਤਨਖਾਹਾਂ ਦੇਣੀਆਂ ਔਖੀਆਂ ਵੀ ਹੋਈਆਂ ਪਈਆਂ ਨੇ, ਬਹੁਤ ਔਖਾ ਹੋਇਆ ਪਿਆ ਆ। ਪਰ ਕੀ MLA ਸਾਹਿਬਾਨ ਦੀਆਂ, MP ਸਾਹਿਬਾਨ ਦੀਆਂ ਤਨਖਾਹਾਂ ਤੇ ਇਹ ਪੈਨਸ਼ਨਾਂ ਦੀ ਕਟੌਤੀ ਕਰਕੇ ਕਿੰਨੇ ਕੁ ਕਰੋੜ ਆਜੂ? ਮੇਰੇ ਖਿਆਲ ਗਿਣਤੀ ਤੇ ਉਂਗਲਾਂ ਤੇ ਗਿਣਨ ਵਾਲੀ ਗੱਲ ਹੈ। ਨਹੀਂ, ਸਵਾਲ ਤੇ ਸਰ ਨੈਤਿਕ ਤੌਰ ਤੇ ਨਹੀਂ ਬਲਟੋਆ ਜੀ, ਸਵਾਲ ਪੈਸੇ ਦਾ ਨਹੀਂ ਹੁੰਦਾ ਇਕੱਲਾ। ਸਵਾਲ ਇਹ ਕਿ ਪੋਲੀਟੀਕਲ ਕਲਾਸ ਦਾ ਇਹ ਦਾਵਾ ਕਿ ਅਸੀਂ ਦੇਸ਼ ਦੀ ਅਗਵਾਈ ਕਰਦੇ ਹਾਂ, ਅਸੀਂ ਦੇਸ਼ ਨੂੰ ਦਿਸ਼ਾ ਦੇਣ ਵਾਲੇ ਹਾਂ, ਅਸੀਂ ਦੇਸ਼ ਦੇ ਸਭ ਤੋਂ ਸਿਆਣੇ ਲੋਕ ਹਾਂ, ਸਾਨੂੰ ਪਤਾ ਸਮਾਜ ਕਿੱਧਰ ਨੂੰ ਜਾਂਦਾ ਹੈ, ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਨੈਤਿਕ ਤੌਰ ਦੇ ਉੱਤੇ। ਸਵਾਲ ਹੀ ਨਹੀਂ ਕਿ ਕਿੰਨੇ ਆ ਜਾਣਗੇ ਕਿੰਨੇ ਨਹੀਂ ਆ ਜਾਣਗੇ, ਨੈਤਿਕ ਤੌਰ ਤੇ ਇੱਕ ਫਰਜ਼ ਬਣਦਾ ਹੈਗਾ। ਮੇਰੀ ਬੇਨਤੀ ਇੰਨੀ ਕੁ ਹੈ, ਮੇਰੀ ਬੇਨਤੀ ਇੰਨੀ ਕਿ ਲੋਕਾਂ ਦੇ ਵਿੱਚ ਮੀਡੀਆ ਨੇ ਇੰਨੇ ਕੁ ਭੁਲੇਖੇ ਪਾਤੇ ਕਿ ਪਤਾ ਨਹੀਂ ਸਾਰੇ ਪੰਜਾਬ ਨੂੰ ਜਾਂ ਸਾਰੇ ਦੇਸ਼ ਨੂੰ ਪੋਲੀਟੀਕਲ ਲੋਕ ਹੀ ਤਨਖਾਹਾਂ ਦੇ ਰੂਪ 'ਚ, ਪੈਨਸ਼ਨਾਂ ਦੇ ਰੂਪ 'ਚ ਲੁੱਟ ਕੇ ਲਈ ਜਾ ਰਹੇ ਆ। ਕਿਸੇ ਦਿਨ ਇਹਦੀ ਗਿਣਤੀ ਮਿੰਤੀ ਮਾਰ ਕੇ ਇਹਦੇ ਅੰਕੜੇ ਵੀ ਪੇਸ਼ ਕਰ ਦਿਓ। ਜਦੋਂ ਅੰਕੜੇ ਪੇਸ਼ ਕਰੋਗੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਵੀ ਇਹ ਹੈ ਕੀ, ਇਹ ਤਾਂ ਰੌਲਾ ਕਿੰਨਾ ਆ। ਔਰ ਦੂਸਰੀ ਗੱਲ ਜਿਹੜੀ ਰਹਿ ਗਈ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਹਰੇਕ ਨੇ ਕੰਟਰੀਬਿਊਟ ਕੀਤਾ ਆ ਹਾਲਾਤਾਂ ਦੇ ਵਿੱਚ, ਹਰੇਕ ਰਾਜਨੀਤਿਕ ਨੇ ਕੀਤਾ ਹੈ ਔਰ ਕਰਨਾ ਵੀ ਚਾਹੀਦਾ, ਕੋਈ ਆਸਾਨ ਨਹੀਂ। ਹਾਂ, ਜੇ ਰਾਜਨੀਤਿਕਾਂ ਦੀਆਂ ਸਾਰੀਆਂ ਤਨਖਾਹਾਂ ਤੇ ਸਾਰੀਆਂ ਪੈਨਸ਼ਨਾਂ ਕੱਟਿਆਂ ਵੀ ਸਾਡੇ ਜਿਹੜੇ ਵੀਰ ਨੇ, ਜਿਹੜੇ ਪ੍ਰਾਈਵੇਟ ਅਦਾਰਿਆਂ 'ਚ ਸਰਵਿਸ ਕਰਦੇ, ਉਹਨਾਂ ਦੀਆਂ ਨੌਕਰੀਆਂ ਬਚਦੀਆਂ ਤੇ ਸਾਰੀ ਕੱਟ ਲੈਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਤੇ ਇਤਰਾਜ਼ ਕੋਈ ਨਹੀਂ ਗਾ, ਅਸੀਂ ਕਹਿੰਦੇ ਬਚਣੀਆਂ ਚਾਹੀਦੀਆਂ। ਪਰ ਕਿਉਂਕਿ ਜਿਹੜੇ ਹਾਲਾਤਾਂ 'ਚੋਂ ਲੰਘੇ ਨੇ, ਮੇਰਾ ਖਿਆਲ ਹੈ ਕਿ ਹੁਣ ਜਿਹੜਾ ਲਾਕਡਾਊਨ ਟੁੱਟਣ ਕਰਕੇ ਉਹ ਦੁਬਾਰਾ ਸਰਵਾਈਵ ਹੋਊਗਾ, ਹੌਲੀ ਮਾਹੌਲ ਹੋਊਗਾ, ਸਾਰਾ ਹੋਣਾ ਵੀ ਚਾਹੀਦਾ ਹੈ। ਪਰ ਜਿਸ ਤਰ੍ਹਾਂ ਦੀ ਵੀ ਕੰਟਰੀਬਿਊਸ਼ਨ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਅਸੀਂ ਤਾਂ ਆਪ ਦੀ ਗੱਲ ਕਰ ਸਕਦੇ ਹਾਂ, ਆਪਦੀ ਪਾਰਟੀ ਦੀ ਗੱਲ ਕਰ ਸਕਦੇ ਹਾਂ, ਅਸੀਂ ਤਿਆਰ ਹਾਂ। ਔਰ ਜਿਹੜੀ ਇੱਕ ਮੇਰੀ ਬੇਨਤੀ ਜ਼ਰੂਰ ਹੈਗੀ ਆ। ਬਲਟੋਆ ਜੀ ਬੇਨਤੀ ਬਾਅਦ ਚੋਂ ਕਰ ਲਓ, ਸਾਨੂੰ ਇੱਕ ਬ੍ਰੇਕ ਤੇ ਜਾਣਾ ਪੈਣਾ। ਬਲਟੋਆ ਜੀ ਤੁਹਾਡੀ ਗੱਲ ਮੈਂ ਦੁਬਾਰਾ ਲੈਣਾ ਆ ਕੇ, ਰਮਨ ਜੀ, ਬਲਟੋਆ ਜੀ ਔਰ ਸੰਧਵਾ ਜੀ ਜੁੜੇ ਰਹੋ। ਇੱਕ ਬ੍ਰੇਕ ਲਈ ਅਸੀਂ ਰੁਕਦੇ ਹਾਂ, ਛੋਟਾ ਜਿਹਾ ਬ੍ਰੇਕ ਹੈ, ਬ੍ਰੇਕ ਤੋਂ ਬਾਅਦ ਹਾਜ਼ਰ ਹੋਣੇ ਰਮਨ ਜੀ ਕੋਲੇ ਚੱਲਦੇ ਹਾਂ ਕਿ ਰਮਨ ਜੀ ਦੀ ਸਰਕਾਰ ਆਉਣ ਵਾਲੇ ਦਿਨਾਂ 'ਚ ਕੀ ਕਰੇਗੀ ਇਹਨਾਂ ਮਸਲਿਆਂ ਤੇ। ਇੱਕ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਹਾਜ਼ਰ ਹੋਣੇ ਹਾਂ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ। ਮੈਂ ਹਾਂ ਯਾਦਵਿੰਦਰ ਸਿੰਘ। ਚਰਚਾ ਸਾਡੀ ਇਸ ਗੱਲ ਤੇ ਜਾਰੀ ਹੈ ਕਿ ਸਿਆਸੀ ਜਮਾਤ, ਪੋਲੀਟੀਕਲ ਕਲਾਸ ਜਾਂ ਲੀਡਰ ਇਸ ਦੌਰ 'ਚ ਆਪਣੀਆਂ ਸੁੱਖ ਸਹੂਲਤਾਂ, VVIP ਸਹੂਲਤਾਂ, ਪੈਨਸ਼ਨਾਂ, ਭੱਤੇ, ਤਨਖਾਹਾਂ ਕਿਉਂ ਨਹੀਂ ਛੱਡ ਰਹੇ ਜਾਂ ਤਨਖਾਹਾਂ ਕਿਉਂ ਨਹੀਂ ਘਟਾ ਰਹੇ, ਜਦੋਂ ਕਿ ਪੂਰੀ ਦੁਨੀਆ 'ਚ ਲੋਕਾਂ ਦੀਆਂ ਤਨਖਾਹਾਂ ਘਟ ਰਹੀਆਂ ਨੇ, ਪੂਰੀ ਦੁਨੀਆ 'ਚ ਨੌਕਰੀਆਂ ਜਾ ਰਹੀਆਂ ਨੇ। ਲੀਡਰ ਵੈਸੇ ਤਾਂ ਕਹਿੰਦੇ ਨੇ ਕਿ ਅਸੀਂ ਅਗਵਾਈ ਕਰਦੇ ਹਾਂ ਸਮਾਜ ਦੀ, ਅਸੀਂ ਸਮਾਜ ਨੂੰ ਚਲਾਉਂਦੇ ਹਾਂ, ਸਾਨੂੰ ਪਤਾ ਸਮਾਜ ਕੀ ਆ, ਸੋਸ਼ੀਓਲੋਜੀ ਅਸੀਂ ਜਾਣਦੇ ਹਾਂ, ਪਰ ਕਿਉਂ ਲੀਡਰ ਨਹੀਂ ਕਰਦੇ। ਰਵਨੀਤ ਬਿੱਟੂ ਲੁਧਿਆਣਾ ਤੋਂ MP ਨੇ, ਉਹਨਾਂ ਦਾ ਮੈਸੇਜ ਆਇਆ ਕਿ ਸਾਡੀ ਸੈਲਰੀ ਦਾ 56,000 ਰੁਪਇਆ ਕੱਟਿਆ ਗਿਆ। MPਆਂ ਦੀ ਸੈਲਰੀ ਦਾ ਇੱਕ ਫੈਕਟ ਦੇ ਤੌਰ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਧੰਨਵਾਦ ਉਹਨਾਂ ਦਾ। 30% ਅਸੀਂ ਦੱਸ ਹੀ ਰਹੇ ਹਾਂ ਪਹਿਲਾਂ ਕਿ MP ਦੀ ਸੈਲਰੀ ਕੱਟੀ ਗਈ ਹੈ, ਪਰ ਰਵਨੀਤ ਬਿੱਟੂ ਨੇ ਇੱਕ ਪਰਸਨਲੀ ਮੈਸੇਜ ਕੀਤਾ। ਤੇ ਅਸੀਂ ਚਰਚਾ ਸਾਡੀ ਜਾਰੀ ਹੈ। ਸਾਡੇ ਨਾਲ ਜੁੜੇ ਹੋਏ ਨੇ ਵਿਰਸਾ ਸਿੰਘ ਵਲਟੋਹਾ, ਸਾਡੇ ਨਾਲ ਜੁੜੇ ਹੋਏ ਨੇ ਕੁਲਤਾਰ ਸਿੰਘ ਸੰਧਵਾ, ਤੇ ਸਾਡੇ ਨਾਲ ਜੁੜੇ ਹੋਏ ਨੇ ਰਮਨ ਬਾਲਾ ਸੁਬਰਾਮਨੀਅਮ ਤੇ ਸੋਸ਼ਲ ਐਕਟਿਵਿਸਟ ਕਮਲਜੀਤ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸਵਾਲ ਮੈਂ ਸਭ ਤੋਂ ਪਹਿਲਾਂ, ਕੋਈ ਕਮਲਜੀਤ ਲੇਟ ਜੁੜੇ ਨੇ, ਸਭ ਤੋਂ ਪਹਿਲਾ ਸਵਾਲ ਕਮਲਜੀਤ, ਸਿਆਸੀ ਜਮਾਤ ਇਹ ਕਹਿ ਰਹੀ ਹੈ, ਵੱਖ-ਵੱਖ ਤਰ੍ਹਾਂ ਦੀ ਰਾਏ ਹੈ। ਰਮਨ ਬਾਲਾ ਸੁਬਰਾਮਨੀਅਮ ਕਹਿੰਦੇ ਨੇ ਕਿ ਇੱਕ ਲੀਡਰ ਆ ਜਿਹੜਾ ਉਹ ਹੋਰ ਕੁਝ ਨਹੀਂ ਕਰ ਰਿਹਾ ਹੁੰਦਾ। ਕਨਫਲਿਕਟ ਆਫ ਇੰਟਰਸਟ, ਟਰਮਾਂ ਬੜੀਆਂ ਇੰਟਰਸਟਿੰਗ ਹੁੰਦੀਆਂ ਨੇ ਉਹਨਾਂ ਦੀਆਂ। ਕਨਫਲਿਕਟ ਆਫ ਇੰਟਰਸਟ ਦੀ ਗੱਲ ਕਰ ਰਹੇ ਨੇ, ਆਫਿਸ ਆਫ ਪ੍ਰੋਫਿਟ ਦੀ ਗੱਲ ਉਹਨਾਂ ਨੇ ਕੀਤੀ। ਉਹਨਾਂ ਦਾ ਕਹਿਣਾ ਕਿ ਲੀਡਰ ਆ ਜਿਹੜਾ, ਲੀਡਰ ਜਨਤਾ ਦੇ ਲਈ ਕੰਮ ਕਰਦਾ ਤੇ ਉਹਦੀ ਸੈਲਰੀ ਹੋਣੀ ਕੋਈ ਬਹੁਤ ਉਹ ਗੱਲ ਨਹੀਂ ਹੈ। ਪਰ ਦੂਜੇ ਪਾਸੇ ਅਸੀਂ ਸਵਾਲ ਇਹ ਕੀਤਾ ਸੀ ਕਿ ਜੇ ਲੀਡਰਾਂ ਲਈ ਇਸ ਤਰ੍ਹਾਂ ਚੀਜ਼ਾਂ ਫਰੇਮ ਹੋਣੀਆਂ ਚਾਹੀਦੀਆਂ, ਕਹਿੰਦੇ ਡਿਸਕਸ਼ਨ ਹੋਣੀ ਚਾਹੀਦੀ ਹੈ ਚੀਜ਼ਾਂ ਕਿਵੇਂ ਫਰੇਮ ਹੋਣ, ਤਾਂ ਜਨਤਾ ਲਈ ਉਹ ਨੈਰੇਟਿਵ ਕਿਉਂ ਨਹੀਂ, ਜਨਤਾ ਲਈ ਚੀਜ਼ਾਂ ਉਵੇਂ ਫਰੇਮ ਕਿਉਂ ਨਹੀਂ ਹੁੰਦੀਆਂ। ਕਮਲਜੀਤ। ਯਾਦਵਿੰਦਰ, ਇਹ ਬਹੁਤ ਵਧੀਆ ਮੁੱਦਾ ਹੈ ਜਿਹਦੇ ਤੇ ਆਪਾਂ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੀ ਗੱਲ ਇਸ ਵੇਲੇ ਆਪਣੀ ਚੱਲ ਰਹੀ ਹੈ, ਇਹਨੂੰ ਜਨਤਾ ਜਿਹੜੀ ਸੁਣ ਰਹੀ ਹੈ, ਜੇ ਉਹ ਸੁਬਰਾਮਨੀਅਮ ਸਾਹਿਬ ਦੀ ਗੱਲ ਸੁਣੇਗੀ ਤਾਂ ਉਹਨਾਂ ਚੋਂ ਬਹੁਤਾ ਹਿੱਸਾ ਜਿਹੜਾ ਹੈਗਾ ਉਹ ਸਾਫ਼-ਸਾਫ਼ ਕਹੂਗਾ ਕਿ ਇਹ ਗੱਲ ਜਿਹੜੀ ਹੈ ਸ਼ਰੇਆਮ ਜਿਹੜੀ ਹੈ ਇਹ ਜਨਤਾ ਦੀ ਨੌਲੇਜ ਦਾ ਹੀ ਮਜ਼ਾਕ ਉਡਾਇਆ ਜਾ ਰਿਹਾ ਹੈ। ਸਾਰੀ ਜਨਤਾ ਜਾਣਦੀ ਹੈ ਕਿ ਕੋਈ MLA, ਕੋਈ MP ਉਹ ਇਨ ਜਨਰਲ ਕਰੋੜਪਤੀ ਨੇ। ਇਨ ਜਨਰਲ ਕਰੋੜਪਤੀ ਉਹਨਾਂ ਵਾਸਤੇ ਛੋਟੀ ਟਰਮ ਹੋ ਚੁੱਕੀ ਹੈ। ਇਹਨਾਂ ਦੀਆਂ ਤੁਸੀਂ ਜਿਹੜੇ ਐਫੀਡੇਵਿਟ ਫਾਈਲ ਹੁੰਦੇ ਨੇ ਉਹ ਦੇਖੋ, ਸਾਲ ਦਰ ਸਾਲ ਜਿਹੜੇ ਕੰਟੀਨਿਊਸਲੀ ਲੜ ਰਹੇ ਨੇ ਤੇ ਜਿੱਤ ਰਹੇ ਨੇ, ਉਹਨਾਂ ਦੇ ਕੰਜ਼ੈਕਟਿਵ ਐਫੀਡੇਵਿਟਸ ਜਿਹੜੇ ਨੇ ਉਹਨਾਂ ਨੂੰ ਚੱਕ ਕੇ ਕੰਪੇਅਰ ਕਰੋ। ਇਹ ਕਈ 100 ਕਰੋੜ ਦੀਆਂ ਪ੍ਰਾਪਰਟੀਆਂ ਦੇ ਮਾਲਕ ਬਣੇ ਹੋਏ ਨੇ। ਤੇ ਜੇ ਹਲੇ ਉਹ ਕਹਿ ਰਹੇ ਨੇ ਕਿ ਉਹ ਹੋਰ ਕੁਝ ਨਹੀਂ ਕਰਦੇ, ਤਾਂ ਸੱਚ ਇਹ ਹੈ ਕਿ ਉਹਨਾਂ ਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਹੈਗੀ। ਇਸੇ ਕਰਕੇ ਸਿਆਸਤ ਦੇ ਵਿੱਚ ਨੇ ਬਹੁਤ ਸਾਰਾ ਹਿੱਸਾ। ਦੂਜੀ ਜਿਹੜੀ ਚੀਜ਼, ਕਿਉਂਕਿ ਜਿਸ ਲੈਵਲ ਦੀ ਪ੍ਰਾਪਰਟੀ ਇਹਨਾਂ ਲੋਕਾਂ ਨੇ ਬਿਲਡ ਕੀਤੀ ਹੈ, ਜਿਸ ਲੈਵਲ ਦਾ ADR ਦੀ ਰਿਪੋਰਟ ਵੀ ਹੈ ਕਮਲ, ਐਸੋਸੀਏਸ਼ਨ ਫॉर डेमोक्रेटिक राइट ਜਿਹੜੀ ਇਹ ਪੂਰੀ ਰਿਪੋर्ट ਦਿੰਦੀ ਹੈ ਹਰ ਸਾਲ। ADR ਦੀ ਰਿਪੋर्ट ਵੀ ਹੈ। ਜੀ ਜੀ, ADR ਨੇ ਵੀ ਇਹ ਰਿਪੋर्ट ਦਿੱਤੀ ਹੈ। ਹਰ ਸਾਲ ADR ਰਿਪੋर्ट ਦਿੰਦੀ ਹੈ। ਜੀ ਜੀ ਜੀ, ਹਾਂ ਬਿਲਕੁਲ। ਇਹ ਰਿਪੋਰਟਾਂ ਅੰਕੜੇ ਨੇ, ਲੋਕਾਂ ਦੀ, ਆਮ ਲੋਕਾਂ ਨੂੰ ਤਾਂ ਬਿਲਕੁਲ ਸਾਹਮਣੇ ਦਿਸ ਰਿਹਾ ਹੁੰਦਾ ਨਾ ਵੀ ਇਹਨਾਂ ਦਾ ਲਾਈਫ ਸਟਾਈਲ ਕੀ ਹੈ, ਇਹਨਾਂ ਦੇ ਬੱਚੇ ਕਿੱਥੇ ਰਹਿੰਦੇ ਨੇ, ਕਿੱਥੇ ਪੜ੍ਹਦੇ ਨੇ, ਇਹਨਾਂ ਦੇ ਜਿਹੜੇ ਖਰਚੇ ਕਿੰਨੇ ਨੇ, ਇਹਨਾਂ ਦੇ ਵਿਆਹਾਂ ਦੇ ਉੱਤੇ ਕੀ ਹੋ ਰਿਹਾ ਹੈ। ਇਹ ਸਾਰੀ ਜਨਤਾ ਜਿਹੜੀ ਹੈਗੀ ਉਹ ਜਾਣਦੀ ਹੁੰਦੀ ਹੈ ਆਮ ਤੌਰ ਦੇ ਉੱਤੇ ਇਹ ਗੱਲਾਂ। ਇਸੇ ਕਰਕੇ ਇਹਨਾਂ ਦੇ ਉੱਤੇ ਬਾਰ-ਬਾਰ ਇਹ ਸਵਾਲ ਉੱਠਦੇ ਨੇ ਕਿ ਇਹ ਕਰੋੜਾਂਪਤੀ, ਅਰਬਾਂਪਤੀ ਲੋਕ ਨੇ ਤੇ ਇਹ ਕਹਿਣ ਵੀ ਸਾਡੇ ਕੋਲ ਹੋਰ ਕੁਝ ਕਰਨ, ਅਸੀਂ ਹੋਰ ਕੁਝ ਕਰਦੇ ਨਹੀਂ, ਇਸ ਕਰਕੇ ਸਾਡੀਆਂ ਜਿਹੜੀਆਂ ਸੈਲਰੀਜ਼ ਨੇ। ਸਵਾਲ ਸਿਰਫ ਸੈਲਰੀ ਦਾ ਨਹੀਂ ਹੈ, ਸਵਾਲ ਜਿਹੜਾ ਹੈਗਾ ਇਹਨਾਂ ਨੇ ਮਣਾ ਮੂੰਹੀ ਦੌਲਤਾਂ ਇਕੱਠੀਆਂ ਕੀਤੀਆਂ ਹੋਈਆਂ ਨੇ ਆਲਰੇਡੀ। ਮਣਾ ਮੂੰਹੀ ਪ੍ਰਾਪਰਟੀਆਂ ਇਹਨਾਂ ਦੇ ਕੋਲ ਨੇ, ਇਹਨਾਂ ਦੇ ਇੰਟਰਸਟ ਨੇ ਵੱਡੇ ਵੱਡੇ ਬਿਜ਼ਨਸ ਦੇ ਅੰਦਰ, ਜਿਹੜੇ ਇਹਨਾਂ ਦੇ ਸਿਕਿਉਰਡ ਇੰਟਰਸਟ ਨੇ। ਉਹ ਸਾਰਾ ਕੁਝ ਰਲਾ ਕੇ ਇਹ ਇੱਕ MLA, ਇੱਕ MP ਜਿਹੜਾ ਹੈਗਾ ਉਹ ਸਾਡੇ ਸਾਹਮਣੇ ਆ, ਔਰ ਇਹਦੇ ਤੋਂ ਕੋਈ ਵਰੀ ਨਹੀਂ ਹੈ। ਅਕ੍ਰੋਸ ਦੀ ਪਾਰਟੀ ਲਾਈਨਸ ਜਿਹੜੇ ਨੇ, ਰੂਲਿੰਗ ਆਪੋਜੀਸ਼ਨ ਦੋਨਾਂ ਦੀ ਹਾਲਤ ਸੇਮ ਹੁੰਦੀ ਹੈ। ਜਿਹੜਾ ਦੂਜਾ ਮਾਮਲਾ ਜਿਹਦੇ ਕਰਕੇ ਜਨਤਾ ਨੂੰ ਇਹ ਸਵਾਲ ਜਿਹੜਾ ਬਹੁਤ ਬਾਰ-ਬਾਰ ਉਠਾਉਣਾ ਪੈਂਦਾ ਉਹ ਹੈ ਰੀਸੈਂਟ ਇਸ਼ੂ ਜਿਵੇਂ ਸਾਹਮਣੇ ਆਇਆ ਕਿ ਸਾਰਾ ਦੇਸ਼ ਜਿਹੜਾ ਹੈਗਾ ਕਰੋਨਾ ਸੰਕਟ ਦੇ ਵਿੱਚ ਜੂਝ ਰਿਹਾ ਹੈ। BJP ਦੀ MLA ਹਿਮਾਚਲ ਦੇ ਉਹ PPE ਕਿੱਟਾਂ ਦੇ ਘੁਟਾਲੇ ਦੇ ਵਿੱਚ ਉੱਥੇ ਸਾਹਮਣੇ ਆ ਰਿਹਾ ਹੈ। ਉੱਥੇ ਇੱਕ ਮਿਨਿਸਟਰ ਨੂੰ ਅਸਤੀਫਾ ਦੇਣਾ ਪੈ ਰਿਹਾ ਹੈ ਕਿਉਂਕਿ PPE ਕਿੱਟਾਂ ਦੇ ਵਿੱਚ ਸ਼ਰੇਆਮ ਘੁਟਾਲਾ ਹੋਇਆ। ਸੋ ਇਹ ਲੋਕ ਪੈਂਡੈਮਿਕ ਦੇ ਵਿੱਚੋਂ ਵੀ ਆਪਣੀ ਜੇ ਇਨਸ਼ੋਰ ਕਰ ਸਕਦੇ ਨੇ ਪ੍ਰੋਫਿਟ, ਤਾਂ ਫਿਰ ਇਹ ਕੁਝ ਵੀ ਕਰ ਸਕਦੇ ਨੇ। ਇਸ ਕਰਕੇ ਜਨਤਾ ਨੂੰ ਇਹਨਾਂ ਦੀ ਸੈਲਰੀ ਜਿਹੜੀ ਹੈਗੀ ਚੁਭਦੀ ਹੈ, ਇਸ ਕਰਕੇ ਜਨਤਾ ਨੂੰ ਉਹਨਾਂ ਤੋਂ ਖਰਚੇ ਚੁਭਦੇ ਨੇ, ਇਸ ਕਰਕੇ ਜਨਤਾ ਨੂੰ ਇਹਨਾਂ ਦੀਆਂ ਗੱਡੀਆਂ, ਇਹਨਾਂ ਦੇ ਤਾਮਝਾਮ ਜਿੰਨੇ ਹੁੰਦੇ ਨੇ, ਇਹਨਾਂ ਦੇ ਸਿਕਿਉਰਿਟੀ ਦੇ ਨੈਟਵਰਕ ਜਿੰਨੇ ਇਹਨਾਂ ਦੇ ਦੁਆਲੇ ਹੁੰਦੇ ਨੇ, ਉਹ ਸਾਰੇ ਚੁਭਦੇ ਨੇ ਕਿਉਂਕਿ ਜਨਤਾ ਦੀ ਹਾਲਤ ਖਰਾਬ ਹੁੰਦੀ ਹੈ। ਜੇ ਅੱਜ ਟ੍ਰੇਨ ਇੱਥੋਂ ਚੱਲਦੀ ਹੈ ਬਿਹਾਰ ਪਹੁੰਚਣ ਤੱਕ ਉਸ ਦੇ ਵਿੱਚ 7 ਲਾਸ਼ਾਂ ਨਿਕਲਦੀਆਂ ਨੇ, ਤਾਂ ਫਿਰ ਜਨਤਾ ਸਵਾਲ ਕਰੇਗੀ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਹੱਕ ਦੇ ਵਿੱਚ ਵਾਗਡੋਰ ਉਹਨਾਂ ਨੇ ਦਿੱਤੀ ਸੀ। ਸੋ ਇਸ ਕਰਕੇ ਜਨਤਾ ਸਵਾਲ ਕਰ ਰਹੀ ਹੈ। ਇਹਨਾਂ ਲੋਕਾਂ ਨੂੰ ਇਹ ਠੀਕ ਹੈ, ਕੋਈ ਆਪਣੇ ਇੰਟਰਸਟ ਦੀ ਕਨਫਲਿਕਟ ਦੀ ਗੱਲ ਕਰ ਸਕਦਾ, ਕੋਈ ਕਹਿ ਸਕਦਾ ਸਾਡੇ ਕੋਲ ਹੋਰ ਕੋਈ ਇਨਕਮ ਦਾ ਸੋਰਸ ਨਹੀਂ ਹੈਗਾ, ਲੇਕਿਨ ਜਨਤਾ ਦਾ ਸਵਾਲ ਇਹ ਹੈ ਤੁਹਾਨੂੰ ਚੁਣਿਆ ਕਾਹਦੇ ਵਾਸਤੇ ਹੈ। ਜਦ ਤੁਸੀਂ ਉਹ ਕੰਮ ਨਾ ਕਰਕੇ ਦੂਜੇ ਪਾਸੇ ਜਾਇਦਾਦਾਂ ਤੇ ਦੌਲਤਾਂ ਜਿਹੜੀਆਂ ਨੇ ਤੁਹਾਡੀਆਂ ਵੱਧ ਰਹੀਆਂ ਨੇ, ਤਾਂ ਲਾਜ਼ਮੀ ਤੌਰ ਤੇ ਜਨਤਾ ਦਾ ਸਵਾਲ ਹੋਏਗਾ ਹੀ ਹੋਏਗਾ। ਨਾਲੇ ਇਸ ਦੌਰ 'ਚ ਤੇ ਬਿਲਕੁਲ ਇਸ ਦੌਰ 'ਚ ਤੇ ਕਮਲ, ਤੁਸੀਂ ਇਸ ਦੌਰ ਦੇ ਅੰਦਰ ਤੇ ਗਰੀਬ ਤੋਂ ਗਰੀਬ ਬੰਦੇ ਲਈ ਵੀ ਕੋਈ ਨਾ ਕੋਈ ਕੱਟ ਲੱਗਿਆ। ਇਸ ਦੌਰ ਦੇ ਅੰਦਰ ਗਰੀਬ ਤੋਂ ਗਰੀਬ ਬੰਦੇ ਲਈ ਵੀ ਕੋਈ ਨਾ ਕੋਈ ਕੱਟ ਜ਼ਰੂਰ ਲੱਗਿਆ। ਗਰੀਬਾਂ 'ਚੋਂ ਜਿਹੜੇ ਸਭ ਤੋਂ ਗਰੀਬ ਨੇ ਉਹਨਾਂ ਦੀਆਂ ਵਿਚਾਰਿਆਂ ਦੀਆਂ, ਉਹਨਾਂ ਨੂੰ ਦਿਹਾੜੀ ਨਹੀਂ ਮਿਲ ਰਹੀ, ਕਿਸੇ ਦਾ ਕੁਛ ਆ, ਕਿਸੇ ਦਾ ਕੁਛ, ਕੋਈ ਨੁਕਸਾਨ ਬਹੁਤ ਜ਼ਿਆਦਾ ਹੋਇਆ। ਰਮਨ ਜੀ,
ਕੀ ਲੱਗਦਾ ਜਿਹੜੀ ਗੱਲ ਬਲਟੋਆ ਕਹਿ ਰਹੇ ਨੇ ਔਰ ਸਿੱਧੇ ਤੌਰ ਤੇ ਕਮਲਜੀਤ ਦਾ ਸਵਾਲ ਉਠਾ ਰਹੇ ਨੇ ਕਿ ਪੋਲੀਟੀਕਲ ਕਲਾਸ ਆ ਜਿਹੜੀ ਉਹ ਦਿਨੋਂ ਦਿਨ ਅਮੀਰ ਕਿਉਂ ਹੁੰਦੀ ਹੈ ਤਾਂ ਰਾਜ ਸਮਝਾਵੇ ਪੋਲੀਟੀਕਲ ਕਲਾਸ। ਉਹ ਸਾਰੇ ਦੇਸ਼ ਦੀ ਪੋਲੀਟੀਕਲ ਕਲਾਸ ਨੂੰ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਐਫੀਡੈਵਿਟ ਜਿਹੜੇ ਹਰ ਸਾਲ ਉਹ ਚੋਣਾਂ ਸਮੇਂ ਦਿੰਦੇ ਨੇ ਉਹੀ ਚੁੱਕ ਕੇ ਦੇਖ ਲਓ। ADR ਦੀ ਰਿਪੋਰਟ ਆ, ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਾਈਟ, ਉਹ ਰਿਪੋਰਟ ਤੁਸੀਂ ਦੇਖ ਸਕਦੇ ਹੋ, ਤੁਸੀਂ ਤਾਂ ਬਹੁਤ ਪੜ੍ਹਦੇ ਲਿਖਦੇ ਹੋ। ਪਰ ਦੂਜੇ ਪਾਸੇ ਨਾਲ ਸੰਧਵਾ ਕਹਿ ਰਹੇ ਨੇ ਕੱਟ ਲਓ ਸਾਰੀ, ਔਰ ਬਲਟੋਆ ਕਹਿ ਰਹੇ ਨੇ ਕੱਟ ਲੈਣੇ ਕਾਂਗਰਸ ਦਾ ਕੰਮ ਹੈ, ਸਪੀਕਰ ਫੈਸਲਾ ਲੈਣਾ ਅਸੀਂ ਨਾਲ ਆ। ਮੈਂ ਡਿਬੇਟ ਦੇ ਸ਼ੁਰੂ ਚ ਕਿਹਾ ਸੀ ਕਿ ਸਰ ਕਿ ਬੜੀ ਇਮੋਸ਼ਨਲ ਡਿਬੇਟ ਹੈ, ਤੁਸੀਂ ਇਹਨੂੰ ਡਰਾਮੈਟਿਕ ਡਿਬੇਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਡੀ ਡਿਬੇਟ 'ਚ ਹਮੇਸ਼ਾ ਮੈਲੋ ਡਰਾਮਾ ਜ਼ਿਆਦਾ ਹੁੰਦਾ ਵਾ, ਫਿਰ ਅਸੀਂ ਇਮੋਸ਼ਨਸ ਨੂੰ ਇੰਨਾ ਅੱਗੇ ਹਵਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਭਾਂਬੜ ਬਣ ਜਾਣ। ਨਹੀਂ, ਆਹ ਗੱਲ ਮੈਂ ਸਿਆਸੀ ਜਮਾਤ ਬਾਰੇ ਕਹੀ ਜਾਂਦੀ ਹੈ, ਡਿਬੇਟ ਦੀ ਕਮਜ਼ੋਰੀ ਦੱਸ ਰਿਹਾ ਸਾਹਿਬ, ਸਿਆਸੀ ਜਮਾਤ ਬਾਰੇ ਗੱਲ ਕਹੀ ਜਾਂਦੀ ਹੈ, ਅਸੀਂ ਕਮਜ਼ੋਰੀ ਦੱਸ ਰਹੇ ਹਾਂ, ਉਠਾ ਰਹੇ ਹਾਂ। ਨਹੀਂ, ਅਗਰ ਤੁਹਾਨੂੰ ਮੈਲੋਡਰਾਮਾ ਲੱਗ ਰਿਹਾ ਤੁਹਾਡੀ ਜ਼ਾਦੀ ਹੈ, ਤੁਸੀਂ ਕਹਿ ਸਕਦੇ ਹੋ, ਤੁਹਾਡੀ ਜ਼ਾਦੀ ਹੈ ਸਰ, ਤੁਸੀਂ ਕਹਿ ਸਕਦੇ ਹੋ। ਪਰ ਦੇਖੋ, ਪਰ ਸਿਆਸੀ ਜਮਾਤ ਬਾਰੇ ਸ਼ਬਦ ਵਰਤਿਆ ਜਾਂਦਾ ਇਸ ਦੇਸ਼ ਦੇ ਅੰਦਰ। ਤੁਸੀਂ ਬੇਨਤੀ ਹੈ ਵਾ ਕਿ ਵੀ ਸਾਡੇ MP ਸਾਹਿਬ ਨੇ ਤੁਹਾਨੂੰ ਮੈਸੇਜ ਕਰਕੇ ਭੇਜਤਾ ਕਿ ਵੀ 56000 ਰੁਪਏ ਅਸੀਂ ਘਟਾ ਰਹੇ ਹਾਂ। ਪੰਜਾਬ ਦੇ ਸਾਰੀ ਕੈਬੀਨਾ ਦੇ ਜਿਹੜੇ ਹੈਗੇ ਆ ਉਹਨਾਂ ਨੇ 3 ਮਹੀਨੇ ਦੀ ਸੈਲਰੀ ਆਪਣੀ ਦੇ ਦਿੱਤੀ ਹੈ। ਅਸੀਂ ਬਤੌਰ ਚੇਅਰਮੈਨ ਜਿਹੜੇ ਹੈਗੇ ਸਾਰੇ ਬੋਰਡ ਕਾਰਪੋਰੇਸ਼ਨਾਂ ਨੇ ਆਪਣੀਆਂ ਸਾਰੀਆਂ ਜਿਹੜੀਆਂ ਸੈਲਰੀਜ਼ ਅਸੀਂ ਨਹੀਂ ਲਵਾਂਗੇ 3 ਮਹੀਨਿਆਂ ਲਈ। ਇਹਨਾਂ ਦੇ ਕੈਬਨਿਟ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਚੀਮਾ ਜੀ, ਉਹਨਾਂ ਨੂੰ ਪੁੱਛੋ ਕਿ ਵੀ ਉਹਨਾਂ ਨੇ ਸੈਲਰੀ ਦਾ ਆਪਣਾ 1 ਰੁਪਈਆ ਘਟਾਇਆ। ਜੇ ਇਹ ਐਡੇ ਮੋਰਲ ਹਾਈ ਗਰਾਊਂਡ ਤੇ ਇਹ ਗੱਲਾਂ ਕਰਦੇ ਪਏ ਆ ਜਿਹੜੇ ਆਮ ਆਦਮੀ ਪਾਰਟੀ ਸੋ ਕਾਲਡ, ਮੈਂ ਤਾਂ ਖੈਰ ਇਹਨਾਂ ਨੂੰ ਟੋਟਲ ਪਖੰਡ ਸਮਝਦਾ, ਇਹਨਾਂ ਦਾ ਪਤਾ ਲੱਗਿਆ ਵਾ ਤਾਂ ਹੀ ਲੋਕਾਂ ਨੇ ਰਿਜੈਕਟ ਕੀਤਾ। ਇਹਨਾਂ ਨੇ 1 ਰੁਪਈਆ ਇਹਨਾਂ ਨੇ ਵਲੰਟਰੀਲੀ ਆ ਕੇ ਕਿਹਾ ਵੀ ਅਸੀਂ ਨਹੀਂ ਲਵਾਂਗੇ, ਤੁਸੀਂ ਵਲੰਟਰੀਲੀ ਆ ਕੇ ਜਮ੍ਹਾਂ ਕਰਾ ਦਿਓ। ਤੁਹਾਨੂੰ ਕਿਸੇ ਨੇ ਕਿਹਾ ਵਾ ਵੀ ਨਾ ਲਓ, ਤੁਹਾਡੇ ਤਾਂ ਕ੍ਰੈਡਿਟ ਹੁੰਦੇ, ਤੁਸੀਂ ਅਗਲੇ ਦਿਨ ਚੈੱਕ ਕਰਕੇ ਵਾਪਸ ਦੇ ਦਿਓ। ਉਹ ਛੱਡੋ ਗੱਲਾਂ ਨੂੰ। ਮੈਂ ਇੱਕ ਗੱਲ ਫਿਰ ਕਮਲ ਜੀ ਨੇ ਜਿਹੜਾ ਕੁਐਸਚਨ ਉਠਾਇਆ ਵਾ, ਮੈਂ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਮੈਂ ਕਿ ਜਦੋਂ ਕੋਈ ਬੰਦਾ ਇਲੈਕਟਡ ਹੁੰਦਾ ਵਾ, ਉਹ ਜਦੋਂ ਆਪਣੇ ਐਫੀਡੇਵਿਟ ਭਰਦਾ ਵਾ, ਉਹ ਆਪਣੇ ਕਾਰੋਬਾਰ ਆਪਣੇ ਚੀਜ਼ਾਂ ਬਾਰੇ ਉਹ ਡਿਕਲੇਰੇਸ਼ਨਸ ਦਿੰਦਾ ਵਾ, ਉਸ ਦੇ ਬਾਵਜੂਦ ਵੀ ਲੋਕ ਉੱਥੋਂ ਦੀ ਤੁਸੀਂ ਫਿਰ ਸਾਰਿਆਂ ਨਾਲੋਂ ਗਰੀਬ ਬੰਦਾ ਕਿਉਂ ਨਹੀਂ ਚੁਣਦੇ? ਤੁਸੀਂ ਸਾਰੇ ਦੇਖੋ, ਇਹ ਤੁਹਾਨੂੰ ਰੀਅਲ ਪੋਲਿਟਿਕਸ ਦੇ ਬਾਰੇ ਤੁਹਾਨੂੰ ਗੱਲ ਸਮਝਣੀ ਪੈਣੀ ਹੈਗੀ ਹੈ ਕਿ ਸਾਡੀ ਰੀਅਲ ਪੋਲਿਟਿਕਸ ਕੀ ਹੈਗੀ ਹੈ। ਅੱਜ ਦੀ ਮੇਰੀ ਗੱਲ ਸੁਣੋ, ਤੁਸੀਂ ਕਹਿੰਦੇ ਪੈਂਡੈਮਿਕ ਨੂੰ ਹਲੇ ਹੋਏ ਨੂੰ 2 ਮਹੀਨੇ ਹੋਏ ਆ ਸਾਡੇ ਹਿੰਦੁਸਤਾਨ ਚ ਕ੍ਰਾਈਸਿਸ ਪੀਰੀਅਡ ਦੇ ਵਿੱਚ। ਤੁਸੀਂ ਪਹਿਲਾਂ ਹੀ ਇੱਕ ਫਤਵਾ ਆਪਾਂ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਗੇਂਸਟ ਐਂਟਾਇਰ ਸਿਸਟਮ ਵਿਚ ਵਿਲ ਬੀ ਆਈ ਥਿੰਕ ਵੈਰੀ ਹਾਰਮਫੁਲ। ਉਹਦਾ ਕਾਰਨ ਕੀ ਹੈ ਕਿ ਹੁਣ ਲੋਕ ਫਿਰ ਕਹਿਣਗੇ ਜੀ ਵੀ ਅਫਸਰਾਂ ਨੂੰ ਵੀ ਤੁਸੀਂ ਉਹਨਾਂ ਦੀ ਤਨਖਾਹ ਘਟਾਓ, ਕਿਉਂਕਿ ਉਹਨਾਂ ਦੀ ਅਫਸਰਾਂ ਦੀ ਤਾਂ ਤਨਖਾਹ ਸਾਡੇ ਮੰਤਰੀਆਂ ਨਾਲੋਂ ਕਿਤੇ ਜ਼ਿਆਦਾ ਵਾ। ਸੀਨੀਅਰ ਜਿਹੜੇ ਬਿਊਰੋਕਰੈਟਸ ਆ, ਸੀਨੀਅਰ ਜਿਹੜੇ ਬੰਦੇ ਆ, ਉਹਨਾਂ ਦੀ ਤਾਂ ਉਸ ਤੋਂ ਵੀ ਜ਼ਿਆਦਾ ਵਾ। तो अल्टीमेटली वो सारा टैक्सेशन का पैसा है। मेरी बेनती तुहानू फिर सारी गल नूं है कि तुहाडी गल ये है कि भी क्यों ना हो सर, क्यों ये डिस्कशन ना हो, अफसर भी क्यों बाहर होना चाहिए, तुहानू क्यों अफसरां दा इन्ना होना चाहिए, इह च की गल है? नहीं सर, मैं सिस्टम दी गल करदा साहब। मेरी गल सुनो, एक IAS अफसर जेड़ा कोई अपना जिस सिस्टम दे अंदर बंदा पिस जे, ईमानदारी नाल काम कर रहा है, सर लोकतंत्र दे अंदर लोग सब तो इंपॉर्टेंट ने। रमन जी, लोकतंत्र च लोग सब तो इंपॉर्टेंट बने सारे दी गल होएगी, लीडर इंपॉर्टेंट सारे नाल गरीब दी गल नहीं होएगी, अफसर इंपॉर्टेंट है, फिर सारियां दी गल होएगी सर। सारे दी गल कर रहे हैं, मैं ओदे विच आम बंदे दी गल कर रहे हैं, जरा पिस रहा सर आम बंदे दी नहीं, सारे सर डेमोक्रेसी आम जाने हो, हाथ बन के वोटां लेने हो जी, तो डेमोक्रेसी सारियां दी है, पर आम दी भी गल करो, सारियां दी गल करो। मैं तो आप कहना मैं ਅਸੀਂ ਤਾਂ ਕਿਹਾ ਵਾ ਸਾਨੂੰ 7500 ਰੁਪਏ ਦਿਓ ਪਰ ਮੰਥ, ਸਾਨੂੰ 10000 ਰੁਪਏ ਦਿਓ, ਦੇ ਦੇਣ ਗਰੀਬ ਬੰਦੇ ਨੂੰ। ਕਿੰਨੇ ਕਿਹਾ ਵਾ? ਮੋਦੀ ਜੀ ਨਹੀਂ ਦੇ ਰਹੇ ਨਾ। ਤੁਸੀਂ ਉਹਨਾਂ ਨਾਲ ਗੱਲ ਕਰੋ ਕਿ ਵੀ ਕਿਉਂ ਨਹੀਂ ਦਿੰਦੇ ਪਏ। ਤੁਸੀਂ ਅਸੀਂ ਨਿਆਂ ਯੋਜਨਾ ਲੈ ਕੇ ਆਏ, ਤੁਸੀਂ ਸਾਨੂੰ ਰਿਜੈਕਟ ਕਰਤਾ। ਤੁਸੀਂ ਨਿਆਂ ਯੋਜਨਾ ਨਹੀਂ, ਅਸੀਂ ਤਾਂ ਤੁਹਾਨੂੰ ਕਿਹਾ ਸੀਗਾ ਕਿ 6000 ਰੁਪਏ ਤੁਹਾਨੂੰ ਪਰ ਮੰਥ ਅਸੀਂ ਦੇਵਾਂਗੇ, 72000 ਰੁਪਏ। ਫਿਰ ਤੁਸੀਂ ਕਿਉਂ ਨਹੀਂ ਸਾਨੂੰ ਚੁਣਿਆ? ਲੋਕਾਂ ਨੂੰ ਕਿਉਂ ਨਹੀਂ ਲੱਗਿਆ ਕਿ ਵੀ ਜਿਹੜਾ ਬੰਦਾ ਸਰਕਾਰਾਂ ਦੇਸ਼ 'ਚ ਬੜੇ ਸਭ ਤੋਂ ਜ਼ਿਆਦਾ ਇਸ ਦੇਸ਼ 'ਚ ਕਾਂਗਰਸ ਨੇ ਰਾਜ ਕੀਤਾ। ਨਿਆਂ ਯੋਜਨਾ ਨਹਿਰੂ ਦੇ ਦੌਰ ਤੋਂ ਆ ਸਕਦੀ ਸੀ ਸਰ, ਨਹਿਰੂ ਦੇ ਦੌਰ ਤੋਂ ਲੈ ਕੇ ਲਗਾਤਾਰ ਕਾਂਗਰਸ ਦਾ ਰਾਜ ਹੈ ਇਸ ਦੇ ਅੰਦਰ 40-50 ਸਾਲ। ਇਹ ਯੋਜਨਾਵਾਂ ਉਦੋਂ ਵੀ ਆ ਸਕਦੀਆਂ ਸੀ, ਇਹ ਨਾ ਕਰੋ। ਦੇਖੋ ਅੱਜ ਦੀ ਇਹ ਯੋਜਨਾਵਾਂ ਉਦੋਂ ਵੀ ਆ ਸਕਦੀਆਂ ਸੀ ਸਰ। ਆਮ ਆਦਮੀ ਤੇ ਤੁਸੀਂ ਗੱਲ ਕਰ ਸਰ, ਆਮ ਆਦਮੀ ਦੀ ਗੱਲ ਨਹੀਂ ਗੱਲ, ਮੈਂ ਆਮ ਬੰਦੇ ਦੀ ਗੱਲ ਕਰ ਰਿਹਾ। ਆਮ ਆਦਮੀ ਪਾਰਟੀ ਨਾਲ ਤੁਸੀਂ ਜੋ ਮਰਜ਼ੀ ਕਰੋ, ਮੈਂ ਆਮ ਬੰਦੇ ਦੀ ਅਸੀਂ ਬੰਦੇ ਦੀ ਆਵਾਜ਼ ਆ। ਆਮ ਬੰਦੇ ਕਰਕੇ ਡਿਬੇਟ ਰੱਖੇ ਕਿ ਜੇ ਆਮ ਬੰਦਾ ਵਿਚਾਰਾ ਦੁਖੀ ਹੈ ਤਾਂ ਪੋਲੀਟੀਕਲ ਕਲਾਸ ਵੀ ਕੋਈ ਕੰਟਰੀਬਿਊਟ ਕਰੇ। ਇਹ ਸਾਡਾ ਸਵਾਲ ਸੀਗਾ। ਅੱਜ ਪਿੰਡ
ਸਰ ਅੱਜ ਪੈਂਡੈਮਿਕ ਕਰਕੇ ਤੁਸੀਂ ਇਹ ਇਕਨੋਮਿਕ ਕ੍ਰਾਈਸਿਸ ਦੀ ਗੱਲ ਕਰ ਰਹੇ ਹੋ, ਆਮ ਬੰਦੇ ਦੀ ਗੱਲ ਕਰ ਰਹੇ ਹੋ ਔਰ ਮੋਰਲ ਕੁਐਸਚਨ ਕਰ ਰਹੇ ਹੋ। ਮੈਂ ਤਾਂ ਇਹ ਕਹਿਣਾ ਪਿਆ ਵੀ ਅਸੀਂ ਤਾਂ ਕੱਲ ਹੀ ਪਰਸੋਂ ਹੀ ਸਾਰਿਆਂ ਨੇ ਲਾਈਵ ਹੋ ਕੇ ਮੋਦੀ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਾਨੂੰ 7500 ਰੁਪਇਆ ਔਰ 10000 ਰੁਪਇਆ ਇਮੀਡੀਏਟਲੀ ਦਿਓ। ਕਿਉਂ ਨਹੀਂ ਦਿੰਦੇ ਪਏ ਤੁਸੀਂ? ਇਨਫੈਕਟ ਅੱਜ ਮੇਰੇ ਹਿਸਾਬ ਨਾਲ ਇੱਕ ਬੀਜੇਪੀ ਦਾ ਨੁਮਾਇੰਦਾ ਵੀ ਬੁਲਾਉਣਾ ਚਾਹੀਦਾ ਸੀਗਾ, ਜਿਹੜਾ ਕਿ ਅੱਜ ਦੀ ਡੇਟ 'ਚ ਸਾਡੀਆਂ ਸਾਰਿਆਂ ਦੀਆਂ ਤੁਸੀਂ ਕੱਟ ਰਹੇ ਹੋ, ਅਸੀਂ ਵਲੰਟਰੀਲੀ ਦੇ ਰਹੇ ਹਾਂ। ਤੁਸੀਂ ਉਹਨਾਂ ਬੰਦਿਆਂ ਨੂੰ ਕਿਉਂ ਨਹੀਂ ਬੁਲਾ ਰਹੇ ਹੈਗੇ ਕਿ ਜਿਨ੍ਹਾਂ ਨੇ ਐਕਚੁਅਲੀ ਦੇਣਾ ਵਾ? ਤੁਸੀਂ ਉਹਨਾਂ ਨਾਲ ਗੱਲ ਕਿਉਂ ਨਹੀਂ ਕਰ ਰਹੇ? ਮੈਂ ਤਾਂ ਕਹਿਣਾ ਪਿਆ ਮੈਂ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦਾ ਕਨਸੈਪਟ ਹੈਗਾ ਵਾ, ਯੂਨੀਵਰਸਲ ਬੇਸਿਕ ਇਨਕਮ ਦਾ ਜਿਹੜਾ ਇਕਨੋਮਿਕ ਸਰਵੇ ਦਾ ਆਪਣਾ ਬੇਟਾ 2018-19 2000 ਜਿਹੜਾ 17-18 ਦੇ ਵਿੱਚ 2016 ਤੋਂ ਅਸੀਂ ਕਹਿ ਰਹੇ ਹਾਂ ਵੀ ਯੂਨੀਵਰਸਲ ਬੇਸਿਕ ਇਨਕਮ ਦੇ ਬਾਰੇ ਗੱਲ ਕਰੋ, ਲੋਕਾਂ ਨੂੰ ਹਰੇਕ ਇਕੁਇਟੇਬਲ ਡਿਸਟ੍ਰੀਬਿਊਸ਼ਨ ਆਫ ਵੈਲਥ ਬਾਰੇ ਤੁਸੀਂ ਗੱਲ ਕਰੋ। ਪਰ ਕਿਉਂ ਨਹੀਂ ਹੋ ਰਹੀ ਮੋਦੀ ਸਾਹਿਬ ਦੀ ਗੱਲ? ਇਹ ਬੇਸਿਕਲੀ ਇੰਪੋਰਟੈਂਟ ਚੀਜ਼ਾਂ ਇਹ ਵਾ। ਅੱਜ ਇੱਕ ਬੰਦੇ ਦਾ ਅਸੀਂ ਟਵਿੱਟਰ ਤੇ ਹੈਂਡਲ ਚੱਲ ਰਿਹਾ ਵਾ ਕਿ ਬੰਦਾ ਕਹਿੰਦਾ ਮੇਰੇ ਘਰੇ ਆਟਾ ਵੀ ਹੈ, ਮੇਰੇ ਘਰੇ रोटी भी है, मेरे को सारा कुछ है, पर मेरी किचन नहीं चलती, मेरे को दाल नहीं है, मेरे को मसाले नहीं है, मेरे को चीनी नहीं है, मेरे को तेल नहीं है, मैं रोटी किवें बनावांगा? प्रियंका गांधी जी ने अज उस लैटर ਨੂੰ ट्वीट ਕੀਤਾ ਹੈ यूपी ਦੇ ਹਾਲਾਤ। मैं तो कहना मैं भी ਅੱਜ ਜੇ ਅਸੀਂ 7500 ਰੁਪਇਆ ਹਰ ਬੰਦੇ ਦੇ ਅਕਾਊਂਟ 'ਚ ਪਾਈਏ ਜਾਂ 10000 ਜਾਂ 6000 ਬੀਜੇਪੀ ਬਨਾਮ ਕਾਂਗਰਸ ਨਾ ਕਰੋ ਰਮਨ ਜੀ। ਆਪਾਂ ਗੱਲ ਕਰ ਰਹੇ ਹਾਂ ਪੂਰੇ ਦੇਸ਼ 'ਚ ਬੀਜੇਪੀ ਵੀ ਕਰੇ, ਅਸੀਂ ਬਿਲਕੁਲ ਠੋਕ ਕੇ ਕਹਿੰਦੇ ਆ ਗੱਲ ਕਿ ਬੀਜੇਪੀ ਨੂੰ ਵੀ ਸਾਰੀਆਂ ਪਾਰਟੀਆਂ ਜਿੱਥੇ ਜਿੱਥੇ ਜਿਹੜੀਆਂ ਰਾਜ ਕਰ ਰਹੀਆਂ ਨੇ। ਮੈਂ ਕਮਲ ਜਿਹੜੀ ਇਹ ਗੱਲ ਕਹਿ ਰਹੇ ਨੇ ਰਮਨ ਜੀ ਕਿ ਤੁਸੀਂ ਤੇ ਇੱਕ ਸੋਸ਼ਲ ਐਕਟਿਵਿਸਟ ਦੇ ਤੌਰ ਤੇ ਵਿਚਰਦੇ ਹੋ ਲੋਕਾਂ 'ਚ ਕਿ ਪ੍ਰੈਕਟੀਕਲ ਪੋਲਿਟਿਕਸ ਦੀ ਸਮਝ ਨਹੀਂ ਹੈ। ਇਹ ਆਮ ਆਦਮੀ ਵਾਲੇ ਪ੍ਰੈਕਟੀਕਲ ਪੋਲਿਟਿਕਸ ਸਮਝ ਗਏ ਕਿ ਆਮ ਆਦਮੀ ਪਾਰਟੀ ਵੀ ਹੁਣ ਤੱਕ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਆਮ ਆਦਮੀ ਪਾਰਟੀ ਨੂੰ ਦਿੱਲੀ ਜਾਂ ਜਿਹੜੀ ਕਰਨੀ ਚਾਹੀਦੀ ਸੀ। ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਵੀ ਪ੍ਰੈਕਟੀਕਲ ਪੋਲਿਟਿਕਸ ਇਹ ਕੀ ਹੁੰਦੀ ਹੈ? ਪ੍ਰੈਕਟੀਕਲ ਪੋਲਿਟਿਕਸ ਕਮਲ ਸਮਝਦੇ ਹੋ ਤੁਸੀਂ ਇਹਨੂੰ? ਇਹੀ ਬਿਲਕੁਲ ਇਸੇ ਨੂੰ ਹੀ ਇਹ ਨਹੀਂ, ਮੈਂ ਆਈਡੀਅਲ ਪੋਲਿਟਿਕਸ ਦੀ ਗੱਲ ਕਰਦਾ, ਪ੍ਰੈਕਟੀਕਲ ਦੀ ਨਹੀਂ ਗੱਲ ਕਰ ਰਿਹਾ ਸਾਹਿਬ। ਪ੍ਰੈਕਟੀਕਲ ਪੋਲਿਟਿਕਸ ਕਿਹਾ ਜਾ ਰਿਹਾ ਹੈ ਤਾਂ ਫਿਰ ਸਰ ਪ੍ਰੈਕਟੀਕਲ ਸ਼ਬਦ ਵਰਤੇ ਆਈਡੀਅਲ ਲਾ ਲੈਨੇ, ਆਈਡੀਅਲ ਪੋਲਿਟਿਕਸ ਕਹ ਲਓ, ਇਹਨਾਂ ਦੇ ਮੁਤਾਬਕ ਆਈਡੀਅਲ ਕਹ ਲਓ। ਆਈਡੀਅਲ ਪੋਲਿਟਿਕਸ ਕੀ ਹੈ? ਆਈਡੀਅਲ ਮੰਨ ਲੈਣੇ ਜਿਹੜੀ ਕਹਿ ਰਹੇ ਡਿਸਟ੍ਰੀਬਿਊਸ਼ਨ ਆਫ ਵੈਲਥ ਹੋਣੀ ਚਾਹੀਦੀ ਹੈ। ਮੈਂ ਕਹਿ ਰਿਹਾ ਇਹ ਰਮਨ ਜੀ ਕਹਿ ਰਹੇ ਨੇ ਵੀ ਲੋਕਾਂ ਨੇ ਸਾਨੂੰ ਕਿਉਂ ਚੁਣ ਲਿਆ? ਜੇ ਅਸੀਂ ਅਮੀਰ ਆ, ਜੇ ਅਸੀਂ ਕਰੋੜਾਪਤੀ ਆ, ਲੋਕ ਕਿਸੇ ਗਰੀਬ ਨੂੰ ਚੁਣ ਲੈਂਦੇ। ਜਦੋਂ ਲੋਕ ਜਦੋਂ ਚੁਣਦੇ ਨੇ ਉਹ ਦੇਖਦੇ ਨੇ ਤਾਮਝਾਮ ਜਿਹੜਾ ਪੈਦਾ ਕੀਤਾ ਜਾਂਦਾ ਹੈ, ਜਿਸ ਕਿਸਮ ਨਾਲ ਵੋਟਾਂ ਇੱਥੇ ਪੈਂਦੀਆਂ ਨੇ ਉਹ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ। ਹੁਣ ਉਹਨਾਂ ਹੀ ਲੋਕਾਂ ਤੋਂ ਵੋਟਾਂ ਲੈ ਕੇ ਉਹਨਾਂ ਲੋਕਾਂ ਦੇ ਸਿਰ ਤੇ ਹੀ ਮਿਹਣਾ ਲਾ ਦੇਣਾ, ਇਹ ਆਪਣੇ ਆਪ ਦੇ ਵਿੱਚ ਮਤਲਬ ਦੱਸਦਾ ਹੈ ਕਿ ਤੁਹਾਡੀ ਐਂਗਲ ਬਿਲਕੁਲ ਗਲਤ ਹੈ। ਅਸੀਂ ਇਹ ਜਾਣਦੇ ਆ ਕਿ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਤੇਜਾ ਸਿੰਘ ਸੁਤੰਤਰ ਦੀ ਹਾਰਟ ਅਟੈਕ ਦੇ ਨਾਲ ਡੈਥ ਹੋਈ ਹੈ। ਮੇਰੇ ਖਿਆਲ ਨਾਲ 12 ਜਾਂ 13 ਅਪ੍ਰੈਲ ਨੂੰ ਉਹਨਾਂ ਦਾ ਦਿਹਾੜਾ ਸੀਗਾ ਜਿਸ ਤਰੀਕ ਨੂੰ ਉਹਨਾਂ ਦੀ ਡੈਥ ਹੋਈ ਹੈ। ਪਾਰਲੀਮੈਂਟ ਦੇ ਅੰਦਰ ਮੌਜੂਦ ਸੀਗੇ ਤੇ ਉਹਨਾਂ ਦੇ ਪੋਣੇ ਦੇ ਵਿੱਚ ਲਪੇਟੀਆਂ ਹੋਈਆਂ ਰੋਟੀਆਂ ਉਹਨਾਂ ਦੇ ਕੋਲ ਸੀਗੀਆਂ। ਇਹ ਦੱਸ ਸਕਦੇ ਨੇ ਅੱਜ ਦੀ ਰੇਟ ਦੇ ਵਿੱਚ ਲੋਕਾਂ ਨੇ ਤੇ ਉਹਨਾਂ ਨੂੰ ਵੀ ਚੁਣ ਕੇ ਭੇਜਿਆ ਸੀਗਾ। ਉਸ ਤੋਂ ਬਾਅਦ ਜਿਸ ਕਿਸਮ ਦੀ ਪੋਲੀਟੀਕਲ ਕਲਾਸ ਨੇ ਇੱਥੇ ਮੋਨੋਪੋਲਾਈਜ਼ ਕੀਤਾ ਪੂਰੇ ਦਾ ਪੂਰਾ ਸਟਰਕਚਰ, ਜਿਹਦੇ ਚ ਰਮਨ ਜੀ ਆਪ ਸ਼ਾਮਲ ਨੇ, ਇਹਨਾਂ ਦੀ ਪੂਰੀ ਸਰਕਾਰ ਸ਼ਾਮਲ ਹੈ, ਇਹਨਾਂ ਦੀ ਜਨਰੇਸ਼ਨ ਟੂ ਜਨਰੇਸ਼ਨਾਂ ਸ਼ਾਮਲ ਹੁੰਦੀਆਂ ਜਾ ਰਹੀਆਂ ਨੇ। ਇੱਕ ਜਿਹੜਾ ਹੈਗਾ ਉਹ ਬਜ਼ੁਰਗ ਹਜੇ ਹੁੰਦਾ ਨਹੀਂ, ਉਹਦੇ ਹਜੇ ਆਖਰੀ ਸਾਹ ਚੱਲਦੇ ਹੁੰਦੇ ਨੇ, ਉਹਦਾ ਮੁੰਡਾ ਤੇ ਉਹਦਾ ਪੋਤਾ ਜਿਹੜਾ ਹੈਗਾ ਉਹ ਬਰਾਬਰ ਤਿਆਰ ਖੜਾ ਹੁੰਦਾ ਸਿਆਸਤ ਕਰਨ ਵਾਸਤੇ। ਲੋਕ ਸਵਾਲ ਨਹੀਂ ਕਰਨਗੇ ਇਹਨਾਂ ਨੂੰ? ਲੋਕ ਸਵਾਲ ਕਰਨਗੇ, ਬਿਲਕੁਲ ਲੋਕ ਪੁੱਛਣਗੇ ਕਿਉਂ ਨਹੀਂ ਇਹਨੂੰ ਇਮੋਸ਼ਨਲ ਮੈਲੋਡਰਾਮਾ ਕਿਉਂ ਕਿਹਾ ਜਾ ਰਿਹਾ ਹੈ? ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ। ਯੂਨੀਵਰਸਲ ਬੇਸਿਕ ਇਨਕਮ ਦੀ ਗੱਲ ਬਹੁਤ ਵਧੀਆ ਕੀਤੀ ਜਾ ਰਹੀ ਹੈ। ਸਭ ਤੋਂ ਘੱਟ ਇਨਕਮ ਜਿਹੜੀ ਹੈਗੀ ਹੈ ਮਿਨੀਮਮ ਕੋਈ ਦੇਸ਼ ਦੀ ਤੈਅ ਹੋ ਜਾਣੀ ਚਾਹੀਦੀ ਹੈ। ਲੇਕਿਨ ਮੈਂ ਕਹਿਣਾ ਉਸੇ ਸਾਹ ਇਹੀ ਕਾਂਗਰਸ, ਇਹੀ ਭਾਜਪਾ, ਇਹੀ ਅਕਾਲੀ ਮੈਂ ਚੈਲੰਜ ਕਰਦਾ ਇਹ ਮੈਕਸਿਮਮ ਇਨਕਮ ਦੀ ਵੀ ਗੱਲ ਕਰ ਲੈਣ ਵੀ ਉਹ ਕਿੰਨੀ ਹੋਣੀ ਚਾਹੀਦੀ ਹੈ ਦੇਸ਼ ਦੇ ਵਿੱਚ। ਮੈਕਸਿਮਮ ਇਨਕਮ ਕਿਸੇ ਵਿਅਕਤੀ ਦੀ ਕਿੰਨੀ ਹੋ ਸਕਦੀ ਹੈ ਉਹਦੇ ਤੇ ਵੀ ਕੈਪ ਲਾਓ ਤੁਸੀਂ। ਫਿਰ ਉਸ ਤੋਂ ਬਾਅਦ ਯੂਨੀਵਰਸਲ ਬੇਸਿਕ ਇਨਕਮ ਜਿਹੜੀ ਹੈਗੀ ਉਹ ਤੈਅ ਕਰੋ ਹਿੰਦੁਸਤਾਨ ਦੇ ਲੋਕਾਂ ਨੂੰ ਪਰ ਕੈਪੀਟਾ ਕਿੰਨੀ ਆਉਣੀ ਚਾਹੀਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਇਹਨਾਂ ਦੇ ਨਾਲ। ਇਹ ਜਿਹੜੀਆਂ ਗੱਲਾਂ ਕਰਦੇ ਨੇ ਯੂਨੀਵਰਸਲ ਨਿਆਂ ਯੋਜਨਾ ਦੀ ਗੱਲ ਵੀ ਇਹੀ ਹੈ। ਇੱਕ ਸਵਾਲ ਉਦੋਂ ਵੀ ਉੱਠਿਆ ਸੀ ਜਿਹੜਾ ਨਿਆਂ ਯੋਜਨਾ ਦਾ ਇਸ ਵਾਰ ਰਾਹੁਲ ਗਾਂਧੀ ਲੈ ਕੇ ਆਏ ਸੀ ਨਾਰਾ। ਇਹਨਾਂ ਕੋਲ ਤਾਂ ਸਰਕਾਰਾਂ ਰਹੀਆਂ ਨੇ, ਇਹਨਾਂ ਕੋਲ ਤਾਂ ਮਤਲਬ ਇਸ ਦੇਸ਼ ਦੇ ਅੰਦਰ ਸਰਕਾਰਾਂ ਇਹਨਾਂ ਦੇ ਘਰੋਂ ਜੰਮੀਆਂ ਨੇ। ਗਾਂਧੀ ਪਰਿਵਾਰ ਦੇ ਨਹਿਰੂ ਤੋਂ ਲੈ ਕੇ ਤਮਾਮ ਉਦੋਂ ਤੋਂ ਲੈ ਕੇ ਕਰ ਲੈਂਦੇ ਸਾਰਾ ਕੁਝ। ਸਵਾਲ ਹੈਗੇ ਮੋਦੀ ਤੇ ਸਵਾਲ ਖੜੇ ਕਰੋ, ਕੋਈ ਮਸਲਾ ਨਹੀਂ, ਇਹ ਕਰਨੇ ਚਾਹੀਦੇ। ਤੁਹਾਨੂੰ ਉਹਨਾਂ ਦੀ ਸਰਕਾਰ ਹੈ। ਫਿਰ ਪੋਲੀਟੀਕਲ ਐਵੋਲੂਸ਼ਨ ਦਾ ਤੁਹਾਨੂੰ ਪਤਾ ਹੀ ਨਹੀਂ ਹੈ ਸਰ। ਤੁਸੀਂ ਪੋਲੀਟੀਕਲ ਐਵੋਲੂਸ਼ਨ ਦੀ ਗੱਲ ਕਰੋ ਨਾ। ਮੈਨੂੰ ਸਰ ਸਾਰਾ ਕੁਝ ਤੁਹਾਨੂੰ ਪਤਾ, ਸਾਨੂੰ ਇਹ ਪਤਾ ਸਾਰਾ ਅਸੀਂ ਡਿਸਕਸ਼ਨ ਸਰ ਰਮਨ ਜੀ ਤੁਹਾਨੂੰ ਸਾਰਾ ਕੁਝ ਤੁਹਾਨੂੰ ਪਤਾ, ਅਸੀਂ ਮੰਨ ਲੈਂਦੇ ਸਾਨੂੰ ਕੁਝ ਨਹੀਂ ਪਤਾ। ਸਾਰੇ ਪੰਜਾਬ ਦਾ ਸਾਰਾ ਕੁਝ ਤੁਹਾਨੂੰ ਪਤਾ, ਸਾਨੂੰ ਕੁਝ ਨਹੀਂ ਪਤਾ। ਸਾਨੂੰ ਇਹ ਪਤਾ ਕਿ ਆਮ ਬੰਦੇ ਗਰੀਬ ਬੰਦਾ ਮਰ ਰਿਹਾ ਹੈਗਾ, ਗਰੀਬ ਬੰਦਾ ਇਹ ਸਵਾਲ ਕਰ ਰਿਹਾ। ਪੋਲੀਟੀਕਲ ਕਲਾਸ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ ਲੋਕਾਂ 'ਚ, ਨਹੀਂ ਹੋਣੀ ਚਾਹੀਦੀ। ਅਸੀਂ ਮੰਨਦੇ ਹਾਂ
ਕਿਵੇਂ ਕਰ ਲੈਂਦੇ ਤੁਸੀਂ? ਸਿਸਟਮ ਦੇ ਅੰਦਰ ਚੀਜ਼ਾਂ ਸਰ, ਇਸ ਤਰੀਕੇ ਨਾਲ ਹੋਣੀਆਂ ਸਰ, ਚਾਹੀਦੀਆਂ ਨੇ ਤੁਸੀਂ ਬਿਹਤਰ ਗਲਤ- ਤਰੀਕੇ ਦੇ ਨਾਲ, ਤੁਸੀਂ ਮੇਰਾ ਤਾਂ ਕਿ ਹਰ question ਆਮ ਬੰਦਾ ਜਿਹੜਾ ਪੁੱਛੋ। ਡੈਮੋਕ੍ਰੇਸੀ ਦਾ ਮੈਨੂੰ ਮਤਲਬ ਇਹ ਜਵਾਬ ਨਹੀਂਗਾ ਦਿਓ ਕਿ ਸਾਹਿਬ, ਮੈਨੂੰ 30% ਜਵਾਬ ਲੋਕ ਨੇ ਜਾਂ 40% ਲੋਕ ਨੇ। ਯਾਦਵਿੰਦਰ ਜੀ, ਡੈਮੋਕ੍ਰੇਸੀ ਯਾਦਵਿੰਦਰ 100% ਜੀ, ਮੈਨੂੰ ਲੋਕਾਂ ਜਵਾਬ ਕੋਲ ਦੇਣ ਦਿਓ, ਤੁਸੀਂ ਵੀ ਜਵਾਬ ਉਹਦੇ ਚੋਂ ਦੇਣ ਦਿਓ, ਗਰੀਬ ਵੀ ਹੈ, ਜਵਾਬ ਜਿਹੜਾ ਸਭ ਤੋਂ ਦੇਣ ਗਰੀਬ ਹੈ ਸਾਹਿਬ, ਉਹਦੇ ਲਈ ਵੀ ਹੋਣਾ ਚਾਹੀਦਾ। ਮੈਂ ਤੁਸੀਂ ਬਲਟੋਆ ਜੀ ਕੋਲ ਗੱਲ ਚਾਹੁੰਦਾ ਰਮਨ ਜੀ ਉਹਨਾਂ ਤੁਸੀਂ ਜਵਾਬ ਜ਼ਰੂਰ ਦਿਓ। ਗੱਲ ਜਿੱਥੇ ਤੁਸੀਂ ਰੌਂਗ ਫੁੱਟ ਤੇ ਹੁੰਦੇ ਹੋ ਤੁਸੀਂ ਰਮਨ ਜੀ ਤੋਂ ਆਪਣੇ ਜਵਾਬ ਦਿਓ, ਰਮਨ ਜੀ ਗੱਲ ਦਾ ਜਵਾਬ ਦੇ ਦਿਓ, ਦਿਓ ਜਵਾਬ ਦਿਓ ਸਰ, ਜਵਾਬ ਦਿਓ ਜਵਾਬ ਕਹਿ ਰਿਹਾ ਮੈਂ ਕਿ ਜਿਹੜੀਆਂ ਡੈਮੋਕ੍ਰੇਸੀ 'ਚ ਇੰਸਟੀਟਿਊਸ਼ਨ ਐਂਡ ਮੈਕੈਨਿਜ਼ਮ ਡਿਵੈਲਪ ਹੁੰਦੇ ਆ। ਤੁਸੀਂ ਮੈਨੂੰ ਅੱਜ ਤੋਂ ਦੱਸੋ ਕਿ 20 ਸਾਲ ਪਹਿਲਾਂ ਜਦੋਂ ਕਦੀ ਕਾਂਗਰਸ ਦੀ ਸਰਕਾਰ ਸੀ, ਕਿੱਥੇ ਡੀਬੀਟੀ ਦਾ ਸਿਸਟਮ ਸੀ, ਕਦੋਂ ਆਧਾਰ ਕਾਰਡ ਸੀਗਾ, ਕਦੋਂ ਉਹੋ ਜਿਹੀ ਟੈਕਨੋਲੋਜੀ ਸੀਗੀ, ਕਦੋਂ ਤੁਸੀਂ ਉਸ ਚੀਜ਼ਾਂ ਦੇ ਨਾਲ ਹਰ ਚੀਜ਼ ਦਾ ਟਾਈਮ ਹੁੰਦਾ ਵਾ। ਇਹੀ ਆਧਾਰ ਕਾਰਡ ਨੂੰ ਜਿਸ ਨੂੰ ਮੋਦੀ ਸਾਹਿਬ ਕਹਿੰਦੇ ਸੀ ਬੜਾ ਵੱਡਾ ਫਰਾਡ ਹੈ, ਉਸ ਦੇ ਨਾਲ ਅੱਜ ਤੁਸੀਂ ਪੈਸੇ ਟ੍ਰਾਂਸਫਰ ਕਰ ਰਹੇ ਹੋ। ਅੱਜ ਜਿਹੜੀ ਡੀਬੀਟੀ ਹੋ ਰਹੀ ਹੈ ਕਿਉਂ ਹੋ ਰਹੀ ਹੈ? ਕਿਉਂ ਜੋ ਟੈਕਨੀਕਲ ਜਿਹੜਾ ਮੈਕੈਨਿਜ਼ਮ ਹੈ ਉਹ ਗਵਰਨਮੈਂਟ ਦੇ ਹੱਥ 'ਚ ਆਇਆ ਹੋਇਆ ਵਾ। ਅੱਜ ਤੋਂ ਪਹਿਲਾਂ ਨਹਿਰੂ, ਇੰਦਰਾ ਗਾਂਧੀ ਦੀ ਜਾਂ ਰਾਜੀਵ ਗਾਂਧੀ ਦੇ ਟਾਈਮ ਕੀ ਸਰ ਸੀਗਾ? ਮੈਨੂੰ ਇਹ ਸਮਝਾ ਦਿਓ ਰਮਨ ਜੀ। ਮੈਂ ਇੱਕ ਸਵਾਲ ਕਰਦਾ ਛੋਟਾ ਜਿਹਾ, ਸਾਡੇ ਕੋਲ ਟਾਈਮ ਥੋੜਾ, ਇੱਕ ਸਵਾਲ ਕਰਦਾ ਮੈਂ। ਸਾਨੂੰ ਇਹ ਦੱਸ ਦਿਓ ਕਿ ਇਸ ਦੇਸ਼ 'ਚ ਅਗਰ ਸਿਸਟਮ ਨਹੀਂ ਬਣਿਆ, ਇਹ ਛੱਡ ਦਿੰਦੇ ਟੈਕਨੋਲੋਜੀ ਨੂੰ ਆਪਾਂ ਇੱਕ ਪਾਸੇ ਰੱਖ ਦਿਓ। ਟੈਕਨੋਲੋਜੀ ਤੋਂ 2 ਮਿੰਟ ਕਮਲ 2 ਮਿੰਟ ਟੈਕਨੋਲੋਜੀ ਨੂੰ ਆਪਾਂ ਛੱਡ ਦੇਣਾ। ਜੇ ਦੇਸ਼ ਸਿਸਟਮ ਨਹੀਂ ਬਣਿਆ ਇਹਦੇ ਲਈ ਲੋਕ ਜ਼ਿੰਮੇਵਾਰ ਨੇ ਜਾਂ ਸਰਕਾਰਾਂ ਜ਼ਿੰਮੇਵਾਰ ਨੇ? ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਨੇ ਜਾਂ ਲੋਕ ਜ਼ਿੰਮੇਵਾਰ ਨੇ? ਲੋਕ ਜ਼ਿੰਮੇਵਾਰ ਨੇ ਕਿ ਤੁਸੀਂ ਲੋਕਾਂ ਨੂੰ ਬਲੇਮ ਕਰ ਰਹੇ ਹੋ? ਜੇ ਸਿਸਟਮ ਨਹੀਂ ਬਣਿਆ, ਬੀਜੇਪੀ ਰਹੀ ਹੋਵੇ, ਕਾਂਗਰਸ ਰਹੀ ਹੋਵੇ, ਕੌਣ ਜ਼ਿੰਮੇਵਾਰ ਹੈ ਇਹਦੇ ਲਈ? ਲੋਕ ਜ਼ਿੰਮੇਵਾਰ ਨੇ ਜਾਂ ਸਰਕਾਰਾਂ ਜ਼ਿੰਮੇਵਾਰ ਨੇ? ਸਰ ਕੁਐਸਚਨ ਕਰ ਰਿਹਾ ਸਰ, ਤੁਸੀਂ ਕੁਐਸਚਨ ਕਰ ਲਿਆ, ਮੇਰੇ ਤੋਂ ਜਵਾਬ ਲੈ ਲਓ। ਜਿਹੜੀ ਚੀਜ਼ ਉਦੋਂ ਐਗਜ਼ਿਸਟ ਨਹੀਂ ਕਰਦੀ ਉਹਦੇ ਲਈ ਸਰਕਾਰ ਜਾਂ ਲੋਕ ਕਿਵੇਂ ਜ਼ਿੰਮੇਵਾਰ ਹੋ ਸਕਦੇ ਆ ਸਾਹਿਬ? ਤੁਸੀਂ ਮੈਨੂੰ ਦੱਸੋ, ਜਦੋਂ ਤੁਹਾਡੇ ਕੋਲ ਡੀਬੀਟੀ ਦਾ ਜਾਂ ਜਿਹੜਾ ਆਨਲਾਈਨ ਜਿਹੜਾ ਸਿਸਟਮ ਤੁਹਾਡੇ ਕੋਲ ਸੀਗਾ ਨਹੀਂ ਜਦੋਂ ਪਹਿਲਾਂ, ਉਸ ਟਾਈਮ ਤੁਸੀਂ ਸਰਕਾਰ ਨੂੰ ਜਾਂ ਲੋਕਾਂ ਨੂੰ ਕਿਵੇਂ ਜ਼ਿੰਮੇਵਾਰ ਕਰ ਸਕਦੇ ਹੋ? ਉਦੋਂ ਤੁਹਾਡੇ ਕੋਲ ਜਿਹੜਾ ਸਿਸਟਮ ਸੀਗਾ ਮੈਕੈਨੀਕਲ, ਤੁਸੀਂ ਉਹਦੇ ਨਾਲ ਚੱਲਦੇ ਰਹੇ। ਸਰ ਮੇਰੀ ਬੇਨਤੀ ਤੁਹਾਨੂੰ ਹੈਗਾ ਵੀ ਜੇ ਤੁਹਾਡੇ ਕੋਲ ਆਪਸ਼ਨ ਅਵੇਲੇਬਲ ਹੋਵੇ ਔਰ ਉਹਨੂੰ ਤੁਸੀਂ ਨਾ ਯੂਜ਼ ਕਰੋ ਤਾਂ ਤੁਸੀਂ ਕ੍ਰਿਮੀਨਲ ਹੋ। ਸਰ ਸਵਾਲ ਤੇ ਉਹ ਪੋਲੀਟੀਕਲ ਸਿਸਟਮ ਦੀ ਪੂਰੇ ਦੀ ਜੀਤੇ ਅਸੀਂ ਇਹ ਕਹਿ ਰਹੇ ਹਾਂ ਜਿਹਨੂੰ ਸੈਂਸਿਟਿਵ ਹੋਣ ਦੀ ਲੋੜ ਆ ਸਰ, ਅਸੀਂ ਇਹੀ ਕਹਿ ਰਹੇ ਹਾਂਗੇ ਇਹ ਦੌਰ 'ਚ ਵੀ ਜਿਹਨੂੰ ਹੋਰ ਜ਼ਿਆਦਾ ਸੈਂਸਿਟਿਵ ਹੋਣ ਦੀ ਲੋੜ ਆ। ਅਸੀਂ ਬਿਲਕੁਲ ਨਹੀਂ ਕਹਿ ਰਹੇ ਕਿ ਉਹਨੂੰ ਨਕਾਰ ਦਿਓ, ਡੈਮੋਕ੍ਰੇਸੀ ਦਾ ਹਿੱਸਾ ਉਹ ਤਾਂ ਆਬਵੀਅਸਲੀ ਪਾਰਟੀਆਂ, ਤੁਸੀਂ ਰਾਜ ਕਰ ਰਹੇ ਹੋ, ਤੁਸੀਂ ਤੇ ਰਾਜ ਕਰ ਰਹੇ ਹੋ ਸਰ ਪੰਜਾਬ 'ਚ। ਅਸੀਂ ਇਹ ਨਹੀਂ ਕਹਿ ਰਹੇ, ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਅਗਰ ਸਿਸਟਮ ਨਹੀਂ ਬਣਿਆ, ਕਾਂਗਰਸ ਹੋਵੇ ਅਕਾਲੀ ਹੋਵੇ, ਕਿਉਂ ਨਹੀਂ ਬਣਿਆ? ਮੈਂ ਇੱਕ ਲਾਸਟ ਕੁਐਸਚਨ ਬਲਟੋਆ ਜੀ ਤੋਂ ਲੈਣਾ ਵਾ। 30 ਸੈਕਿੰਡ ਬਲਟੋਆ ਜੀ, ਸਾਡੇ ਕੋਲ ਟਾਈਮ ਨਹੀਂ। ਬਲਟੋਆ ਜੀ 30 ਸੈਕਿੰਡ, ਬਲਟੋਆ ਜੀ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ? ਲਾਸਟ ਕੁਐਸਚਨ। ਨਾਰੇ ਕਾਂਗਰਸ ਦੀ ਸਰਕਾਰ ਨੇ ਵੀ ਲਾਏ ਨੇ, ਅੱਜ ਤੱਕ ਲੱਗਦੇ ਰਹੇ ਨੇ, ਉਹਨਾਂ ਦਾ ਬਣਿਆ ਕੀ? ਉਹਦਾ ਹਿਸਾਬ ਕਿਤਾਬ ਤਾਂ ਰਾਜਨੀਤਿਕਾਂ ਬਾਰੇ ਬੜੇ ਭੁਲੇਖੇ ਖੜੇ ਕੀਤੇ ਜਾ ਰਹੇ ਕਿ ਪਤਾ ਨਹੀਂ ਕਿੰਨੀਆਂ ਕਿ ਤਨਖਾਹਾਂ ਲੈਂਦੇ ਨੇ, ਕਿੰਨੀਆਂ ਕਿ ਪੈਨਸ਼ਨਾਂ ਲੈਂਦੇ ਨੇ। ਪਤਾ ਨਹੀਂ ਜੇ ਇਹ ਪੈਨਸ਼ਨਾਂ ਤੇ ਤਨਖਾਹਾਂ ਨਾ ਲੈਣ ਤਾਂ ਦੇਸ਼ ਹੀ ਇਹਦੇ ਨਾਲ ਹੀ ਸੁਧਰ ਜੇ। ਇਹਦੇ ਬਾਰੇ ਵੀ ਅੰਕੜੇ ਇਕੱਠੇ ਕਰੋ ਕਿ ਟੋਟਲ ਕਿੰਨੇ ਪੰਜਾਬ ਦੇ ਕਿੰਨੇ ਐਮਐਲਏ ਨੇ, ਕਿੰਨੇ ਕੀ ਉਹਨਾਂ ਦੀਆਂ ਤਨਖਾਹਾਂ ਨੇ, ਕੀ ਉਹਦੀ ਪੈਨਸ਼ਨ ਜਾਂਦੀ ਹੈ, ਕਿੰਨਾ ਇਹਦੇ ਨਾਲ ਇਹ ਸਾਰਾ ਕੁਝ ਸਾਰਾ ਦਰਮਦਾਰ ਹੈ। ਦੂਸਰੀ ਗੱਲ ਜਿਹੜੀ ਇੱਕ ਆਮ ਕਰਕੇ ਪ੍ਰਚਾਰ ਕੀਤਾ ਜਾਂਦਾ ਹੈ ਵੱਖ-ਵੱਖ ਚੈਨਲਾਂ ਦੇ ਉੱਤੇ, ਚਾਹੇ ਵੈਬ ਚੈਨਲ ਨੇ ਖਾਸ ਕਰਕੇ, ਕਿ ਜਿਹੜੇ ਐਮਐਲਏ ਸਾਹਿਬਾਨ ਨੇ ਬੜੀਆਂ ਪੈਨਸ਼ਨਾਂ ਲੈ ਰਹੇ ਨੇ। ਸਭ ਪ੍ਰਕਾਸ਼ ਸਿੰਘ ਬਾਦਲ 9 ਪੈਨਸ਼ਨਾਂ ਲੈ ਰਹੇ ਨੇ। ਜਿਹੜਾ ਵੀ ਸਿਟਿੰਗ ਐਮਐਲਏ ਆ, ਚਾਹੇ ਉਹ ਜਿੰਨੀ ਵਾਰਾਂ ਵੀ ਜਿੱਤਿਆ ਆ, ਉਹ ਤਨਖਾਹ ਲੈਂਦਾ ਆ, ਪੈਨਸ਼ਨ ਨਹੀਂ ਲੈਂਦਾ। ਪੈਨਸ਼ਨ ਉਦੋਂ ਲੈਂਦਾ ਆ ਜਦੋਂ ਉਹ ਹਾਰ ਜਾਂਦਾ ਆ, ਜਿਵੇਂ ਕਿ ਸਰਦਾਰ ਲਾਲ ਸਿੰਘ ਹੋਰੀ, ਬਲਟੋਆ ਜੀ ਸਾਡੇ ਕੋਲ ਟਾਈਮ, ਜੀ ਬਲਟੋਆ ਜੀ ਇਹ ਗੱਲ ਤੁਹਾਡੀ ਆ ਗਈ ਸੀ, ਸਾਡੇ ਕੋਲ ਟਾਈਮ ਇੰਨੇ ਸੀ। ਬਲਟੋਆ ਜੀ ਇੱਕ ਵੱਡੀ ਖਬਰ ਆ ਰਹੀ ਹੈ। ਬਲਟੋਆ ਜੀ ਸੌਰੀ ਗੁਸਤਾਖੀ ਮਾਫ। ਬਲਟੋਆ ਜੀ ਤੁਸੀਂ ਇਹ ਸਾਰੀ ਪੋਲੀਟੀਕਲ ਕਲਾਸ ਆਪਣੇ ਆਪ ਨੂੰ ਖੁਦ ਕਿਉਂ ਡਿਫੈਂਡ ਕਰ ਰਹੀ ਹੈ? ਜੀ ਲੋਕਾਂ ਨੇ ਇਹਨਾਂ ਨੂੰ ਚੁਣਿਆ। ਬਲਟੋਆ ਜੀ ਸਾਡੇ ਕੋਲ ਇੱਕ ਵੱਡੀ ਖਬਰ ਆ ਰਹੀ ਹੈ। ਗੁਸਤਾਖੀ ਮਾਫ, ਅੱਗੇ ਤੋਂ ਜ਼ਿਆਦਾ ਕਦੇ ਟਾਈਮ ਦੇ ਦਾਂਗੇ। ਗੁਸਤਾਖੀ ਮਾਫ ਸੰਧਵਾ ਜੀ, ਗੁਸਤਾਖੀ ਮਾਫ। ਕਮਲ ਤੁਹਾਡਾ ਧੰਨਵਾਦ। ਰਮਨ ਜੀ ਤੁਹਾਡਾ ਇੱਕ ਵੱਡੀ ਖਬਰ ਆ ਰਹੀ ਹੈ। 1 ਜੂਨ ਤੋਂ ਦੇਸ਼ 'ਚ ਐਗਜ਼ਿਟ ਪਲਾਨ ਸ਼ੁਰੂ ਹੋ ਰਿਹਾ। ਵੱਡੀ ਬ੍ਰੇਕਿੰਗ ਨਿਊਜ਼ ਇਸ ਟਾਈਮ ਦੀ ਐਲਾਨ ਆ ਕੇਂਦਰ ਦਾ। 1 ਜੂਨ ਤੋਂ ਦੇਸ਼ 'ਚ ਐਗਜ਼ਿਟ ਪਲਾਨ ਕੇਂਦਰ ਨੇ ਜਾਰੀ ਕੀਤਾ। ਲੋਕਡਾਊਨ ਦਾ ਐਗਜ਼ਿਟ ਪਲਾਨ 1 ਜੂਨ ਤੋਂ 30 ਜੂਨ ਲਈ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ। ਹੁਣ ਲੋਕਡਾਊਨ ਨਹੀਂ, ਅਨਲੌਕ ਪਾਰਟ 2 ਹੈ। ਅਨਲੌਕ ਪਾਰਟ 2 ਸਕੂਲ ਕਾਲਜ ਖੋਲ੍ਹਣ ਤੇ ਸੂਬਾ ਸਰਕਾਰਾਂ ਕਰਨ ਫੈਸਲਾ। ਅਨਲੌਕ 1 'ਚ ਆਰਥਿਕਤਾ ਤੇ ਰਹੇਗਾ ਫੋਕਸ। ਧਾਰਮਿਕ ਅਸਥਾਨ ਖੋਲ੍ਹਣ ਦੀ ਇਜਾਜ਼ਤ 8 ਜੂਨ ਤੋਂ ਖੋਲ੍ਹਣਗੇ ਸ਼ਾਪਿੰਗ ਮਾਲ। ਤਾਂ ਵੱਡੀ ਖਬਰ ਇਸ ਟਾਈਮ 1 ਜੂਨ ਤੋਂ ਦੇਸ਼ ਦਾ ਐਗਜ਼ਿਟ ਪਲਾਨ ਜਾਨੀ ਪਰਸੋਂ ਤੋਂ ਦੇਸ਼ 'ਚ ਤੁਹਾਨੂੰ ਇੱਕ ਵੱਡੀ ਰਾਹਤ ਜਿਹੜੀ ਲੋਕ ਭਾਲ ਰਹੇ ਸੀ, ਵੱਖ-ਵੱਖ ਵਰਗਾਂ ਦੇ, ਵੱਖ-ਵੱਖ ਸੈਕਸ਼ਨਾਂ ਦੇ, ਉਹਨਾਂ ਨੂੰ ਮਿਲਣ ਜਾ ਰਹੀ ਹੈ। ਵੱਡੀ ਖਬਰ ਇਸ ਟਾਈਮ ਦੀ ਆ ਰਹੀ ਹੈ ਦਿੱਲੀ ਤੋਂ। ਤਾਂ ਐਗਜ਼ਿਟ ਪਲਾਨ ਦੀ ਥਾਂ ਤਾਂ ਇਹ ਖਬਰ ਸੀ ਤੇ ਅਸੀਂ ਚਰਚਾ ਕਰ ਰਹੇ ਸੀ ਕਿ ਪੋਲੀਟੀਕਲ ਕਲਾਸ ਵੀ ਅੱਜ ਦੇ ਦੌਰ 'ਚ ਹੋਰ ਸੈਂਸਿਟਿਵ ਹੋਵੇ। ਅਸੀਂ ਇਹ ਨਹੀਂ ਕਹਿ ਰਹੇ ਨਹੀਂ ਹੈ, ਹੋਰ ਜ਼ਿਆਦਾ ਹੋਣ ਦੀ ਲੋੜ ਹੈ ਤਾਂ ਕਿ ਪੋਲੀਟੀਕਲ ਕਲਾਸ ਸਮਾਜ ਦੀ ਅਗਵਾਈ ਕਰਦੀ ਹੈ ਜਿਹੜੀ ਉਸ ਤਰੀਕੇ ਦੇ ਨਾਲ ਉਹਨੂੰ ਅੱਗੇ ਲੈ ਕੇ ਜਾਵੇ।
ਤੁਸੀਂ ਦੇਖ ਰਹੇ ਸੀ ਪ੍ਰਾਈਮ ਟਾਈਮ। ਅੱਗੇ ਦੇਖੋ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ।